ਨੂੰ ਚੰਗੀ ਤਰ੍ਹਾਂ ਅੰਦਰੋਂ ਜਾਣਦੇ ਆ ਉਹਦਾ ਕੋਈ ਲਾਭ ਨਹੀਂ ਜਦ ਤੱਕ ਤੁਸੀਂ ਆਪਣੇ ਆਪ ਤੋਂ ਜਾਣੂ ਨਹੀਂ ਹੋ ਜਾਂਦੇ। ਜੇ ਤੁਸੀਂ ਆਪਣੇ ਆਪ ਤੋਂ ਜਾਣੂ ਹੋ ਤਾਂ ਸਮਝ ਲਓ ਤੁਸੀਂ ਸਫਲ ਆ। ਜੇ ਤੁਸੀਂ ਆਪਣੇ ਆਪ ਤੋਂ ਵਾਕਿਫ ਨਹੀਂ ਆ ਤੇ ਤੁਸੀਂ ਕਿਤੇ ਵੀ ਡਿੱਗ ਸਕਦੇ ਆ, ਕਿਤੇ ਵੀ ਠੇਡਾ ਲੱਗ ਸਕਦਾ ਆ, ਕਿਤੇ ਵੀ ਮੇਰੇ ਜੋ ਘਾਟਾ ਪੈ ਸਕਦਾ ਹੈ। ਜੇ ਆਪਣੇ ਆਪ ਤੋਂ ਤੁਸੀਂ ਵਾਕਿਫ ਨਹੀਂ ਆ ਤੇ ਇਸ ਵਾਕਫੀ ਦੇ ਲਈ ਪਰਮੇਸ਼ਵਰ ਦਾ ਦਾਸ ਸੁਲੇਮਾਨ ਇੱਕ ਬਹੁਤ ਛੋਟੀ ਜੀ ਗੱਲ ਆਖਦਾ ਆ ਪਰ ਭੇਦ ਉਹਦਾ ਵੱਡਾ ਆ। ਅਸੀਂ ਨਿੱਕੀਆਂ ਨਿੱਕੀਆਂ ਆਪਣੀਆਂ ਗੱਲਾਂ ਤੇ ਆਪਣੀਆਂ ਚਾਲਾਂ ਤੋਂ ਆਪਣੇ ਆਪ ਨੂੰ ਵਾਕਿਫ ਕਰਾਉਣਾ ਆ ਕਿ ਸਾਡੇ ਅੰਦਰ ਕਿਹੜੀਆਂ ਗੱਲਾਂ ਆ, ਸਾਡੇ ਅੰਦਰ ਕਿਹੜੀਆਂ ਚਾਲਾਂ ਆ, ਸਾਡੀ ਚਾਲ ਕਿਹੋ ਜਿਹੀ ਆ। ਜੇ ਤੁਸੀਂ ਅੱਜ ਵਚਨ ਦੇ ਨਾਲ ਆਪਣੇ ਆਪ ਤੋਂ ਵਾਕਿਫ ਹੋ ਗਏ ਤੇ ਜ਼ਰੂਰ ਆ ਤੁਸੀਂ ਪਰਮੇਸ਼ਵਰ ਨਾਲ ਮਿਲ ਜਾਓਗੇ। ਤੇ ਜੇ ਅੱਜ ਵੀ ਤੁਸੀਂ ਵਾਕਿਫ ਆਪਣੇ ਆਪ ਨਾਲ ਨਾ ਹੋਏ ਤਾਂ ਤੁਸੀਂ ਸਾਰੀ ਉਮਰ ਮੇਰੇ ਜੋ ਪਰਮੇਸ਼ਵਰ ਨਾਲ ਰਿਸ਼ਤਾ ਨਹੀਂ ਕਾਇਮ ਕਰ ਸਕਦੇ। ਸੰਤ ਸੁਲੇਮਾਨ ਨੇ ਇੱਕ ਗੱਲ ਆਖੀ ਹੈ ਜਦੋਂ ਅਸੀਂ ਕਹੌਤਾਂ ਦੀ ਕਿਤਾਬ 18 ਅਧਿਆਇ ਉਹਦੀ 21 ਆਇਤ ਨੂੰ ਪੜ੍ਹਦੇ ਹਾਂ। ਇਹਦੇ ਦੁਆਰਾ ਹੀ ਅਸੀਂ ਮੇਰੇ ਜੋ ਅੱਗੇ ਚੱਲਣਾ ਆ। ਇੱਕ ਛੋਟੀ ਜੀ ਗੱਲ ਨੂੰ ਪੜਾਂਗੇ ਲੇਕਿਨ ਭੇਦ ਵੱਡਾ ਆ। ਪੜ੍ਹੀਏ ਕਹੌਤਾਂ ਦੀ ਕਿਤਾਬ 18 ਅਧਿਆਇ ਉਹਦੀ 21 ਆਇਤ। ਮੌਤ ਅਤੇ ਜਿਉਣ ਦੋਵੇਂ ਜੀਵ ਦੇ ਵਸ ਵਿੱਚ ਹਨ। ਮੌਤ ਅਤੇ ਜਿਉਣ ਦੋਵੇਂ ਜੀਵ ਦੇ ਵਸ ਵਿੱਚ ਹਨ। ਹਾਂਜੀ, ਜੋ ਉਸ ਨਾਲ ਪ੍ਰੀਤ ਰੱਖਦੇ ਹਨ, ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸ ਦਾ ਫਲ ਖਾਣਗੇ। ਉਹ ਉਸ ਦਾ ਫਲ ਖਾਣਗੇ। ਭਾਵ ਹੁਣ ਗੱਲ ਆ ਗਈ ਆ ਆਪਣੀ ਜੀਵ ਦੀ ਕਿ ਜਿਹੜਾ ਇਨਸਾਨ ਆਪਣੀ ਜੀਵ ਦੇ ਵੱਲ ਧਿਆਨ ਰੱਖਦਾ ਆ, ਜਿਹੜਾ ਇਨਸਾਨ ਆਪਣੀ ਜੀਵ ਦੇ ਬੋਲਾਂ ਦੇ ਵੱਲ ਧਿਆਨ ਰੱਖਦਾ ਆ, ਔਰ ਜੇ ਉਹਨੂੰ ਲੱਗਦਾ ਕਿ ਮੇਰੀ ਜੀਵ ਸਹੀ ਬੋਲ ਬੋਲਦੀ ਹੈ, ਸਹੀ ਸ਼ਬਦ ਉਚਾਰਨ ਕਰਦੀ ਹੈ ਤਾਂ ਸਫਲ ਆ। ਜੇ ਉਹੀ ਜੀਵ ਜਿਹੜੀ ਤੁਹਾਡੇ ਕੋਲ ਆ, ਤੁਹਾਨੂੰ ਦਿੱਤੀ ਗਈ ਆ, ਤੇ ਜੇ ਤੁਹਾਨੂੰ ਲੱਗਦਾ ਕਿ ਇਹ ਜੀਵ ਸਹੀ ਸ਼ਬਦ ਉਚਾਰਨ ਨਹੀਂ ਕਰਦੀ ਤੇ ਸਮਝ ਲਓ ਤੁਸੀਂ ਫੇਲ ਹੋ ਆਪਣੀ ਫਿਊਚਰ ਚ, ਆਪਣੇ ਫਿਊਚਰ ਪਲਾਨ ਚ, ਆਪਣੇ ਜੀਵਨ ਚ। ਅੱਜ ਆਪਣੇ ਜੀਵ ਤੋਂ ਵਾਕਿਫ ਹੋਣਾ ਆ, ਆਪਣੇ ਜੀਵ ਤੋਂ ਵਾਕਿਫ ਹੋਣਾ ਕਿ ਸਾਡੀ ਜੀਵ ਕਰਦੀ ਕੀ ਆ। ਕਿਉਂਕਿ ਸੰਤ ਸੁਲੇਮਾਨ ਨੇ ਇੱਕ ਗੱਲ ਕਹਿ ਦਿੱਤੀ ਆ, ਕਿਉਂਕਿ ਮੌਤ ਤੇ ਜੀਵਨ ਜੀਵ ਦੇ ਵਸ ਵਿੱਚ। ਜਿੱਦਾਂ ਦੀ ਤੁਹਾਡੀ ਜੀਵ ਚੱਲਦੀ ਆ ਉਦਾਂ ਦਾ ਹੀ ਤੁਹਾਡਾ ਜੀਵਨ ਹੋਵੇਗਾ। ਵਚਨ ਵੱਲ ਧਿਆਨ ਦਿਓ। ਤੁਸੀਂ ਹਫ਼ਤੇ ਬਾਅਦ ਮਿਲੇ ਹੋਣਗੇ, ਸ਼ਾਇਦ ਹੋ ਸਕਦਾ ਤੁਹਾਡਾ ਮਨ ਚਿੱਤ ਬਹੁਤਾ ਹੀ ਜ਼ਿਆਦਾ ਇੱਕ ਦੂਜੇ ਨਾਲ ਲੱਗਾ ਹੋਵੇ, ਤੇ ਜੇ ਤੁਹਾਡਾ ਮਨ ਚਿੱਤ ਬੰਦੇ ਨਾਲ ਬੰਦੇ ਦਾ ਆ ਤਾਂ ਤੁਸੀਂ ਰੱਬ ਨਾਲ ਕਦੀ ਮੇਲ ਨਹੀਂ ਕਰ ਸਕਦੇ। ਜੇ ਇੱਥੇ ਆ ਕੇ 1 ਘੰਟੇ ਦੇ ਪ੍ਰਚਾਰ ਨੂੰ ਤੁਸੀਂ ਸੀਰੀਅਸਲੀ ਸੁਣਦੇ ਨਹੀਂ ਆ, ਤੁਸੀਂ ਫੇਲ ਆ। ਚਾਹੇ ਪ੍ਰਾਰਥਨਾ ਫੋਨ ਤੇ ਕਰਾਓ, ਚਾਹੇ ਚਰਚ 'ਚ ਕਰਾਓ, ਚਾਹੇ ਪ੍ਰੇਅਰ ਰਿਕੁਐਸਟ ਮੇਰੇ ਰਜਿਸਟਰ ਤੇ ਨੋਟ ਕਰਾ ਦਿਓ, ਕੋਈ ਲਾਭ ਨਹੀਂ ਹੋਣਾ। ਜੇ ਆਏ ਆ ਤਾਂ ਸਿਰਫ ਔਰ ਸਿਰਫ ਲਾਹਾ ਲਾਓ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ 'ਚ ਕਰਨ ਕੀ ਆਏ ਆ। ਅਸੀਂ ਨਹੀਂ ਆਏ, ਖੁਦਾ ਸਾਨੂੰ ਲੈ ਕੇ ਆਇਆ, ਪਰਮੇਸ਼ਰ ਸਾਨੂੰ ਲੈ ਕੇ ਆਇਆ। ਸ਼ਾਦੀ ਤੇ ਤੁਹਾਨੂੰ ਨਿਯੋਤਾ ਦਿੱਤਾ ਗਿਆ, ਤੁਸੀਂ ਪੈਲੇਸ ਵਿੱਚ ਗਏ ਆ, ਸ਼ਗਨ ਵੀ ਪਾਇਆ ਉੱਥੇ, ਨਾ ਤੁਸੀਂ ਚਾਹ ਨਾ ਕੁਛ ਖਾਦਾ, ਨਾ ਚਾਹ ਪੀਤੀ, ਨਾ ਰੋਟੀ ਖਾਦੀ, ਨਾ ਰੋਟੀ ਨਾਲ ਕੁਛ ਖਾਦਾ, ਐਦਾਂ ਹੀ ਭੁੱਖੇ ਆਏ ਤਾਂ ਭੁੱਖੇ ਚਲੇ ਗਏ ਆ। ਕਸੂਰ ਕਿਹਦਾ ਹੈ? ਸੱਦਣ ਵਾਲੇ ਦਾ ਜਾਂ ਤੁਹਾਡਾ? ਸੱਦਣ ਵਾਲੇ ਨੇ ਤਾਂ ਪਹਿਲਾਂ ਹੀ ਟੇਬਲ ਲਾ ਲਾ ਕੇ ਇੰਤਜ਼ਾਮ ਕੀਤੇ ਸੀ, ਪਰ ਤੁਸੀਂ ਆਏ ਆ ਘੁੰਮ ਫਿਰ ਕੇ ਚਲੇ ਗਏ ਆ, ਕਸੂਰ ਤੁਹਾਡਾ ਆ। ਸੱਦਣ ਵਾਲਾ ਤਾਂ ਤੁਹਾਡੇ ਲਈ ਬਹੁਤ ਕੁਛ ਇੰਤਜ਼ਾਮ ਕਰਕੇ ਬੈਠਾ, ਬੜੀ ਵਿਵਸਥਾ ਕੀਤੀ ਆ, ਪਰ ਅਸੀਂ ਨਹੀਂ ਉੱਥੇ ਤੱਕ ਪਹੁੰਚੇ। ਪਹੁੰਚੋ ਪਰਮੇਸ਼ਵਰ ਦੇ ਨੇੜੇ। ਅੱਜ ਆਪਣੀ ਜੀਭ ਤੋਂ ਵਾਕਿਫ ਹੋਵੋ, ਆਪਣੀ ਜ਼ੁਬਾਨ ਤੋਂ ਵਾਕਿਫ ਹੋਵੋ। ਇਹ ਦੁੱਖ, ਇਹ ਮੁਸ਼ਕਲਾਂ, ਇਹ ਪਰੇਸ਼ਾਨੀਆਂ ਬਾਹਰੋਂ ਨਹੀਂ ਆ। ਸੁਲੇਮਾਨ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਕਿ ਤੁਹਾਡੀ ਜੀਭ ਦੇ ਵਸ ਵਿੱਚ ਹੀ ਆ। ਹਾਲੇਲੂਇਆ, ਤੁਹਾਡੀ ਜੀਭ ਦੇ ਵਸ ਵਿੱਚ ਆ। ਕਿਉਂ ਇੰਨੀ ਦੇਰ ਤੋਂ ਕਿਉਂ ਦੁੱਖ ਭੋਗ ਰਹੇ ਆ, ਕਿਉਂ ਕਸ਼ਟ ਭੋਗ ਰਹੇ ਆ, ਕਿਉਂ ਮਾੜੇ ਹਾਲਾਤਾਂ ਵਿੱਚ ਜ਼ਿੰਦਗੀ ਜਿਉਣ ਲਈ ਬੇਬਸ ਹੋਏ ਪਏ ਆ? ਉਹਦਾ ਕਾਰਨ ਕੀ ਆ? ਕਿ ਸਾਡੀ ਜੀਵ ਦੇ ਉੱਤੇ ਕੁਝ ਪਰਮੇਸ਼ਰ ਕੁਝ ਵੇਖਣਾ ਚਾਹੁੰਦਾ ਆ ਤੇ ਸਾਡੀ ਜੀਵ ਦੇ ਉੱਤੇ ਹੈ ਕੁਝ ਹੋਰ।
ਜੋ ਪਰਮੇਸ਼ਵਰ ਤੁਹਾਡੀ ਜ਼ੁਬਾਨ ਤੇ ਵੇਖਣਾ ਚਾਹੁੰਦਾ ਆ ਉਹ ਹੀ ਜੇ ਜ਼ੁਬਾਨ ਦੇ ਉੱਤੇ ਹੋਵੇਗਾ ਜੀਵਨ ਸਫਲ ਆ। ਜੇ ਉਹ ਚੀਜ਼ਾਂ ਉਹ ਗੱਲਾਂ ਜਿਹੜੀਆਂ ਪਰਮੇਸ਼ਵਰ ਸਾਡੇ ਮੂੰਹ ਦੇ ਵਿੱਚ ਵੇਖਣਾ ਨਹੀਂ ਚਾਹੁੰਦਾਗਾ, ਪਰ ਜੇ ਸਾਡੀ ਮੂੰਹ ਦੇ ਉੱਤੇ ਉਹ ਗੱਲਾਂ ਹੋਣਗੀਆਂ, ਜੀਵ ਤੇ ਹੋਣਗੀਆਂ, ਕਦੇ ਵੀ ਸੁੱਖ ਨਹੀਂ ਹੋਵੇਗਾ। ਜੀਵਨ ਤੇ ਮੌਤ ਜੀਵ ਦੇ ਵੱਸ ਵਿੱਚ ਆ, ਤੇ ਜੀਵ ਦੇ ਵੱਸ ਵਿੱਚ ਆ ਕਿ ਤੁਸੀਂ ਸੱਚ ਬੋਲਣਾ ਜਾਂ ਝੂਠ ਬੋਲਣਾ, ਤੁਸੀਂ ਸੱਚ ਬੋਲਣਾ ਜਾਂ ਝੂਠ ਬੋਲਣਾ। ਤੁਸੀਂ ਆਪਣੇ ਲਾਭ ਲਈ ਝੂਠ ਬੋਲਦੇ ਆ ਜਾਂ ਆਪਣੇ ਨੁਕਸਾਨ ਨੂੰ ਸਹਿ ਕੇ ਵੀ ਸੱਚ ਹੀ ਬੋਲੀ ਜਾਂਦੇ ਆ। ਗੱਲ ਜੀਵ ਦੀ ਆ, ਉਚਾਰਨ ਝੂਠ ਲਈ ਆ ਜਾਂ ਉਚਾਰਨ ਸੱਚ ਲਈ ਆ। ਪਰਮੇਸ਼ਵਰ ਨੇ ਇਸ ਜੀਵ ਨੂੰ ਸੱਚਾਈ ਲਈ ਦਿੱਤਾ, ਪਰਮੇਸ਼ਵਰ ਨੇ ਸੱਚ ਲਈ ਦਿੱਤਾ। ਪਰ ਜੇ ਅੱਜ ਸਾਡੀ ਉਹ ਜੀਵ ਜਿਹੜੀ ਸੱਚ ਲਈ ਪੈਦਾ ਕੀਤੀ ਆ, ਸੱਚ ਲਈ ਬਣਾਈ ਗਈ ਆ, ਉਹ ਝੂਠ ਉਚਾਰਦੀ ਹੈ, ਤੇ ਕਦੇ ਵੀ ਤੁਸੀਂ ਆਪਣੇ ਜੀਵਨ 'ਚ ਸਫਲ ਨਹੀਂ ਹੋਵੋਗੇ। ਕਿਉਂਕਿ ਇਹਦੇ ਨਾਲ ਹੀ 10 ਹੁਕਮਾਂ 'ਚੋਂ ਇੱਕ ਹੁਕਮ ਬਿਆਨ ਕਰਦਾ ਹੈ। ਜਦੋਂ ਅਸੀਂ ਕੂਚ ਦੀ ਕਿਤਾਬ 20 ਅਧਿਆਇ 'ਚ ਜਾਂਦੇ ਆ ਤੇ ਸਾਡੀ ਜੀਵ ਦਾ ਉਚਾਰਨ ਹੀ ਆ ਹੁਕਮਾਂ ਦੇ ਵਿੱਚ ਵੀ 20 ਅਧਿਆਇ ਉਹਦੀ 16 ਆਇਤ ਪੜਾਂਗੇ, ਧਿਆਨ ਨਾਲ ਸੁਣਾਂਗੇ। ਜੀਵਨ ਤੇ ਮੌਤ ਜੀਵ ਦੇ ਵਸ ਵਿੱਚ ਕੀਤੇ ਗਏ ਆ, ਤੇ 10 ਹੁਕਮਾਂ ਚੋਂ ਇੱਕ ਹੁਕਮ ਪੜਾਂਗੇ ਇਹਦੇ ਨਾਲ ਮਿਲਦਾ ਪਿਆ ਆ 20 ਦੀ 16। ਤੂੰ ਆਪਣੇ ਗੁਆਂਢੀ ਉੱਤੇ ਝੂਠੀ ਗਵਾਹੀ ਨਾ ਦੇ। ਭਾਵ ਤੂੰ ਆਪਣੇ ਗੁਆਂਢੀ ਦੇ ਲਈ ਝੂਠੀ ਗਵਾਹੀ ਨਾ ਦੇ, ਭਾਵ ਆਪਣੀ ਜੀਵ ਨੂੰ ਕਿਸੇ ਦੇ ਲਈ ਝੂਠ ਲਈ ਇਸਤੇਮਾਲ ਨਾ ਕਰ। ਚਾਹੇ ਕਿਸੇ ਨੂੰ ਬਚਾਉਣ ਲਈ ਝੂਠ ਬੋਲੇ, ਚਾਹੇ ਆਪਣੇ ਆਪ ਲਈ ਨੂੰ ਬਚਾਉਣ ਲਈ ਝੂਠ ਬੋਲਦੇ ਆ, ਚਾਹੇ ਤੁਸੀਂ ਕਿਸੇ ਦੀ ਜੇਬ ਲਈ ਝੂਠ ਬੋਲਦੇ ਆ, ਚਾਹੇ ਆਪਣੀ ਜੇਬ ਲਈ ਝੂਠ ਬੋਲਦੇ ਆ, ਚਾਹੇ ਕਿਸੇ ਦੇ ਪਰਿਵਾਰ ਲਈ ਝੂਠ ਬੋਲਦੇ, ਚਾਹੇ ਆਪਣੇ ਪਰਿਵਾਰ ਲਈ ਝੂਠ ਬੋਲਦੇ ਆ, ਚਾਹੇ ਕਿਸੇ ਦੇ ਢਿੱਡ ਲਈ ਝੂਠ ਬੋਲਦੇ, ਚਾਹੇ ਆਪਣੇ ਢਿੱਡ ਲਈ ਝੂਠ ਬੋਲਦੇ ਆ। ਬਾਈਬਲ 'ਚ ਲਿਖਿਆ ਗਿਆ ਹੈ ਕਿ ਤੂੰ ਝੂਠ ਨਾ ਬੋਲ। ਹਾਲੇਲੂਇਆ। ਹੋਵੋ ਵਾਕਿਫ ਆਪਣੇ ਆਪ ਤੋਂ, ਜਾਂਚੋ ਆਪਣੇ ਆਪ ਨੂੰ ਕਿ ਕੀ ਮੈਂ ਆਪਣੀ ਜੀਭ ਤੋਂ ਝੂਠ ਤਾਂ ਨਹੀਂ ਬੋਲਦਾ, ਕਿ ਮੇਰੀ ਜੀਭ ਝੂਠ ਤਾਂ ਨਹੀਂ ਬੋਲਦੀ, ਕਿ ਇਹਦੇ ਉਚਾਰਨ ਗਲਤ ਤਾਂ ਨਹੀਂ ਹੋ ਗਏ ਹੋ, ਕਿ ਇਹਦੇ ਸ਼ਬਦ ਮਾੜੇ ਤਾਂ ਨਹੀਂ ਹੋ ਗਏ ਹੋ, ਕਿ ਇਹ ਹੁਕਮ ਤਾਂ ਨਹੀਂ ਤੋੜਨ ਲੱਗ ਪਈ। ਸਭ ਕੁਝ ਤੁਸੀਂ ਆਪਣੇ ਵਸ 'ਚ ਕਰ ਸਕਦੇ ਆ। ਸੰਤ ਯਾਕੂਬ ਨੇ ਇਸ ਗੱਲ ਨੂੰ ਬਿਆਨ ਕੀਤਾ ਆ। ਪਰ ਇਨਸਾਨ, ਲਿਖਿਆ ਗਿਆ, ਬੜੇ ਬੜੇ ਜਹਾਜ਼ ਇਨਸਾਨ ਆਪਣੇ ਕਾਬੂ 'ਚ ਕਰ ਲੈਂਦਾ ਆ, ਪਰ ਆਪਣੀ ਛੋਟੀ ਜਿਹੀ ਜੀਭ ਨੂੰ ਆਪਣੇ ਕਾਬੂ 'ਚ ਨਹੀਂ ਰੱਖਦਾ। ਜੀਭ ਕਿਹਦੇ ਕਾਬੂ 'ਚ ਆ? ਦੱਸ ਸਕਦੇ ਆ? ਜੀਭ ਕਿਹਦੇ ਕਾਬੂ 'ਚ ਆ? ਦਿਲ ਮਨ ਦੇ ਕਾਬੂ 'ਚ। ਲਿਖਿਆ ਜੋ ਤੁਹਾਡੇ ਅੰਦਰ ਆ ਸੋਚ ਤੁਹਾਡੀ ਜ਼ੁਬਾਨ ਤੇ ਆ। ਜੇ ਤੁਹਾਡੇ ਅੰਦਰ ਸ਼ੈਤਾਨੀ ਪੈਰਾ ਆ ਤੇ ਤੁਹਾਡੀ ਜ਼ੁਬਾਨ ਜ਼ਰੂਰ ਗਲਤ ਉਚਾਰੇਗੀ, ਜ਼ਰੂਰ ਝੂਠ ਬੋਲੇਗੀ, ਤੇ ਜਦੋਂ ਝੂਠ ਬੋਲੇਗੀ ਤੇ 10 ਹੁਕਮਾਂ 'ਚੋਂ ਇੱਕ ਹੁਕਮ ਇਹ ਟੁੱਟ ਜਾਂਦਾ ਆ। 10 ਹੁਕਮਾਂ 'ਚੋਂ ਇੱਕ ਹੁਕਮ ਇਹ ਟੁੱਟ ਜਾਂਦਾ ਆ। ਚੇਨ ਚਾਹੇ ਸਾਈਕਲ ਦੀ, ਮੋਟਰਸਾਈਕਲ ਦੀ, ਕਿਸੇ ਦੀ ਵੀ ਚੇਨ ਹੋਵੇ, ਜਦੋਂ ਇੱਕ ਕੜੀ ਟੁੱਟ ਜਾਵੇ ਸਮਝ ਲਓ ਗੱਡੀ ਰੁਕ ਜਾਂਦੀ ਆ। ਹਾਲੇਲੂਇਆ। 9 ਪੂਰੇ ਕਰਕੇ ਇੱਕ ਤੋੜ ਦਵੇ, 99 ਪੂਰੇ ਕਰਕੇ ਇੱਕ ਤੋੜ ਦਵੇ, ਸਮਝ ਲਓ 99 ਪੂਰੇ ਕਰਨ ਦਾ ਵੀ ਲਾਭ ਨਹੀਂ ਆ, 9 ਪੂਰੇ ਕਰਨ ਦਾ ਵੀ ਲਾਭ ਨਹੀਂ ਆ। ਲਿਖਿਆ ਜੀਵਨ ਤੇ ਮੌਤ ਜੀਵ ਦੇ ਵਸ ਵਿੱਚ ਆ, ਤੇ ਮੇਰੇ ਜੋ ਹੁਕਮਾਂ ਦੇ ਵਿੱਚੋਂ ਇੱਕ ਹੁਕਮ ਲਿਖਿਆ, ਤੂੰ ਆਪਣੇ ਗੁਆਂਢੀ ਦੇ ਲਈ ਝੂਠੀ ਗਵਾਹੀ ਨਾ ਦੇ। ਅੱਜ ਗੁਆਂਢੀ ਦੀ ਗੱਲ ਛੱਡ ਦਿਓ, ਕੋਈ ਕਿਸੇ ਦੀ ਗੁਆਂਢੀ ਦੀ ਜਾਨ ਨੂੰ ਬਚਾਉਣ ਵਾਲਾ ਹੈ ਨਹੀਂਗਾ, ਕੋਈ ਕਿਸੇ ਗੁਆਂਢੀ ਦੇ ਲਈ ਮਰਨ ਵਾਲਾ ਹੈ ਨਹੀਂਗਾ, ਕੋਈ ਕਿਸੇ ਗੁਆਂਢੀ ਦੇ ਲਈ ਮੇਰੇ ਜੋ ਉਤਾਵਲਾ ਨਹੀਂ ਆ ਉਹਦੀ ਮਦਦ ਲਈ। ਸਭ ਆਪਣੀ ਆਪਣੀ ਜਾਨ ਦੇ ਲਾਲੇ ਪਏ ਹੋਏ ਆ, ਸਭ ਆਪਣੀ ਜਾਨ ਦੇ ਪਿੱਛੇ ਪਏ ਆ। ਆਪਣੀ ਆਪਣੀ ਜਾਨ ਬਚਾਉਣ ਲਈ ਵੀ ਕਈ ਲੋਕ ਝੂਠ ਹੀ ਮਾਰਦੇ ਰਹਿੰਦੇ ਆ। ਮੇਰੇ ਜੋ ਮੈਂ ਇੱਕ ਗੱਲ ਦੇਖਦਾ ਆ ਕਿ ਮੇਰੇ ਨਾਲ ਕਈ ਲੋਕ ਇੱਥੇ ਪ੍ਰਾਰਥਨਾ ਕਰਾਉਣ ਲੱਗੇ ਝੂਠ ਬੋਲ ਜਾਂਦੇ ਆ, ਕਈ ਉੱਥੇ ਝੂਠ ਬੋਲ ਜਾਂਦੇ, ਕਈ ਅੰਦਰ ਆ ਕੇ ਮੇਰੇ ਤੋਂ ਝੂਠ ਬੋਲ ਜਾਂਦੇ ਆ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪਾਸਟਰ ਨੂੰ ਪਤਾ ਨਹੀਂ, ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਪਾਸਟਰ ਨਾਲ ਝੂਠ ਬੋਲਦੇ ਪਏ ਆ ਉਹ ਪਾਸਟਰ ਪਵਿੱਤਰ ਆਤਮਾ ਨਾਲ ਭਰਿਆ ਹੁੰਦਾ ਆ। ਹਾਲੇਲੂਇਆ। ਬੜੀ ਸਫਾਈ ਦੇ ਨਾਲ ਅੰਦਰੋਂ ਨਿਕਲਦੇ ਦੇਖਿਆ, ਮੇਰੀ ਜੀਭ ਥਥਲਾਈ ਨਹੀਂ, ਮੈਂ ਕਲੀਅਰ ਹੀ ਝੂਠ, ਬੜਾ ਸੋਹਣਾ ਝੂਠ ਬੋਲ ਕੇ ਆ ਗਿਆ। ਸੇਵਕ ਨੂੰ ਪਤਾ ਹੀ ਨਹੀਂ ਲੱਗਾ। ਮੈਂ ਕੀ ਕਰਾਂਗਾ ਤੁਹਾਡੀ ਸੱਚਾਈ ਤੇ ਤੁਹਾਡੇ ਝੂਠ ਨੂੰ ਜਾਣ ਕੇ? ਉਹ ਕਰੇਗਾ ਨਿਆਂ ਤੱਕੜੀ 'ਚ ਤੋਲ ਤੋਲ ਕੇ। ਹਾਲੇਲੂਇਆ। ਤੁਹਾਡੇ ਸੱਚੇ ਸ਼ਬਦਾਂ ਦਾ, ਤੁਹਾਡੇ ਝੂਠੇ ਸ਼ਬਦਾਂ ਦਾ ਉਹ ਕਰੇਗਾ ਨਿਆਂ। ਕਿਉਂਕਿ ਉਹ ਹਰੇਕ ਉਹ ਇਨਸਾਨ ਜਿਹੜਾ ਆਪਣੀ ਜੀਭ ਤੋਂ ਝੂਠ ਬੋਲਦਾ ਹੈ ਉਹ ਪਰਮੇਸ਼ਵਰ ਦਾ ਨਹੀਂ ਆ। ਕਿਉਂਕਿ ਝੂਠ ਸ਼ੈਤਾਨ ਦਾ ਅਜਿਹਾ ਇੱਕ ਅੰਗ ਆ ਜਿਹੜਾ ਮੇਰੇ ਜੋ ਰਾਜਾ ਦੇ ਰਾਜ, ਤਖਤਾਂ ਦੇ ਤਖਤ ਉਲਟਾ ਕੇ ਰੱਖ ਦਿੰਦਾ। ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਸ਼ੈਤਾਨ ਨੇ ਪਹਿਲਾ ਕੰਮ ਕੀ ਕੀਤਾ? ਕੋਈ ਦੱਸ ਸਕਦਾ? ਧਰਤੀ ਦੇ ਉੱਤੇ
शैतान ने सब तो पहला काम आदम ते हवा की जिंदगी की कीता? दस सकते हैं? छेती बोल दिया करो। सब तो पहला काम शैतान ने झूठ बोलिया सी। सब तो पहला काम की कीता सी? शैतान ने झूठ बोलिया सी। ते जे झूठ बोलिया तो फिर प्रभु ने की किया? उन्होंने झूठ का खमियाजा की भुगतना पिया? कहता हूं तू ढिड दे भार ही डिंगेगा, बैड ते ही रहेगा, बस बीमार ही रहेगा, लाचार ही रहेगा। जीवन ते मौत जीव दे बस विच आ। जे शैतान ने झूठ बोलिया तो की कीता? कहता हूं तू मिट्टी जीवन दे सारे बरे मिट्टी ही खाएगा, ढिड दे भार ही रवेगा। प्रॉब्लम ते प्रॉब्लम, डर ते भय खौफ। जड़ी एक पैंसठ सुनता है ना जो सप, जड़ी एक पैंसठ सुनता उन्होंने चैन नहीं होंगी, फटाफट अपने बचा लिए दौड़ता, चाहे लड़न दौड़ता तो चाहे मेरे जो बचन लिए दौड़ता, मतलब दौड़ लगी रही है। ऐदा ही बहुत मनुख इदां दे आ जेड़े मेरे जो कुछ ना कुछ करने लिए दौड़े ही रहंदे, दिन रात दौड़ लगी रहिंदी। ओहदा कारण की है कि उन्हां दे अंदर अजे भी सप ते शैतान दी जड़ हैगी आ। सप ते शैतान दी जड़ ओहदे अंदर अजे भी हैगी आ। ते ओ जड़ जेड़ी आ ओ मेरे जड़ दा नुकसान नहीं ओहदे नाल होना। किहदा नुकसान होना आ? जेदे अंदर जेदी जीव दे उत्ते शैतान दी जड़ ते मेरे जो निशान आ ओहदा नुकसान जरूर होवेगा। बहुत सफाई नाल कई झूठ बोल जांदे आ, फोन दे उत्ते बहुत सफाई नाल झूठ बोल जांदे आ ते फिर कहंदे पास्टर करो प्रार्थना। इन्हां नूं नहीं पता कि जदों पास्टर ने प्रार्थना करनी परमेश्वर ने सारा ही अगला पिछला चिट्ठा खोल के रख देना हुंदा, सारा ही अगला पिछला चिट्ठा खोल के रख देना हुंदा। आमीन तो असीं कहने बहुत सोहना, लेकिन ये नहीं पता होंदा कि आमीन मुख दे शब्दां ते नहीं हुंदी गी, आमीन दिल तो कीती आत्मा च दुआ तो हुंदी है। हालेलुया। आमीन मुख दे शब्दां नाल नहीं हुंदी गी, आमीन दिल तो कीती हुई, रूह तो जान तो कीती हुई प्रार्थना ते हुंदी हुंदी आ। जवान तो कई कुछ ही बोलते लोग, प्रभु मैनू गड्डी बन दे आमीन, प्रभु मैनू जहाज चढ़ा दे आमीन, प्रभु मैनू किले का मालक बना दे आमीन, प्रभु मेरी महल चुबारे बन जाण आमीन। आमीन तो हो ही जाती है। प्रभु ने इतना कहण नाल आमीन कहण नाल हो सानू दे देना है। जो तुहाडे मन विच, दिल विच, रूह विच, जान विच रब ने ओहदे द्वारा तुहानू तुहाडी जिंदगी काम करना है। हालेलुया। तू अपने गुआंढी लई झूठी गवाही ना दे, कहण दा मतलब अपनी जुबान ते झूठ ना आउण दे। बाइबल च लिखिआ झूठ बोलना पाप आ, ते अगे पौलुस ने कहा पाप दी मजदूरी मौत। बाइबल च की लिखिआ गया? संत सुलेमान ने की किया? जीवन ते मौत जीव दे वस विच। अपनी जवान नू गलत इस्तेमाल करके असीं फिर मेरे जो दुख च जांदे हैं ते मुड़ के प्रार्थनावां ते जोर दिंने आ, फिर प्रार्थनावां दी लड़ी शुरू कर दिंने आ, प्रेयर रिक्वेस्टां दी लड़ी शुरू कर दिंने आ। कदी भी परमेश्वर सुनेगा नहीं, क्योंकि तुसीं आप डिसाइड कीता है कि असीं झूठ बोलना है। तुहानूं लगा कि झूठ बोलना मैनूं लाभ हुंदा है, तुसीं आप अपने जीवन च फैसला लिया कि मैं झूठ बोलना है। ते जदों फिर तुसीं झूठ अपने मन तो सोच लिया, फैसला ले लिया, जदों तुसीं मन तो फैसला लिया ते वो फैसला मन तो होके जवान ते आया, डिक्लेयर हो जाता है कि हुण तू झूठ बोलिया है, ते झूठ तेरी जुबान करके तू जरूर हुण दुख पावेगा, तंगी पावेगा, मुसीबत पावेगा। हालेलुया। हनानिया ते शफीरा ने एक जमीन का टुकड़ा बेचिया और ओदी कीमत लिया के चरना दे विच, रसूलां दे चरना विच धरी। हुण इत्थे चढ़ावे की गल उत्ते नहीं मैं जा रहा, मैं गल कर रहा झूठ की। पतरस दे चरना च लिया के ओदी कीमत चढ़ा दी। पतरस नूं पता सी कि इहने किन्नी जमीन बेची आ? नहीं लिखिया गया। पतरस नूं पता सी किन्ने दी बेची आ? नहीं। पता किहनूं सी? पता किहनूं सी? मालिक नूं पता सी कि मेरी इन्नी जमीन आ, मैं इन्नी जमीन इन्ने दी बेची है, मालिक नूं पता सी। ते ओही मालिक अपनी जमीन नूं बेच के ओदी कीमत लिया के रसूलां दे चरनां च धरदा आ। ते पतरस ने गल आखी आ कि इह इन्ने दी विकी? गल लाभ लालच दी नहीं आ, गल लाभ ते लालच दी नहीं है। वो सानू दसना चाहता है, सानू दसना चाहता है।
ਹੋ ਸਕਦਾ ਹੋਵੇ ਉਹਨੇ ਇੱਕ ਮਰਲਾ ਵੇਚੀ ਹੋਵੇ, ਹੋ ਸਕਦਾ ਇੱਕ ਕਨਾਲ ਵੇਚੀ ਹੋਵੇ, ਹੋ ਸਕਦਾ 60,000 ਦੀ ਵੇਚੀ ਹੋਵੇ, ਹੋ ਸਕਦਾ 90 ਦੀ ਵੇਚੀ ਹੋਵੇ। ਇਹ ਤਾਂ ਮਾਲਕਾਂ ਨੂੰ ਪਤਾ ਸੀ, ਪਰ ਚਰਨਾਂ 'ਚ ਲਿਆ ਕੇ ਧਰ ਦਿੱਤੀ। ਆਪਣੀ ਜ਼ਮੀਨ ਵੇਚ ਕੇ, ਇਹ ਨਹੀਂ ਕਿਹਾਗਾ ਕਿ ਜ਼ਮੀਨ ਵੇਚ ਕੇ ਅੱਧੀ ਰੱਬ ਨੂੰ ਦੇਣੀ ਤਾਂ ਅੱਧੀ ਆਪਣੇ ਕੋਲ ਰੱਖਣੀ, ਇਹ ਨਹੀਂ। ਆਪਣੀ ਜ਼ਮੀਨ ਵੇਚ ਕੇ ਜਿੰਨੇ ਦੀ ਵੇਚੀ ਆ ਉਹ ਸਾਰੀ ਲਿਆ ਕੇ ਰੱਖ ਦੇਣੀ। ਪਤਰਸ ਨੂੰ ਨਹੀਂ ਪਤਾ ਸੀ ਕਿੰਨੀ ਜ਼ਮੀਨ ਵੇਚੀ ਆ, ਪਤਰਸ ਨੂੰ ਨਹੀਂ ਪਤਾ ਸੀ ਕਿ ਕਿੰਨੇ ਦੀ ਵੇਚੀ ਆ, ਪਰ ਉਹਨੇ ਥੱਬੀ ਲਿਆ ਕੇ ਚਰਨਾਂ 'ਚ ਰੱਖ ਦਿੱਤੀ। ਤੇ ਹਨਾਨੀਆਂ ਨੂੰ ਪਰਮੇਸ਼ਰ ਦਾ ਦਾਸ ਪਤਰਸ ਬਿਆਨ ਕਰਦਾ ਆ, ਪੜ੍ਹ ਕੇ ਦੇਖਾਂਗੇ ਰਸੂਲਾਂ ਦੇ ਕਰਤੱਵ 5 ਅਧਿਆਏ ਉਹਦੀ 3 ਆਇਤ। ਤਦ ਪਤਰਸ ਨੇ ਆਖਿਆ ਹਨਾਨੀਆਂ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ? ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ? ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ। ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ। ਹਨਾਨੀਆਂ ਨੂੰ ਲੱਗਾ ਕਿ ਪਤਰਸ ਹੀ ਆਇਆ ਆ। ਹਨਾਨੀਆਂ ਨੂੰ ਲੱਗਾ ਕਿ ਮੇਰੇ ਮੋਹਰੇ ਜਿਹੜਾ ਬੰਦਾ ਖੜਾ ਹੈ ਨਾ, ਇਹ ਪਤਰਸ ਹੀ ਆ, ਜਿਹੜਾ ਮੱਛੀਆਂ ਫੜਦਾ ਸੀ, ਜਿਹਨੂੰ ਸ਼ਮੌਨ ਕਹਿੰਦੇ ਹੁੰਦੇ ਸੀ। ਉਹ ਸ਼ਮੌਨ ਇੱਧਰ ਆ, ਉਹ ਸ਼ਮੌਨ ਉੱਧਰ ਜਾ। ਉਹਨੂੰ ਲੱਗਾ ਕਿ ਉਹੀ ਆਇਆ, ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਅੱਜ ਤੇਰੇ ਸਾਹਮਣੇ ਖੜਾ ਆ ਉਹ ਸ਼ਮੌਨ ਨਹੀਂ ਆ, ਖੁਦਾ ਦਾ ਦਾਸ ਪਤਰਸ ਆ। ਕਹਿੰਦਾ ਤੇਰੇ ਮਨ 'ਚ ਸ਼ੈਤਾਨ ਕਿਉਂ ਸਮਾਇਆ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ? ਉਹ ਕਹਿੰਦਾ ਹੁਣ ਆਇਆ ਪਤਰਸ, ਕਹਿੰਦਾ ਉਹ ਹਨਾਨੀਆਂ ਕਹਿੰਦਾ ਹੁਣ ਇਹ ਕਿਦਾਂ ਹੋ ਗਿਆ? ਚੋਰੀ ਅੰਦਰ ਮੈਂ ਕੀਤੀ ਆ, ਹੇਰਾ ਫੇਰੀ ਅੰਦਰ ਮੈਂ ਕੀਤੀ ਆ, ਝੂਠ ਮੈਂ ਆਪਣੀ ਟੀਮ ਨੂੰ ਬੋਲਣ ਲਈ ਸਲਾਹ ਦਿੱਤੀ ਆ, ਇਹਨੂੰ ਕਿਦਾਂ ਪਤਾ ਲੱਗ ਗਿਆ? ਇਹਨੂੰ ਕਿਦਾਂ ਪਤਾ ਲੱਗ ਗਿਆ ਕਿ ਸ੍ਰਿਸ਼ਟੀ ਦੀ ਕੋਈ ਵਸਤੂ ਪਰਮੇਸ਼ਰ ਦੀ ਨਜ਼ਰ ਤੋਂ ਛੁਪੀ ਹੋਈ ਹੈ? ਜਿਹੜਾ ਮੰਨਦਾ ਕਿ ਛੁਪੀ ਹੋਈ ਹੈ ਆਪਣੇ ਹੱਥ ਖੜਾ ਕਰੋ। ਜਿਹੜਾ ਮੰਨਦਾ ਕਿ ਹਾਂ ਪ੍ਰਭੂ ਤੋਂ ਕੁਝ ਛੁਪਿਆ ਹੋਇਆ ਹੈਗਾ ਸ੍ਰਿਸ਼ਟੀ ਦਾ। ਕੋਈ ਵੀ ਵਸਤੂ ਪਰਮੇਸ਼ਰ ਦੀਆਂ ਨਜ਼ਰਾਂ ਤੋਂ ਛੁਪੀ ਹੋਈ ਨਹੀਂ ਆ। ਤੁਹਾਡੇ ਮਨ ਦੀ ਕੋਈ ਵੀ ਦਲੀਲ ਪਰਮੇਸ਼ਰ ਦੀਆਂ ਅੱਖਾਂ ਤੋਂ ਛੁਪੀ ਹੋਈ ਨਹੀਂ ਆ। ਤੁਹਾਡੇ ਮਨ ਦੀ ਸੋਚ ਪਰਮੇਸ਼ਰ ਤੋਂ ਛੁਪੀ ਹੋਈ ਨਹੀਂ ਆ। ਇੱਥੇ ਕਿਸੇ ਨੇ ਆ ਕੇ ਨਹੀਂ ਪਤਰਸ ਨੂੰ ਦੱਸਿਆ ਸੀਗਾ ਕਿ ਇਹਨੇ ਜ਼ਮੀਨ ਇੰਨੇ ਦੀ ਵੇਚੀ ਸੀ, ਇੰਨੀ ਜ਼ਮੀਨ ਵੇਚੀ ਆ, ਇੰਨਾ ਪੈਸਾ ਰੱਖ ਲਿਆ। ਪਰ ਮੇਰੇ ਜਦੋਂ ਪਤਰਸ ਨੇ ਪੁੱਛਿਆ ਕੀ ਇਹ ਇੰਨੇ ਦੀ ਹੀ ਵਿਕੀ ਸੀ, ਉਹ ਕਹਿੰਦਾ ਹਾਂ ਇੰਨੇ ਦੀ ਹੀ ਵਿਕੀ। ਤੇ ਮੇਰੇ ਜੋ ਪਤਰਸ ਨੇ ਕਿਹਾ ਹੇ ਹਨਾਨੀਆਂ ਤੇਰੇ ਮਨ ਵਿੱਚ ਸ਼ੈਤਾਨ ਕਿਉਂ ਸਮਾਇਆ? ਹਾਲੇਲੂਇਆ। ਕੀਮਤ ਦੱਸੀ ਜਵਾਨ ਤੋਂ ਝੂਠੀ ਹਨਾਨੀਆਂ ਨੇ, ਤੇ ਪਤਰਸ ਨੇ ਮਨ ਦੀ ਗੱਲ ਕਿਉਂ ਕਹੀ? ਹਨਾਨੀਆਂ ਦੀ ਬੋਲੀ ਦਾ ਜੀਭ ਝੂਠ, ਤੇ ਪਰਮੇਸ਼ਰ ਦੇ ਦਾਸ ਨੇ ਮਨ ਨੂੰ ਕਿਉਂ ਫੜਿਆ? ਜਿਵੇਂ ਪਹਿਲਾਂ ਦੱਸਿਆ ਕਿ ਪਰਮੇਸ਼ਰ ਨੇ ਤੁਹਾਡੀ ਜੀਭ ਨੂੰ ਨਹੀਂ ਫੜਨਾ, ਪਰਮੇਸ਼ਰ ਨੇ ਤੁਹਾਡੇ ਮਨ ਨੂੰ ਫੜਨਾ। ਇਸੇ ਲਈ ਲਿਖਿਆ ਜੋ ਤੁਹਾਡੇ ਮਨ ਵਿੱਚ ਆ ਸੋਈ ਜ਼ੁਬਾਨ ਦੇ ਉੱਤੇ ਹੋਣਾ। ਜੋ ਭਾਂਡੇ ਦੇ ਵਿੱਚ ਆ ਨਾ, ਜਦੋਂ ਉਹ ਚੋਂ ਕੱਢਾਂਗੇ ਭਾਂਡੇ ਦੇ ਮੂੰਹ ਨੂੰ ਉਹੋ ਹੀ ਲੱਗਣਾ। ਜੋ ਭਾਂਡੇ ਦੇ ਵਿੱਚ ਆ ਨਾ, ਬਾਲਟੀ ਦੇ ਵਿੱਚ ਜੇ ਦੁੱਧ ਆ ਨਾ ਉਹ ਤੋਂ ਢੱਕਿਆ ਹੋਇਆ, ਜਦੋਂ ਉਹਨੂੰ ਉਲਟਾਓਗੇ ਨਾ, ਬੇਸ਼ੱਕ ਸਾਰਾ ਹੀ ਦੁੱਧ ਦੂਜੇ ਭਾਂਡੇ 'ਚ ਪਾ ਦਿਓ, ਪਰ ਬਾਲਟੀ ਦੇ ਮੂੰਹ ਨੂੰ ਦੁੱਧ ਹੀ ਲੱਗਾ ਹੋਣਾ ਆ, ਸ਼ਹਿਦ ਨਹੀਂ ਲੱਗਾ ਹੋਣਾ। ਪਤਰਸ ਨੂੰ ਪਤਾ ਸੀ ਕਿ ਇਹਦੀ ਜ਼ੁਬਾਨ ਝੂਠ ਬੋਲ ਰਹੀ ਆ, ਤੇ ਪਤਰਸ ਉਹਦੀ ਜ਼ੁਬਾਨ ਦੀ ਗੱਲ ਨਹੀਂ ਕਰ ਰਿਹਾ, ਉਹਦੇ ਮਨ ਦੀ ਗੱਲ ਕਰਦਾ। ਪੜ੍ਹੀਏ, ਤੇਰੇ ਮਨ ਵਿੱਚ। ਤਦ ਪਤਰਸ ਨੇ ਹਨਾਨੀਆਂ ਨੂੰ ਆਖਿਆ, ਹਨਾਨੀਆਂ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ? ਹਨਾਨੀਆਂ ਸ਼ੈਤਾਨ ਤੇਰੇ ਮਨ 'ਚ ਕਿਉਂ ਸਮਾਇਆ? ਹਾਂਜੀ, ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ। ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ। ਜਦੋਂ ਜ਼ਮੀਨ ਤੇਰੀ ਸੀ ਕਿ ਤੇਰੀ ਨਹੀਂ ਸੀ? ਜਦੋਂ ਵਿਕ ਗਈ ਆ ਤਦ ਵੀ ਉਹ ਤੇਰੀ ਆ, ਵੀ ਜ਼ਮੀਨ ਵੀ ਤੇਰੀ ਸੀ, ਉਹਦੀ ਕੀਮਤ ਵੀ ਤੇਰੀ ਆ, ਪਰ ਤੂੰ ਝੂਠ ਕਿਉਂ ਬੋਲਦਾ? ਤੇ ਤੂੰ ਮੰਗਿਆ ਥੋੜੋ ਕਿਸੇ ਨੇ ਕੁਛ, ਪਰ ਤੂੰ ਪਵਿੱਤਰ ਆਤਮਾ ਨਾਲ ਝੂਠ ਕਿਉਂ ਬੋਲਦਾ? ਗੱਲ ਝੂਠ ਦੀ ਸੀ। ਨਾ ਜ਼ਮੀਨ ਵੇਚਦਾ, ਨਾ ਕੀਮਤ ਲੈ ਕੇ ਦਿੰਦਾ। ਪ੍ਰਭੂ ਨੂੰ ਇਸ ਗੱਲ ਦਾ ਗੁੱਸਾ ਨਹੀਂ ਆ। ਆਤਮਾ ਨੂੰ ਗੁੱਸਾ ਇਹ ਆ ਕਿ ਤੂੰ ਮੇਰੇ ਸਨਮੁਖ ਝੂਠ ਬੋਲੇ। ਜੇ ਝੂਠ ਬੋਲਦੇ ਆ ਤਾਂ ਫਿਰ ਝੂਠ ਸੁਣਨ ਵਾਲੇ ਦਾ ਨੁਕਸਾਨ ਨਹੀਂ ਆ, ਝੂਠ ਬੋਲਣ ਵਾਲੇ ਦਾ ਆ। ਜੀਵ ਨੇ ਬੋਲਿਆ ਝੂਠ, ਹਨਾਨੀਆਂ ਦੀ ਜੀਵ ਨੇ ਬੋਲਿਆ ਝੂਠ। ਪਤਰਸ ਨੇ ਦੱਸ ਦਿੱਤਾ ਇਹਦੀਆਂ ਜਿਹੜੇ ਝੂਠ ਦੀਆਂ ਜੜ੍ਹਾਂ ਪਾਪ ਆ, ਤੇ ਪਾਪ ਤੇਰੇ ਮਨ ਵਿੱਚ ਆ, ਕਿਉਂਕਿ ਜਦੋਂ ਪਾਪ ਤੇਰੇ ਮਨ 'ਚ ਤਦੇ ਤੁਹਾਡੀ ਜੀਵ ਦੇ ਉੱਤੇ ਝੂਠ ਆਇਆ, ਉਹਦਾ ਫਲ ਆਇਆ। ਤੇ ਇਹਦਾ ਫਲ ਕੀ ਆ? ਉਸ ਝੂਠ ਦਾ ਜੋ ਜ਼ੁਬਾਨ ਤੋਂ ਬੋਲੀ, ਉਹਦਾ ਫਲ ਕੀ ਆ? ਕਹਿੰਦਾ ਮੌਤ। ਲਿਖਿਆ ਗਿਆ
ਕਿ ਅਜੇ ਇਹ ਗੱਲਾਂ ਕੀਤੀਆਂ ਹੀ ਆ ਤੇ ਹਨਾਨੀਆਂ ਉਸੇ ਵੇਲੇ ਮੁੱਦੇ ਮੂੰਹ ਡਿੱਗ ਪਿਆ ਤੇ ਆਪਣੀ ਸਵਾਸ ਛੱਡ ਦਿੱਤੇ। ਹਾਲੇਲੂਇਆ। ਪੜ੍ਹਦੇ ਜੀਏ। ਹਨਾਨੀਆਂ ਇਹ ਗੱਲਾਂ ਸੁਣਦਿਆਂ ਸਾਰ ਡਿੱਗ ਪਿਆ। ਹਨਾਨੀਆਂ ਇਹ ਗੱਲਾਂ ਸੁਣਦੇ ਸਾਰ ਡਿੱਗ ਪਿਆ। ਉਹਨੇ ਪ੍ਰਾਣ ਛੱਡ ਦਿੱਤੇ। ਅਤੇ ਉਹਨੇ ਪ੍ਰਾਣ ਛੱਡ ਦਿੱਤੇ। ਹਾਲੇਲੂਇਆ। ਜੀਵਨ ਤੇ ਮੌਤ ਜੀਵ ਦੇ ਵੱਸ ਵਿੱਚ ਆ। ਜੇ ਤੁਹਾਨੂੰ ਲੱਗਦਾ ਨਾ ਕਿ ਪਾਸਟਰ ਨਾਲ ਅਸੀਂ ਝੂਠ ਬੋਲ ਕੇ ਲੈ ਜੀ ਬੜੀ ਖੱਟੀ ਖੱਟ ਲਈ ਆ, ਬੜੀ ਇੱਜ਼ਤ ਕਮਾ ਲਈ ਹੋਣੀ ਆ ਕਿ ਪਾਸਟਰ ਕਹਿੰਦਾ ਲੈ ਜੀ ਸੱਚੇ ਹੀ ਬੰਦੇ ਇਹ, ਧਿਆਨ ਦਿਓ। ਅੱਜ ਤੱਕ ਜੇ ਝੂਠ ਬੋਲ ਕੇ ਤੁਹਾਨੂੰ ਲੱਗਦਾ ਕਿ ਅਸੀਂ ਬੜੀ ਖੱਟੀ ਖੱਟੀ ਆ, ਧਿਆਨ ਦਿਓ, ਇੱਕ ਦਿਨ ਏਦਾਂ ਦਾ ਆਉਣਾ ਆ ਜਦੋਂ ਕਿਸੇ ਨੇ ਵੀ ਸਾਰ ਨਹੀਂ ਲੈਣੀ, ਨਾ ਖੁਦਾ ਨੇ ਨਾ ਜਹਾਨ ਨੇ। ਪਤਰਸ ਨੇ ਕਿਹਾ ਹਨਾਨੀਆਂ ਸ਼ੈਤਾਨ ਤੇਰੇ ਮਨ ਵਿੱਚ ਸਮਾਇਆ, ਇਸੇ ਲਈ ਤੇਰੀ ਜ਼ੁਬਾਨ ਝੂਠ ਬੋਲ ਰਹੀ ਆ। ਝੂਠ ਬੋਲਣਾ ਪਾਪ ਆ ਤੇ ਪਾਪ ਦੀ ਮਜ਼ਦੂਰੀ ਮੌਤ ਆ, ਲਿਖਿਆ ਗਿਆ। ਹਨਾਨੀਆਂ ਜਦੋਂ ਇਹ ਗੱਲ ਸੁਣੀ ਉਸੇ ਵੇਲੇ ਜ਼ਮੀਨ ਦੇ ਉੱਤੇ ਡਿੱਗਿਆ ਤੇ ਆਪਣੇ ਪ੍ਰਾਣ ਛੱਡ ਦਿੱਤੇ। ਤੇ ਉਸ ਤੋਂ ਬਾਅਦ ਉਹਦੀ ਪਤਨੀ ਵੀ ਬਾਹਰ ਆਈ ਆ। ਉਸ ਨੂੰ ਇਹ ਨਹੀਂ ਪਤਾ ਸੀ ਕਿ ਮੇਰਾ ਭਰਤਾ ਮਰ ਚੁੱਕਾ ਆ, ਉਹਨੂੰ ਇਹ ਨਹੀਂ ਪਤਾ ਸੀ। ਲਿਖਿਆ ਗਿਆ ਆ ਚੇਲਿਆਂ ਨੇ ਚੁੱਕਿਆ ਤੇ ਆਲੂਆਂ ਨੇ ਚੁੱਕਿਆ ਤੇ ਉਹਨੂੰ ਦਫਨਾਉਣ ਲਈ ਲੈ ਗਏ। ਮਾਤਮ ਵੀ ਨਹੀਂ ਹੋਣ ਦਿੱਤਾ। ਏਦਾਂ ਦੇ ਹਾਲਾਤ ਹੋ ਗਏ, ਮਾਤਮ ਵੀ ਨਹੀਂ। ਲਿਖਿਆ ਕਿ ਉਹਦੀ ਪਤਨੀ ਸਫੀਰਾ ਆਈ, ਉਹਨੂੰ ਪੁੱਛਿਆ ਗਿਆ ਕਿ ਉਹ ਇਹ ਜ਼ਮੀਨ ਓਨੇ ਦੀ ਹੀ ਵਿਕੀ ਆ। ਹਾਂਜੀ। ਉਹ ਬੋਲੀ ਆਹੋ ਇੰਨੇ ਹੀ ਨੂੰ। ਪਤਨੀ ਵੀ ਹੁਣ ਕੀ ਕਹਿੰਦੀ ਆ? ਕਹਿੰਦੀ ਆਹੋ ਇੰਨੇ ਦੀ। ਹੁਣ ਉਹਦੀ ਜ਼ੁਬਾਨ ਤੇ ਕੀ ਆ ਗਿਆ? ਪਤਨੀ ਦੀ ਜ਼ੁਬਾਨ ਤੇ ਕੀ ਆਇਆ? ਕਿੱਡੇ ਭਗਤ ਸੀ ਹਨਾਨੀਆਂ ਤੇ ਸਫੀਰਾ, ਕਿੱਡੇ ਭਗਤ ਸੀ ਹਨਾਨੀਆਂ ਤੇ ਸਫੀਰਾ, ਕਿੱਡੇ ਭਗਤ ਆ। ਤੁਹਾਡੇ ਚੋਂ ਕੋਈ ਐਡਾ ਦਾ ਭਗਤ ਹੈਗਾ ਜਿਹਨੇ ਆਪਣੀ ਜ਼ਮੀਨ ਵੇਚ ਕੇ ਰੱਬ ਦੀ ਵਰਤੀ ਹੋਵੇ? ਕਰੋ ਹੱਥ ਖੜਾ। ਜਿਹਨੇ ਆਪਣੀ ਜ਼ਮੀਨ ਵੇਚ ਕੇ, ਆਪਣੀ ਗੱਡੀ ਵੇਚ ਕੇ, ਆਪਣੀ ਬਾਈਕ ਵੇਚ ਕੇ, ਆਪਣੀ ਘੜੀ ਵੇਚ ਕੇ, ਆਪਣਾ ਕੋਟ ਪੈਂਟ ਵੇਚ ਕੇ ਰੱਬ ਦਾ ਕੋਈ ਕੰਮ ਕੀਤਾ ਹੋਵੇ? ਹੱਥ ਖੜਾ ਕਰੋ। ਕਿਸੇ ਨੇ ਆਪਣੀ 300 ਦੀ ਘੜੀ ਵੇਚ ਕੇ ਵੀ ਕਦੀ ਰੱਬ ਦਾ ਕੰਮ ਕੀਤਾ? ਨਹੀਂ। ਪਰ ਹਨਾਨੀਆਂ ਤੇ ਸਫੀਰਾ ਕਿੱਡੇ ਭਗਤ ਆ, ਆਪਣੀ ਜ਼ਮੀਨ ਵੇਚ ਕੇ ਰੱਬ ਦਾ ਕੰਮ ਕਰਨ ਲਈ ਨਿਕਲੇ ਸੀ। ਹਾਲੇਲੂਇਆ। ਉਦਾਂ ਦੇ ਭਗਤ ਇੱਥੇ ਹੈ ਹੀ ਕੋਈ ਨਹੀਂ ਆ। ਮੈਂ ਗੱਲ ਮੇਰੇ ਤੋਂ ਦਾਨ ਦੀ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਆ ਭਗਤੀ ਦੀ, ਕਿ ਉਹ ਕਿੱਡੇ ਭਗਤ ਸੀ। ਪਰ ਭਗਤਾਂ ਨੂੰ ਸ਼ੈਤਾਨ ਫੜ ਲੈਂਦਾ। ਹਨਾਨੀਆਂ ਮਰ ਗਿਆ, ਦਫਨਾਉਣ ਲਈ ਲੈ ਗਏ ਆ। ਲਿਖਿਆ ਗਿਆ ਤਦ ਹੀ ਉਹਦੀ ਘਰ ਵਾਲੀ ਸਫੀਰਾ ਬਾਹਰ ਨਿਕਲੀ ਆ। ਪਤਰਸ ਨੇ ਪੁੱਛਿਆ ਕਿ ਇਹ ਜ਼ਮੀਨ ਐਨੇ ਦੀ ਵਿਕੀ ਜਿਹੜੀ ਥੱਬੀ ਇੱਥੇ ਰੱਖੀ ਆ? ਉਹ ਅੱਗੇ ਕਹਿੰਦੀ ਆਹੋ। ਜਨਾਨੀ ਵੀ ਹੁਣ ਆਪਣੇ ਮਰਦ ਦੀ ਪਿੱਛੇ ਬੋਲ ਪਈ। ਕਈ ਵਾਰ ਅਸੀਂ ਵੀ ਕਹਿੰਦੇ ਆਪਣੀ ਤੀਵੀਂ ਨੂੰ ਸਿਖਾ ਕੇ ਲਿਆਉਂਦੇ ਆ, ਏਦਾਂ ਹੀ ਕਹਿਣਾ, ਏਦਾਂ ਹੀ ਕਹਿਣਾ, ਬਸ ਉਹ ਇੰਨੀ ਗੱਲ ਤੋਂ ਟਿਕੀ ਰਹੀ। ਉਹ ਤੋਂ ਬਾਅਦ ਤੂੰ ਬਾਹਰ ਨਿਕਲੇ ਵੀ ਬਾਕੀ ਗੱਲਾਂ ਮੈਂ ਆਪੇ ਸਾਂਭ ਲੂੰ। ਉਹ ਤੁਸੀਂ ਕੀ ਸਾਂਭ ਲਓਗੇ ਪਵਿੱਤਰ ਆਤਮਾ ਦੇ ਸਾਹਮਣੇ? ਹੈਗੀ ਜ਼ਰੂਰਤ ਕਿਸੇ ਕੋਲ ਪਵਿੱਤਰ ਆਤਮਾ ਦੇ ਸਾਹਮਣੇ ਝੂਠ ਬੋਲਣ ਦੀ? ਹਨਾਨੀਆਂ ਨੇ ਬੋਲਿਆ ਕਿੱਥੇ ਚਲਾ ਗਿਆ? ਖਤਮ ਹੋ ਗਿਆ। ਹਾਲੇਲੂਇਆ। ਖਤਮ ਹੋ ਗਿਆ। ਤੇ ਉਹ ਤਾਂ ਖਤਮ ਹੋ ਗਿਆ, ਉਹਦੇ ਕੋਲ ਮੌਕਾ ਨਹੀਂ ਸੀਗਾ। ਉਹ ਤੋਂ ਮੌਕਾ ਨਹੀਂ ਸੀ ਆਪਣੀ ਜਨਾਨੀ ਨੂੰ ਅੰਦਰ ਜਾ ਕੇ ਕਹਿ ਦਿੰਦਾ ਕਿ ਭਲੀਏ ਮਾਨਸੇ ਮੈਂ ਤਾਂ ਹੁਣ ਝੂਠ ਬੋਲ ਬੈਠਾ, ਤੂੰ ਹੁਣ ਸਹੀ ਸੱਚ ਬੋਲ ਦਵੀਂ। ਮੌਕਾ ਨਹੀਂ ਸੀ, ਕਿਉਂਕਿ ਜਦੋਂ ਰੱਬ ਆਪਣੀ ਆਈ ਤੇ ਆਉਂਦਾ ਆ ਫਿਰ ਕੱਲਿਆਂ ਨੂੰ ਨਹੀਂ, ਸ਼ਾਉਲ ਨੂੰ ਕੱਲੇ ਨੂੰ ਨਹੀਂ, ਪੁੱਤਰਾਂ ਨੂੰ ਵੀ ਨਾਲ ਹੀ ਖਤਮ ਕਰ ਦਿੱਤਾ ਸੀ। ਹਾਲੇਲੂਇਆ। ਧਿਆਨ ਦਿਓ, ਸ਼ਾਉਲ ਨੂੰ ਕੱਲੇ ਨੂੰ ਨਹੀਂ, ਕਹਿੰਦਾ ਇਹਦੇ ਬੀਜ ਨੂੰ ਵੀ ਖਤਮ ਕਰਾਂਗਾ। ਏਲੀ ਕੱਲੇ ਨੂੰ ਨਹੀਂ, ਉਹਦੇ ਬੀਜ ਨੂੰ ਵੀ ਖਤਮ ਕਰ ਦਿੱਤਾ ਸੀ। ਹਨਾਨੀਆਂ ਤੇ ਸਫੀਰਾ ਵੀ ਏਦਾਂ ਹੀ ਆਏ ਆ। ਲਿਖਿਆ ਬਾਈਬਲ ਦੇ ਵਿੱਚ, ਲਿਖਿਆ ਕਹਿੰਦੀ ਕਿ ਹਨਾਨੀਆਂ ਸਫੀਰਾ ਕੀ ਐਨੇ ਦੀ ਵਿਕੀ? ਕਹਿੰਦੀ ਆਹੋ ਐਨੇ ਦੀ ਵਿਕੀ। ਅੱਗੇ ਤਦ ਪਤਰਸ ਨੇ ਉਹਨੂੰ ਕਿਹਾ, ਤਦ ਪਤਰਸ ਨੇ ਉਹਦੀ ਪਤਨੀ ਨੂੰ ਸਫੀਰਾ ਨੂੰ ਕਿਹਾ ਕਿਉਂ ਤੁਸੀਂ ਪ੍ਰਭੂ ਦੀ ਆਤਮਾ ਦੇ ਪਰਤਾਉਣ ਨੂੰ ਪਰਤਾਉਣ ਦੇ ਲਈ ਏਕਾ ਕੀਤਾ। ਵੇਖ ਤੇਰੇ ਭਰਤਾ ਦੇ ਦੱਬਣ ਵਾਲਿਆਂ ਦੇ ਪੈਰ, ਤੇਰੇ ਦਰ ਉੱਤੇ ਆ ਚੁੱਕੇ ਆ। ਹਾਲੇਲੂਇਆ। ਕਹਿੰਦਾ ਕਿ ਕਿਉਂ ਤੁਸੀਂ ਏਕਾ ਕੀਤਾ ਝੂਠ ਬੋਲਣ ਦਾ? ਪਤੀ ਵੀ ਝੂਠ ਬੋਲੀ ਜਾਂਦਾ, ਪਤਨੀ ਵੀ ਝੂਠ ਬੋਲੀ ਜਾਂਦੀ। ਜੇ ਪਤੀ ਵੀ ਪਰਮੇਸ਼ਰ ਦੇ ਆਤਮਾ ਨਾਲ ਝੂਠ ਬੋਲਦਾ, ਪਤਨੀ ਵੀ ਪਰਮੇਸ਼ਰ ਦੇ ਆਤਮਾ ਨਾਲ ਝੂਠ ਬੋਲਦੀ ਹੈ। ਧਿਆਨ ਦਿਓ, ਤੁਹਾਡੇ ਬੱਚੇ ਵੀ ਝੂਠ ਬੋਲਣ ਵਾਲੇ ਹੀ ਹੋਣਗੇ। ਝੂਠ ਦੀ ਕੋਈ ਮਿਆਦ ਨਹੀਂ ਹੁੰਦੀ, ਝੂਠ ਦੀ ਕੋਈ ਜੜ ਨਹੀਂ ਹੁੰਦੀ, ਝੂਠ ਦੇ ਵਿੱਚ ਕਦੀ ਵੀ ਜ਼ਿੰਦਗੀ ਨਹੀਂ ਹੁੰਦੀ। ਜੇ ਲੱਗਦਾ ਕਿ ਝੂਠ ਬੋਲਣ ਨਾਲ ਥੋੜਾ ਜਿਹਾ ਲਾਭ ਹੋ ਗਿਆ ਆ, ਇਹੀ ਲਾਭ ਤੁਹਾਡੇ ਅੱਗੇ ਦੇ ਸੁੱਖ ਨੂੰ ਗਵਾ ਦੇਗਾ, ਤੁਸੀਂ ਲੱਭੋਗੇ। ਹਾਲੇਲੂਇਆ। ਆਪਣੇ ਆਪ ਤੋਂ ਵਾਕਿਫ ਹੋਵੋ। ਕਹਿੰਦੇ ਹੈਗੇ ਲਓ ਜੀ ਅਸੀਂ ਇੰਨੀ ਪ੍ਰਾਰਥਨਾ ਸ਼ੁਰੂ ਕਰਤੀ, ਆਹ ਵੀ ਕਰਨ ਲੱਗ ਪਏ, ਆਹ ਵੀ ਕਰਨ ਲੱਗ ਪਏ। ਤੁਸੀਂ ਉਹ ਚੀਜ਼ਾਂ ਦੱਸੀ ਜਾਂਦੇ ਨਹੀਂ, ਦਿਖਾਉਣ ਵਾਲੀਆਂ। ਕਦੀ ਆਪਣੀ ਜੀਭ ਬਾਰੇ ਵੀ ਸੋਚਿਆ ਕਿ ਸਾਡੀ ਜੀਭ ਬੋਲਦੀ ਕੀ ਆ?
ਅਸੀਂ ਬੋਲਦੇ ਕੀ ਆ? ਕਿਉਂਕਿ ਸ਼ੈਤਾਨ ਸਹਿਜ ਨਾਲ ਹੀ ਮਨ ਉੱਤੇ ਤੇ ਮਨ ਸਹਿਜ ਨਾਲ ਹੀ ਜ਼ੁਬਾਨ ਤੇ ਪ੍ਰਗਟ ਹੋ ਜਾਂਦਾ। ਹਾਲੇਲੂਇਆ। ਸਹਿਜ ਨਾਲ ਹੀ, ਥੋੜੇ ਜਿਹੇ ਲਾਲਚ ਨਾਲ ਹੀ। ਹਨਾਨੀਆਂ ਥੋੜੇ ਜਿਹੇ ਲਾਲਚ ਕਰਕੇ, ਉਹਦੇ ਮਨ 'ਚ ਥੋੜਾ ਲਾਲਚ ਆਇਆ ਤੇ ਉਸ ਲਾਲਚ ਕਰਕੇ ਜ਼ੁਬਾਨ ਤੋਂ ਝੂਠ ਬੋਲ ਦਿੱਤਾ। ਸ਼ਫੀਰਾ ਦੇ ਮਨ 'ਚ ਥੋੜਾ ਜਿਹਾ ਲਾਲਚ ਆਇਆ, ਆਪਣੇ ਪਤੀ ਦੀ ਅਧੀਨਗੀ 'ਚ ਆ ਗਈ, ਉਹਨੇ ਵੀ ਆਪਣੇ ਪਤੀ ਦੇ ਪਿੱਛੇ ਲੱਗ ਕੇ ਝੂਠ ਬੋਲ ਦਿੱਤਾ। ਹਾਲੇਲੂਇਆ। ਪਤਰਸ ਨੇ ਕਿਹਾ, ਤੁਸੀਂ ਕਿਉਂ ਏਕਾ ਕੀਤਾ ਆ ਪਰਮੇਸ਼ਰ ਦੀ ਆਤਮਾ ਨੂੰ ਪਰਤਾਉਣ ਦਾ? ਇੱਕ ਗਲਤ ਹੋਵੇ ਤੇ ਮੇਰੇ ਜੋ ਦੂਜਾ ਪ੍ਰਾਰਥਨਾ ਕਰੇ ਤੇ ਸਰ ਜਾਂਦਾ ਆ। ਬਾਈਬਲ 'ਚ ਲਿਖਿਆ ਗਿਆ, ਤੁਸੀਂ ਇੱਕ ਦੂਜੇ ਲਈ ਪ੍ਰਾਰਥਨਾ ਕਰੋ। ਤੁਸੀਂ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ। ਜੇ ਪਤੀ ਭੀਖ ਆ, ਪਤੀ ਝੂਠ ਬੋਲਦਾ ਆ, ਤੇ ਪਤਨੀ ਉਹਦੇ ਲਈ ਪ੍ਰਾਰਥਨਾ ਕਰੇ ਤੇ ਪਰਮੇਸ਼ਰ ਉਹਦੇ ਪਤੀ ਨੂੰ ਬਚਾ ਲਏਗਾ। ਜੇ ਪਤਨੀ ਝੂਠ ਬੋਲਦੀ ਆ, ਪਤੀ ਉਹਦੇ ਲਈ ਪ੍ਰਾਰਥਨਾ ਕਰੇ ਕਿ ਮੇਰੀ ਘਰ ਵਾਲੀ ਦੇ ਜੀਵ ਦੇ ਉੱਤੇ ਝੂਠ ਆ, ਤੇ ਇਹਦਾ ਮਤਲਬ ਇਹਦੇ ਅੰਦਰ ਸ਼ੈਤਾਨ ਆ, ਤੇ ਇਸੇ ਸ਼ੈਤਾਨ ਨੇ ਮੇਰੀ ਫੈਮਿਲੀ ਦਾ ਨਾਸ਼ ਕਰ ਦੇਣਾ ਆ, ਮੈਨੂੰ ਘਾਟਾ ਪਾਉਣਾ ਆ, ਮੇਰੇ ਫਿਊਚਰ ਨੂੰ ਘਾਟਾ ਪਾਉਣਾ ਆ, ਮੇਰੀਆਂ ਸਾਰੀਆਂ ਪਲੈਨਿੰਗਾਂ ਫੇਲ ਹੋ ਜਾਣਗੀਆਂ ਆ। ਮੈਂ ਆਪਣੀ ਪਤਨੀ ਲਈ ਪ੍ਰਾਰਥਨਾ ਕਰਦਾ ਆ ਕਿ ਪਰਮੇਸ਼ਰ ਮੇਰੀ ਪਤਨੀ ਨੂੰ ਝੂਠ ਤੋਂ ਮੋੜ, ਝੂਠ ਬੋਲਣਾ ਇਹ ਬੰਦ ਕਰ ਦੇਵੇ, ਤਾਂ ਇੱਕ ਦੂਜੇ ਦੇ ਲਈ ਕੀਤੀ ਪ੍ਰਾਰਥਨਾ ਦਾ ਉੱਤਰ ਆਵੇਗਾ ਤੇ ਘਰ 'ਚ ਸੱਚਾਈ ਆ ਜਾਵੇਗੀ। ਤੇ ਜੇ ਹਨਾਨੀਆਂ ਦੇ ਵਾਂਗ ਪਤੀ ਵੀ ਝੂਠ ਬੋਲੇ ਤੇ ਸਿੱਖਿਆ ਉਹਦੀ ਪਤਨੀ ਵੀ ਉਦਾਂ ਹੀ ਬੋਲੀ ਜਾਵੇ, ਤਾਂ ਧਿਆਨ ਦਿਓ, ਤੀਜਾ ਤੁਹਾਡਾ ਬੱਚਾ ਵੀ ਝੂਠ ਬੋਲਣ ਤੋਂ ਪਿੱਛੇ ਕਦੀ ਨਹੀਂ ਹਟੇਗਾ। ਹਾਲੇਲੂਇਆ। ਜੇ ਏਲੀ ਸਹੀ ਨਹੀਂ ਸੀ ਤਾਂ ਏਲੀ ਦੇ ਬੱਚੇ ਵੀ ਸਹੀ ਨਹੀਂ ਸੀ। ਜੇ ਏਲੀ ਦੇ ਬੱਚੇ ਨਾਸ਼ ਕੀਤੇ ਤਾਂ ਰੱਬ ਨੇ ਏਲੀ ਵੀ ਖਤਮ ਕਰ ਦਿੱਤਾ। ਜੇ ਮੇਰੇ ਜੋ ਸ਼ਾਉਲ ਸਹੀ ਨਹੀਂ ਸੀ ਤਾਂ ਪਰਮੇਸ਼ਰ ਨੇ ਸ਼ਾਉਲ ਦੇ ਨਾਲ ਉਹਦੇ ਬੱਚੇ ਵੀ ਖਤਮ ਕਰਕੇ ਰੱਖ ਦਿੱਤੇ। ਗਿਹਾਜੀ ਨੇ ਝੂਠ ਬੋਲਿਆ, ਗਿਹਾਜੀ ਨੇ ਝੂਠ ਬੋਲਿਆ, ਆਪਣੇ ਆਪ ਨੂੰ ਜਾਂਚੋ। ਗਿਹਾਜੀ ਨੇ ਜਦੋਂ ਝੂਠ ਬੋਲਿਆ ਰਾਜਾ ਦੀ ਕਿਤਾਬ ਦੇ ਵਿੱਚ ਤਾਂ ਲਿਖਿਆ ਗਿਆ ਆ, ਅਲੀਸ਼ਾ ਨੇ ਉਹਨੂੰ ਕੀ ਕਿਹਾ? ਅਲੀਸ਼ਾ ਨੇ ਕਿਹਾ, ਜਾ ਤੇਰੇ ਝੂਠ ਦੀ ਕਮਾਈ ਜਿਹੜੀ ਹੈ ਨਾ ਤੇਰੇ ਉੱਤੇ ਤੇ ਤੇਰੇ ਬੱਚਿਆਂ ਤੋਂ ਕਦੀ ਹਟ ਨਹੀਂ ਹੋਵੇਗੀ। ਭਾਵ ਨਮਾਨ ਦਾ ਕੋੜ ਨਾ ਤੇਤੋਂ ਤੇ ਨਾ ਤੇਰੇ ਬੱਚਿਆਂ ਤੋਂ ਕਦੀ ਕਿਸੇ ਵਿਧ ਵੀ ਹਟ ਨਹੀਂ ਹੋਵੇਗਾ। ਕਿੱਡਾ ਦੁੱਖ ਲੈ ਲਿਆ ਇੱਕ ਝੂਠ ਨਾਲ, ਕਿੱਡੀ ਪੀੜਾ ਸਹਿਣੀ ਪੈ ਗਈ ਉਹਨੂੰ ਇੱਕ ਝੂਠ ਨਾਲ। ਆਪਣੇ ਤੇ ਤਾਂ ਲਿਆ ਹੀ ਲਿਆ, ਝੂਠ ਬੋਲਿਆ ਗਿਹਾਜੀ ਨੇ, ਅਸਰ ਹੋਇਆ ਉਹਦੇ ਬੱਚਿਆਂ ਤੇ, ਅਸਰ ਹੋਇਆ ਉਹਦੇ ਬੱਚਿਆਂ ਤੇ। ਅਸੀਂ ਬਹੁਤ ਸਹਿਜਲੀ ਮਰੇਜ਼ੋ ਕਹਿੰਦੇ ਨੇ ਕਿ ਝੂਠ ਬੋਲ ਕੇ ਅਸੀਂ ਏਦਾਂ ਬਚ ਜਾਂਦੇ ਆ ਜਿਵੇਂ ਮੱਖਣ ਚੋਂ ਵਾਲ ਤੇ ਦੁੱਧ ਚੋਂ ਮੱਖੀ ਕੱਢ ਦਿੰਦੇ। ਲਓ ਜੀ, ਪਤਾ ਲੱਗਾ? ਮਹਿਸੂਸ ਹੋਇਆ? ਨਹੀਂ, ਬਸ ਝੂਠ ਬੋਲਣਾ ਤਾਂ ਐ ਆ, ਮੇਰੇ ਲਈ ਐ ਆ, ਮੈਂ ਤਾਂ ਬੜੇ ਬੜੇ ਐ ਕਰਦਾ ਵਾਂ, ਮੈਂ ਤਾਂ ਬੜੇ ਬੜੇ ਔਂ ਕਰਦਾ ਵਾਂ। ਪਤਾ ਤਾਂ ਉਹ ਲੱਗਦਾ ਜਦੋਂ ਉਹਦੀ ਚੁਟਕੀ 'ਚ ਫਸਿਆ, ਮੁੜ ਕੇ ਕਿਸੇ ਪਾਸੇ ਨਿਕਲ ਜੋਗਾ ਨਹੀਂ ਛੱਡਦਾ। ਹਾਲੇਲੂਇਆ। ਪਤਰਸ ਨੇ ਕਿਹਾ, ਵੇਖ ਤੇਰੇ ਭਾਰਤਾਂ ਨੂੰ ਦੱਬਣ ਵਾਲੇ ਦਰ ਤੇ ਪਹੁੰਚ ਗਏ ਤੇ ਤੂੰ ਸੱਚ ਬੋਲ। ਕਹਿੰਦੀ ਨਹੀਂ ਜੀ, ਐਨੇ ਦੀ ਵੀ ਕੀ, ਕਿਉਂਕਿ ਪਤੀ ਨੇ ਚੰਡੀੂ ਸੀ, ਪਤੀ ਨੇ ਚੰਡੀੂ ਸੀ। ਭਾਗਵਾਨ ਨੇ ਤੂੰ ਨਹੀਂ ਬੋਲਣਾ। ਜੇ ਦੂਜੀ ਵਾਰ ਪੁੱਛੇ ਨਾ, ਤੂੰ ਬਹਾਨੇ ਨਾਲ ਪਾਣੀ ਲੈਣ ਚੱਲ ਜੀ, ਪਰ ਤੂੰ ਨਹੀਂ ਬੋਲਣਾ। ਏਦਾਂ ਸਿਖਾਉਂਦੇ ਅਸੀਂ ਇੱਕ ਦੂਜੇ ਨੂੰ, ਸਿਖਾਉਂਦੇ ਕਿ ਨਹੀਂ ਸਿਖਾਉਂਦੇ? ਤੇ ਜਦੋਂ ਸਿਖਾਉਂਦੇ ਆ ਤੇ ਬਾਣੀ ਕੀ ਕਹਿੰਦੀ ਆ? ਬਾਣੀ ਕੀ ਕਹਿੰਦੀ ਆ? ਹਾਲੇਲੂਇਆ। ਕਿੰਨੇ ਝੂਠ ਬੋਲਦੇ ਆ ਆਪਣੇ ਆਪ 'ਚ? ਹੱਥ ਖੜਾ ਕਰੋ। ਕਿੰਨਿਆਂ ਨੂੰ ਪਤਾ ਲੱਗਾ ਮੇਰੀ ਜੀਭ ਝੂਠ ਬੋਲਦੀ ਆ? ਕਿੰਨਿਆਂ ਨੂੰ ਅੱਜ ਸਮਝ ਆਈ ਕਿ ਸਾਡੀ ਜੀਭ ਝੂਠ ਬੋਲਦੀ ਆ? 1 2 3 4 5 ਹੋਰ 6 ਹੋਰ 7 ਹੋਰ, ਬਾਕੀ ਸੱਚੇ ਹੀ ਆ। ਦੇਖ ਲਓ, ਹਨਾਨੀਆਂ ਤੇ ਸ਼ਫੀਰਾ ਸਾਹਮਣੇ ਵੀ ਹਨਾਨੀਆਂ ਤੇ ਸ਼ਫੀਰਾ ਨੇ ਵੀ ਪਤਰਸ ਅੱਗੇ ਕਿਹਾ ਸੀ ਅਸੀਂ ਸੱਚੇ ਆ, ਤੇ ਤੁਸੀਂ ਹੱਥ ਥੱਲੇ ਰੱਖ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰ ਰਹੇ ਕਿ ਅਸੀਂ ਸੱਚੇ ਆ। ਹਾਲੇਲੂਇਆ। ਕਈਆਂ ਨੂੰ ਕਈਆਂ ਦਾ ਪਤਾ ਆ, ਸੱਸ ਨੂੰ ਪਤਾ ਆਪਣੀ ਨੂੰਹ ਦਾ ਕਿ ਕਿੰਨੀ ਕੁ ਸੱਚੀ ਆ, ਨੂੰਹ ਨੂੰ ਵੀ ਪਤਾ ਕਿ ਸੱਸ ਮੇਰੀ ਕਿੰਨੀ ਕੁ ਸੱਚੀ ਆ, ਪਤੀ ਨੂੰ ਵੀ ਪਤਾ ਕਿ ਮੇਰੀ ਪਤਨੀ ਬੈਠੀ ਇੱਥੇ ਹੱਥ ਨਹੀਂ ਖੜਾ ਕਰਦੀ ਕਿੰਨੀ ਕੁ ਸੱਚੀ ਆ, ਪਤਨੀ ਨੂੰ ਵੀ ਪਤਾ ਮੇਰਾ ਪਤੀ ਕਿੰਨਾ ਕੁ ਸੱਚਾ ਆ। ਪਰ ਦੋਨੇ ਜਣੇ ਹਨਾਨੀਆਂ ਦਾ ਸ਼ਫੀਰਾ ਵਾਂਗ ਲੋਕ ਕੇ ਬੈਠੇ ਆ ਕਿ ਨਹੀਂ ਸੱਚਾਈਆਂ ਸੀ, ਸੱਚਾਈਆਂ ਸੀ। ਜਿਹੜੀ ਗੱਲ ਮੰਨਦੇ ਆ ਡਿਕਲੇਅਰ ਕਰ ਦਿੰਦੇ, ਮਾਫੀ ਉਹਦੀ ਆ। ਜਿਹੜੀ ਗੱਲ ਮੰਨਦੇ ਆ ਡਿਕਲੇਅਰ ਕਰਦੇ, ਮਾਫੀ ਉਹਦੀ ਆ। ਮੇਰੇ ਜੋ ਜੇ ਝੂਠ ਜ਼ਬਾਨ ਦੇ ਉੱਤੇ ਆ, ਚਾਹੇ ਜਿੰਨੀ ਮਰਜ਼ੀ ਪ੍ਰਾਰਥਨਾ ਕਰਵਾ ਲਓ, ਉਹਦਾ ਕੋਈ ਵੀ ਲਾਭ ਹੋਣਾ ਨਹੀਂ ਆ। ਜਿੱਡਾ ਮਰਜ਼ੀ ਤੁਸੀਂ ਛੋਟਾ ਤੇ ਵੱਡਾ ਝੂਠ ਬੋਲ ਲਵੋ, ਜੇ ਮੰਨਦੇ ਨਹੀਂ ਆ ਤਾਂ ਉਹਦਾ ਲਾਭ ਹੋਣਾ ਨਹੀਂ ਆ। ਲਿਖਿਆ ਬਾਈਬਲ ਦੇ ਵਿੱਚ, ਅਜੇ ਤੱਕ ਭਾਰਤਾਂ ਨੂੰ ਦੱਬਣ ਵਾਲੇ ਦਰ ਤੇ ਪਹੁੰਚੇ ਸੀ, ਸ਼ਫੀਰਾ ਨੇ ਵੀ ਆਪਣੇ ਸਵਾਸ ਤਿਆਗ ਦਿੱਤੇ, ਖਤਮ ਹੋ ਗਈ ਉੱਥੇ। ਮੌਤ ਤੇ ਜੀਵਨ ਜੀਵ ਦੇ ਵਸ ਵਿੱਚ ਨੇ। ਥੋੜੇ ਜਿਹੇ ਲਾਭ ਦੇ ਲਈ ਕਦੀ ਝੂਠ ਨਾ ਬੋਲੋ, ਤੇ ਬਹੁਤੇ ਲਾਭ ਲਈ ਵੀ ਕਦੀ ਝੂਠ ਨਾ ਬੋਲੋ।
ਆਪਣੀ ਕਿਸੇ ਵਸਤੂ ਨੂੰ ਬਚਾਉਣ ਦੇ ਲਈ, ਆਪਣਾ ਰਿਸ਼ਤਾ ਬਚਾਉਣ ਲਈ ਕਦੇ ਝੂਠ ਨਾ ਬੋਲੋ। ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਕਦੇ ਝੂਠ ਨਾ ਬੋਲੋ। ਕਈ ਲੋਕ ਕਹਿੰਦੇ ਆ ਸੰਸਾਰ ਦੇ ਵਿੱਚ ਇਹ ਗੱਲ ਹੈ ਜੇ ਕਿਸੇ ਦੀ ਜਾਨ ਬਚਾਉਣ ਲਈ ਝੂਠ ਬੋਲਣਾ ਪਵੇ, ਛੋਟਾ ਜਿਹਾ ਝੂਠ ਜੇ ਕਿਸੇ ਦੀ ਜਾਨ ਨੂੰ ਬਚਾ ਲੇ ਤੇ ਝੂਠ ਬੋਲ ਲੈਣਾ ਚਾਹੀਦਾ ਆ। ਕਹਿੰਦੇ ਕਿ ਨਹੀਂ ਕਹਿੰਦੇ? ਜੇ ਕਿਸੇ ਦੀ ਜਾਨ ਨੂੰ ਬਚਾਉਣ ਲਈ ਛੋਟਾ ਜਿਹਾ ਝੂਠ ਬੋਲਣਾ ਪਵੇ ਤਾਂ ਕਹਿੰਦੇ ਝੂਠ ਬੋਲ ਲੈਣਾ ਚਾਹੀਦਾ। ਪਰ ਬਾਈਬਲ ਕੀ ਬਿਆਨ ਕਰਦੀ ਹੈ? ਜਿਹੜਾ ਝੂਠ ਬੋਲਦਾ ਉਹ ਪਰਮੇਸ਼ਰ ਦੇ ਅੱਗੇ ਪਾਪੀ ਆ, ਉਹ ਪਰਮੇਸ਼ਰ ਦੇ ਅੱਗੇ ਪਾਪੀ ਆ। ਤੇ ਜੇ ਹੁਣ ਤੁਸੀਂ ਕਿਸੇ ਦੀ ਜਾਨ, ਇੱਕ ਝੂਠੇ ਤੇ ਇੱਕ ਪਾਪੀ ਬੰਦੇ ਦੀ ਜਾਨ ਬਚਾਉਣ ਲਈ ਤੁਸੀਂ ਝੂਠ ਬੋਲੋ, ਉਹ ਤਾਂ ਪਾਪੀ ਹੈਗਾ ਹੀ ਹੈਗਾ, ਤੁਸੀਂ ਵੀ ਪਾਪੀ ਬਣ ਜਾਣਾ, ਤੁਸੀਂ ਵੀ ਪਾਪੀ ਬਣ ਜਾਣਾ। ਜੇ ਤੁਸੀਂ ਕਹਿੰਦੇ ਆ ਕਿ ਅਸੀਂ ਲਓ ਜੀ ਸਾਡੇ ਦਿਲ ਦੇ ਵਿੱਚ ਉਹਦੇ ਵਾਸਤੇ ਇਦਾਂ ਸੀ, ਪ੍ਰਭੂ ਕਹਿੰਦਾ ਤੁਸੀਂ ਦਇਆ ਕਰੋ, ਦਇਆ ਕਰੋ, ਦਇਆ ਕਰੋ, ਪਰ ਸੱਚਾਈ ਨਾਲ। ਝੂਠ ਨਾ ਕਦੀ ਕਿਸੇ ਤੇ ਦਇਆ ਨਾ ਕਰੋ, ਝੂਠ ਨਾ ਕਦੀ ਵੀ ਕਿਸੇ ਤੇ ਰਹਿਮ ਨਾ ਕਰੋ, ਕਿਉਂਕਿ ਸ਼ੈਤਾਨ ਤੁਹਾਡੇ ਤੋਂ ਝੂਠ ਬੁਲਾ ਕੇ, ਝੂਠੀ ਗਵਾਹੀ ਦਵਾ ਕੇ, ਕਿਸੇ ਤੇ ਰਹਿਮ ਕਰਵਾ ਕੇ ਤੁਹਾਨੂੰ ਖੁਦਾ ਦੇ ਅੱਗੇ ਫਸਾਉਣਾ ਚਾਹੁੰਦਾ ਆ, ਤੁਹਾਡੀ ਜ਼ਿੰਦਗੀ ਦਾ ਘਾਣ ਕਰਨਾ ਚਾਹੁੰਦਾ ਆ। ਜਦੋਂ ਤੁਸੀਂ ਝੂਠ ਬੋਲ ਕੇ ਸਮਝ ਲਓ ਕਿ ਤੁਹਾਡੀ ਜ਼ਿੰਦਗੀ 'ਚ ਤੁਸੀਂ ਇੱਕ ਸਟੈਪ ਪਿੱਛੇ ਹਟ ਗਏ ਆ। ਜਦੋਂ ਇੱਕ ਸਟੈਪ ਪਿੱਛੇ ਹਟੇ ਆ, ਬਾਈਬਲ ਬਿਆਨ ਕਰਦੀ ਆ ਸ਼ੈਤਾਨ ਉਸੇ ਵੇਲੇ ਆ ਕੇ ਝਪੱਟਾ ਮਾਰ ਜਾਂਦਾ, ਉਹ ਨਹੀਂ ਛੱਡਦਾ, ਫਿਰ ਉਹ ਨਹੀਂ ਬਖਸ਼ਦਾ। ਫਿਰ ਅਜੇ ਪਰਮੇਸ਼ਰ ਤੋਂ ਦਇਆ ਹੈਗੀ ਆ, ਪਰਮੇਸ਼ਰ ਤੋਂ ਕਿਰਪਾ ਹੈਗੀ ਆ ਕਿ ਜੇ ਇਹ ਆਪਣੇ ਪਾਪ ਨੂੰ ਮੰਨੇ ਤੇ ਮੈਂ ਕਿਰਪਾ ਕਰਾਂ। ਤੇ ਸ਼ੈਤਾਨ ਕੋਲ ਕੋਈ ਕਿਰਪਾ ਤੇ ਦਇਆ ਨਹੀਂ ਆ, ਉਹਦੇ ਕੋਲ ਕੇਵਲ ਇੱਕੋ ਸੁਭਾਅ ਆ, ਮਨੁੱਖ ਦਾ ਘਾਣ ਕਰਨਾ, ਉਹਦਾ ਨੁਕਸਾਨ ਕਰਨਾ ਤੇ ਉਹਨੂੰ ਖਤਮ ਕਰਨਾ। ਹਾਲੇਲੂਇਆ। ਲਿਖਿਆ ਬਾਈਬਲ ਦੇ ਵਿੱਚ ਕਿ ਅਜੇ ਭਰਤਾਂ ਨੂੰ ਦੱਬਣ ਵਾਲੇ ਆਏ ਸੀ, ਨਾਲ ਹੀ ਸ਼ਫੀਰਾ ਵੀ ਖਤਮ ਹੋ ਗਈ, ਜੀਵਨ ਖਤਮ ਹੋ ਗਿਆ। ਅੱਜ ਬਹੁਤੇ ਲੋਕ ਮੇਰੇ ਜੋ ਇਸ ਵਹਿਮ ਦੇ ਵਿੱਚ ਪਏ ਆ ਕਿ ਮੇਰੀ ਕਿਹੜੀ ਗੱਲ ਦਾਸ ਨੂੰ ਪਤਾ ਲੱਗ ਗਈ, ਮੇਰੇ ਬਾਰੇ ਕਿਹੜਾ ਪਤਾ ਲੱਗ ਗਿਆ, ਮੈਂ ਜੋ ਬੋਲਣਾ ਦਾਸ ਨੇ ਉਹੀ ਮੰਨ ਲੈਣਾ, ਮੈਂ ਜੋ ਬੋਲਣਾ ਆਤਮਾ ਨੇ ਉਹੀ ਮੰਨ ਲੈਣਾ। ਮੇਰੇ ਜੋ ਨਾ ਦਾਸ ਨੇ ਤੁਹਾਡੇ ਮੁਖ ਦੇ ਸ਼ਬਦਾਂ ਦੇ ਉੱਤੇ ਕੰਮ ਕਰਨਾ ਆ, ਨਾ ਆਤਮਾ ਨੇ ਤੁਹਾਡੇ ਮੁਖ ਦੇ ਸ਼ਬਦਾਂ ਤੇ ਕੰਮ ਕਰਨਾ ਆ। ਆਤਮਾ ਨੇ ਕੰਮ ਕਰਨਾ ਆ ਤੁਹਾਡੀ ਰੂਹ ਤੇ ਜਾਨ ਦੁਆਰਾ ਕੀਤੀ ਹੋਈ ਜ਼ਿੰਦਗੀ ਸਮਰਪਿਤ ਹੋਵੇ ਤਾਂ ਫੇਰ ਕੰਮ ਕਰਨਾ ਆ। ਇਸੇ ਲਈ ਬਾਈਬਲ ਦੇ ਵਿੱਚ ਪਰਮੇਸ਼ਰ ਦਾ ਦਾਸ ਪੌਲਸ ਗਲਾਤੀਆਂ ਦੀ ਕਿਤਾਬ 6 ਅਧਿਆਇ ਦੀ 7 ਆਇਤ ਵਿੱਚ ਇਸ ਗੱਲ ਨੂੰ ਲਿਖਦਾ ਆ, ਧਿਆਨ ਨਾਲ ਸੁਣਨਾ ਆ। ਆਪ ਗਲਾਤੀਆਂ 6 ਅਧਿਆਇ ਉਹਦੀ 7 ਆਇਤ। ਗਲਾਤੀਆਂ ਦੀ ਕਿਤਾਬ 6 ਅਧਿਆਇ ਉਹਦੀ 7 ਆਇਤ। ਤੁਸੀਂ ਧੋਖਾ ਨਾ ਖਾਓ, ਤੁਸੀਂ ਧੋਖਾ ਨਾ ਖਾਓ, ਪਰਮੇਸ਼ਰ ਠੱਠਿਆਂ ਵਿੱਚ ਨਹੀਂ ਉਡਾਈਦਾ, ਪਰਮੇਸ਼ਵਰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਪਰਮੇਸ਼ਰ ਜੋ ਕੁਝ ਬੀਜਦਾ ਹੈ, ਨਹੀਂ ਮੁੜ ਕੇ ਲਾਈਨ ਪੜੋ ਇਹ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਸੋਈ ਵੱਢੇਗਾ। ਧੋਖਾ ਨਾ ਖਾਓ ਤੇ ਪਰਮੇਸ਼ਰ ਨੂੰ ਠੱਠਿਆਂ 'ਚ ਨਾ ਉਡਾਓ। ਜਦੋਂ ਜੀ ਕੀਤਾ ਸੱਚ ਬੋਲ ਦਿੱਤਾ, ਜਦੋਂ ਜੀ ਕੀਤਾ ਝੂਠ ਬੋਲ ਦਿੱਤਾ। ਪਰਮੇਸ਼ਰ ਸਾਡੇ ਘਰ ਵਾਲੀ ਦੀ ਭੈਣ ਨਹੀਂ ਆ ਕਿ ਅਸੀਂ ਉਹਨਾਂ ਮਜ਼ਾਕਾਂ ਕਰੀਏ, ਅਸੀਂ ਉਹਨਾਂ ਠੱਠੇ ਕਰੀਏ। ਇਸੇ ਲਈ ਪ੍ਰਭੂ ਦਾ ਦਾਸ ਪੌਲਸ ਬਿਆਨ ਕਰਦਾ ਆ, ਧੋਖਾ ਨਾ ਖਾਓ। ਧੋਖਾ ਦੇਣ ਵਾਲਾ ਕੌਣ ਆ? ਸ਼ੈਤਾਨ। ਤੇ ਧੋਖਾ ਖਵਾਉਂਦਾ ਕਿਹਨੂੰ ਆ? ਉਹ ਜਿਹੜਾ ਲਾਲਚੀ ਆ ਇਨਸਾਨ, ਜਿਹੜਾ ਘਮੰਡੀ ਆ ਇਨਸਾਨ, ਜਿਹੜਾ ਲੋਭੀ ਆ ਇਨਸਾਨ, ਜਿਹੜਾ ਸਰੀਰਕ ਆ ਇਨਸਾਨ, ਸ਼ੈਤਾਨ ਹਮੇਸ਼ਾ ਉਹਨੂੰ ਇਸਤੇਮਾਲ ਕਰਦਾ। ਧੋਖਾ ਨਾ ਖਾਓ, ਪਰਮੇਸ਼ਰ ਨੂੰ ਠੱਠਿਆਂ ਵਿੱਚ ਨਾ ਉਡਾਓ ਕਿ ਤੁਸੀਂ ਬੜੀ ਸੁਭਾਈ ਨਾਲ ਪਰਮੇਸ਼ਰ ਦੀ ਆਤਮਾ ਦੇ ਕੇ ਝੂਠ ਬੋਲ ਜਾਓ ਜੀ, ਲੈ ਕਿਸੇ ਨੂੰ ਕੀ ਪਤਾ ਲੱਗਾ ਮੈਂ ਕੀ ਕੀਤਾ ਤੇ ਕੀ ਇੱਥੇ ਬੋਲਿਆ, ਕਿਸੇ ਨੂੰ ਕੀ ਪਤਾ ਲੱਗਾ। ਹਨਾਨੀਆਂ ਅੰਦਰ ਕੁਛ ਕਰਕੇ ਆਇਆ ਸੀ, ਬਾਹਰ ਕਿਸੇ ਤਰ੍ਹਾਂ ਪੇਸ਼ ਹੋਇਆ ਆ, ਉਹਨੂੰ ਲੱਗਾ ਕਿ ਜੋ ਮੈਂ ਬਾਹਰ ਹੋਵਾਂਗਾ ਉਹੀ ਪਤਾ ਲੱਗਣਾ। ਮੇਰੇ ਜੋ ਪਤਰਸ ਨੇ ਹਨਾਨੀਆਂ ਨੂੰ ਤੇ ਸ਼ਬੀਰਾਂ ਨੂੰ ਜੋ ਬਾਹਰ ਆਏ ਸੀ ਉਹਨਾਂ ਦੇ ਉਸ ਰੂਪ ਨੂੰ ਨਹੀਂ ਦੇਖਿਆ, ਜੋ ਅੰਦਰ ਕਰਕੇ ਆਏ ਸੀ ਉਸ ਰੂਪ ਨੂੰ ਦੇਖਦਾ ਸੀ। ਹਾਲੇਲੂਇਆ। ਗਿਹਾਜੀ ਨੇ ਕੀ ਕਿਹਾ ਕਿ ਅਲੀਸ਼ਾ ਨੂੰ, ਕਹਿੰਦਾ ਕਿਤੇ ਨਹੀਂ ਗਿਆ ਤੇਰਾ ਬਾਲਕਾ, ਇੱਧਰ ਉੱਧਰ ਘੁੰਮ ਕੇ ਆ ਗਿਆ, ਵਾਸ਼ਰੂਮ ਗਿਆ ਸੀ, ਇੱਧਰ ਉੱਧਰ ਘੁੰਮ ਕੇ ਆ ਗਿਆ। ਮੇਰੇ ਜੋ ਇੱਧਰ ਉੱਧਰ ਅਲੀਸ਼ਾ ਨੇ ਇੱਧਰ ਉੱਧਰ ਘੁੰਮਣੇ ਨੂੰ ਨਹੀਂ ਦੇਖਿਆ। ਗਿਹਾਜ਼ੀ ਜੋ ਲੁੱਟਾਂ ਖੋਹਾਂ ਕਰਕੇ ਆਇਆ, ਅਲੀਸ਼ਾ ਨੂੰ ਉਹ ਦਿਸਦਾ ਸੀ। ਹਾਲੇਲੂਇਆ।
ਪਰਮੇਸ਼ਰ ਇੱਥੇ ਦੀ ਪ੍ਰਾਰਥਨਾ ਨੂੰ ਨਹੀਂ ਦੇਖ ਰਿਹਾ। ਤੁਸੀਂ ਪ੍ਰਾਰਥਨਾ ਤੋਂ ਪਹਿਲਾਂ ਕਰਕੇ ਕੀ ਆਏ ਆ, ਪਰਮੇਸ਼ਰ ਉਹ ਦੇਖ ਰਿਹਾ। ਕਿਉਂਕਿ ਅਗਲੀ ਲਾਈਨ ਲਿਖਿਆ ਗਿਆ, ਕਿਉਂ ਜੋ ਮਨੁੱਖ ਜੋ ਬੀਜਦਾ ਆ, ਬੀਜ ਦਾ ਮੀਨਸ ਅਸੀਂ ਬੀਜ ਦਿੱਤਾ, ਪਰਮੇਸ਼ਰ ਨੇ ਉਹਦਾ ਲੇਖਾ ਦੇਣਾ ਆ। ਜੋ ਅਸੀਂ ਬੀਜ ਰਹੇ ਆ ਉਹਦਾ ਅਜੇ ਨਹੀਂ, ਜੋ ਇਸ ਵਕਤ ਬੀਜ ਰਹੇ ਆ ਨਾ ਇਹਦਾ ਲੇਖਾ ਅਜੇ ਨਹੀਂ ਹੋਣਾ। ਇਹਦਾ ਲੇਖਾ ਜਦੋਂ ਇਹ ਜਿਹੜੀ ਸ਼ਡਿਊਲ ਜਾਂ ਪੀਰੀਅਡ ਸਾਡਾ ਖਤਮ ਹੋ ਜਾਏਗਾ ਉਸ ਤੋਂ ਬਾਅਦ ਆ। ਜੋ ਬੀਤੇ ਸਮੇਂ 'ਚ ਅਸੀਂ ਕਰਕੇ ਆਏ ਆ, ਜੋ ਬੀਜ ਕੇ ਆਏ ਆ ਤਾਂ ਬੀਜ ਰਹੇ ਆ ਨਾ। ਅੱਜ ਸਬਤ ਦੇ ਵਿੱਚ ਅਸੀਂ ਆਪਣੀ ਧਾਰਮਿਕਤਾ ਬੀਜ ਰਹੇ ਆ, ਲੇਕਿਨ ਮੇਰੇ ਤੋਂ ਇਹ ਬੀਜ ਤੋਂ ਪਹਿਲਾਂ ਜੋ ਅਸੀਂ ਬੀਜ ਕੇ ਆ ਗਏ ਆ, ਪਰਮੇਸ਼ਰ ਨੇ ਉਹਦਾ। ਹਨਾਨੀਆਂ ਤੇ ਸ਼ਫੀਰਾ ਨੇ ਪਤਾ ਨਹੀਂ ਕਿੱਡੀ ਥੱਬੀ ਲਿਆ ਕੇ ਉਹਨਾਂ ਦੇ ਚਰਨਾਂ 'ਚ ਰੱਖੀ ਆ। ਉਹ ਬੀਜ ਰਹੇ ਸੀ ਪਰਮੇਸ਼ਰ ਦੇ ਰਸੂਲਾਂ ਦੇ ਅੱਗੇ। ਉਹ ਕਹਿੰਦੇ ਇਹ ਨਹੀਂ ਜੋ ਅੰਦਰ ਬੀਜ ਕੇ ਆਏ ਆ ਪਹਿਲਾਂ ਉਹ ਦੇਖਣਾ ਆ, ਜੋ ਅੰਦਰ ਕਰਕੇ ਆਏ ਆ ਪਹਿਲਾਂ ਉਹਦਾ ਲੇਖਾ, ਇਹਦਾ ਬਾਅਦ ਚ। ਉਹ ਮੌਤ ਜਿਹੜੀ ਸੀ ਦੋਨਾਂ ਦੀ, ਉਹ ਚੜਾਵਾ ਚੜਾਉਣ ਵਾਲੇ ਬੀਜ ਕਰਕੇ ਨਹੀਂ ਸੀ, ਜੋ ਅੰਦਰ ਝੂਠ ਬੋਲਣ ਲਈ ਸਲਾਹ ਕਰਕੇ ਆਏ ਸੀ ਉਹਦਾ ਸੀ। ਹਾਲੇਲੂਇਆ। ਪਰਮੇਸ਼ਰ ਨੂੰ ਠੱਠਿਆਂ 'ਚ ਨਾ ਅਡਾਓ, ਮਜ਼ਾਕ ਨਾ ਕਰੋ ਪਰਮੇਸ਼ਰ ਨਾਲ। ਤੁਹਾਡਾ ਔਰ ਤੁਹਾਡੇ ਪਰਮੇਸ਼ਰ ਦਾ ਰਿਸ਼ਤਾ ਮਜ਼ਾਕ ਵਾਲਾ ਰਿਸ਼ਤਾ ਨਹੀਂ ਆ, ਦੇਰ ਭਾਬੀ ਵਾਲਾ ਰਿਸ਼ਤਾ ਨਹੀਂ ਆ ਕਿ ਅਸੀਂ ਜਿੰਨਾ ਮਰਜ਼ੀ ਮਜ਼ਾਕ ਕਰੀ ਜਾਈਏ ਕਿ ਉਹਨੇ ਸਹਿ ਲੈਣਾ। ਪਰਮੇਸ਼ਵਰ ਆ, ਪਵਿੱਤਰ ਪਰਮੇਸ਼ਵਰ ਆ। ਉਹ ਮਜ਼ਾਕ ਨਹੀਂ ਚਾਹੁੰਦਾ, ਉਹ ਠੱਠੇ ਨਹੀਂ ਚਾਹੁੰਦਾ। ਤੇ ਅਸੀਂ ਪਲ ਪਲ ਤੇ ਉਹਦੇ ਨਾਲ ਠੱਠੇ ਕਰਦੇ ਆ, ਮਜ਼ਾਕ ਕਰਦੇ ਆ। ਕਦੀ ਕਿਸੇ ਵਿਸ਼ਵਾਸੀ ਨੂੰ ਫੜਦੇ ਉਹਦੇ ਕੋਲ ਝੂਠ ਬੋਲ ਲੈਂਦੇ ਆ, ਦੂਜੇ ਨੂੰ ਫੜਦੇ ਉਹਦੇ ਕੋਲ, ਵਲੰਟੀਅਰ ਨੂੰ ਫੜਦੇ ਉਹਦੇ ਕੋਲ ਝੂਠ ਬੋਲਦੇ ਆ, ਕੁਆਇਰ ਨੂੰ ਫੜਦੇ ਉਹਦੇ ਕੋਲ ਝੂਠ ਬੋਲਦੇ ਆ। ਜਦੋਂ ਇਹਨਾਂ ਸਾਰਿਆਂ ਨੂੰ ਆਪਣੇ ਮੇਰੇ ਜੋ ਬਾਹਾਂ 'ਚ ਲੈ ਲੈਂਦੇ ਆ ਕਿ ਇਹ ਵੀ ਮੇਰੇ ਨਾਲ ਸਹਿਮਤ, ਉਹ ਵੀ ਮੇਰੇ ਨਾਲ ਸਹਿਮਤ, ਉਹ ਵੀ ਮੇਰੇ ਨਾਲ ਸਹਿਮਤ, ਫੇਰ ਛਾਤੀ ਤਾਣ ਕੇ ਚਲੋ ਜੀ ਪਾਸਟਰ ਕੋਲ ਜਾਂਦੇ ਆ। ਹੁਣ ਇਹ ਤਾਂ ਫਸਾ ਲਿਆ, ਮੈਂ ਹੁਣ ਪਾਸਟਰ ਨਾਲ ਵੀ ਏਦਾਂ ਹੀ ਬੋਲ ਲੈਣਾ, ਪਾਸਟਰ ਨਾਲ ਵੀ ਝੂਠ ਬੋਲ ਲੈਣਾ। ਮੈਂ ਛੋਟੀ ਜਿਹੀ ਗਵਾਹੀ ਦੱਸਦਾ ਆ। ਮੈਂ ਕਿਸੇ ਪਿੰਡ ਵਿੱਚ ਦੀ ਲੰਘਿਆ, ਗੱਡੀ 'ਚ ਗਿਆ ਮੈਂ ਕਿਤੇ, ਮੈਂ ਪਿੰਡ ਵਿੱਚ ਦੀ ਲੰਘਿਆ, ਇੱਕ ਭੈਣ ਨੇ ਮੈਨੂੰ ਦੇਖ ਲਿਆ ਔਰ ਉਹਨੇ ਨਹੀਂ ਵੀ ਪਤਾ ਆ ਕਿ ਇਹ ਪਾਸਟਰ ਕਿੱਥੋਂ ਨਿਕਲੇ ਆ, ਕਿਹਨਾਂ ਦੇ ਘਰੋਂ ਨਿਕਲੇ ਆ। ਦੂਜੇ ਦਿਨ ਮੈਨੂੰ ਫੋਨ ਕੀਤਾ, ਆਪਣੇ ਗੇਟ ਦੇ ਮੋਹਰੇ ਮੈਨੂੰ ਦੇਖ ਕੇ ਮੂੰਹ ਪਰੇ ਨੂੰ ਕਰ ਲਿਆ। ਮੈਂ ਤਾਂ ਦੇਖ ਲਿਆ ਸੀ, ਅਸੀਂ ਲੰਘ ਗਏ, ਜਲਦੀ ਸੀ, ਐਮਰਜੈਂਸੀ ਸੀ ਸਾਨੂੰ। ਦੂਜੇ ਦਿਨ, ਪਾਸਟਰ ਤੁਸੀਂ ਪਿੰਡ ਆਏ ਸੀ? ਮੈਂ ਕਿਹਾ ਹਾਂਜੀ ਆਏ ਸੀ। ਹਾਏ ਤੁਸੀਂ ਆਏ ਨਹੀਂ, ਸਾਡੇ ਘਰ ਨਹੀਂ ਆਏ। ਮੈਂ ਕਿਹਾ ਭੈਣ ਤੂੰ ਆਪਣੇ ਬੂਹੇ ਦੇ ਮੂਹਰੇ ਸਾਨੂੰ ਦੇ ਕੇ ਮੂੰਹ ਪਰੇ ਕਰ ਲਿਆ ਸੀ। ਇਹ ਗੱਲਾਂ ਕਿਹੜੀਆਂ ਆ? ਉਸੇ ਵੇਲੇ ਤੁਸੀਂ ਸਾਨੂੰ ਡੱਕਦੇ, ਉਸੇ ਵੇਲੇ ਸਾਨੂੰ ਕਾਲ ਕਰਦੇ, ਦੂਜੇ ਦਿਨ ਫੋਨ ਕਰਨ ਦਾ ਕੀ ਮਤਲਬ ਆ? ਬੋਲੇ ਕਿ ਨਹੀਂ ਬੋਲੇ? ਸਦਾ ਝੂਠ। ਮੈਨੂੰ ਉਹਨਾਂ ਨੇ ਦੇਖ ਲਿਆ, ਮੈਂ ਉਹਨਾਂ ਨੂੰ ਦੇਖ ਲਿਆ, ਫਿਰ ਤੂੰ ਮੂੰਹ ਪਰੇ ਨੂੰ ਕਰ ਲਿਆ, ਫਿਰ ਅਸੀਂ ਗਾਂ ਹੀ ਲੰਘਣਾ ਸੀ। ਇਹਦਾ ਮਤਲਬ ਤੁਸੀਂ ਸਾਨੂੰ ਘਰੇ ਉਤਾਰਨਾ ਨਹੀਂ ਚਾਹੁੰਦੇਗੇ, ਪਾਣੀ ਦਾ ਪਿਆਲਾ ਪਿਲਾਉਣਾ ਨਹੀਂ ਚਾਹੁੰਦੇਗੇ, ਕੋਲਡ ਡਰਿੰਕ ਦਾ ਖਰਚਾ ਕਰਨਾ ਨਹੀਂ ਚਾਹੁੰਦੇਗੇ। ਪਾਸਟਰ ਨੂੰ ਜਾਣਦੇ ਯਾਰ, ਇਹ ਤਾਂ ਰੋਜ਼ ਤੁਰੇ ਰਹਿੰਦੇ ਆ। ਦੂਏ ਦਿਨ ਰੋਸਾ ਕਰੀ ਜਾਣ ਮੇਰੇ ਨਾਲ ਫੋਨ ਤੇ। ਮੈਂ ਕਿਹਾ ਭੈਣ ਜੀ ਤੁਹਾਨੂੰ ਕਿੱਥੋਂ ਪਤਾ ਲੱਗਾ? ਉੜਦੀ ਖਬਰ ਮਿਲ ਗਈ। ਮੈਂ ਕਿਹਾ ਉੜਦੀ ਖਬਰ ਨਹੀਂ ਮਿਲੀ, ਤੂੰ ਸਾਹਮਣੇ ਤੇਰੇ ਲਾਗੇ ਉੱਡ ਕੇ ਗਏ ਸੀ, ਤੂੰ ਦੇਖਿਆ ਆਪਣੀ ਅੱਖੀਂ, ਤੇ ਹੁਣ ਤੂੰ ਮੈਨੂੰ ਸਾਫ਼ ਹੀ ਝੂਠ ਬੋਲੀ ਜਾਂਦੀ ਆ। ਏਦਾਂ ਦੀਆਂ ਨਿੱਕੀਆਂ ਗੱਲਾਂ ਆਪਣੀ ਜ਼ੁਬਾਨ ਤੇ ਮੇਰੇ ਤੋਂ ਨਾ ਬਿਠਾਓ। ਇਹ ਨਿੱਕੀਆਂ ਗੱਲਾਂ ਜੀਵ ਦੇ ਉੱਤੇ ਨਿੱਕੀਆਂ ਨਹੀਂ ਆ, ਮਨ ਦੇ ਵਿੱਚ ਸ਼ੈਤਾਨ ਪੂਰੀਆਂ ਛਾਲਾਂ ਬੇਲ ਰਿਹਾ ਤਾਂ ਕਿ ਤੁਸੀਂ ਝੂਠ ਬੋਲੋ ਤੇ ਝੂਠ ਦੀ ਮਜ਼ਦੂਰੀ ਤੁਹਾਨੂੰ ਮਿਲ ਸਕੇ, ਝੂਠ ਦੀ ਮਜ਼ਦੂਰੀ ਮਿਲ ਸਕੇ। ਅਲੀਸ਼ਾ ਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਸੀ ਕਿ ਇਹਦੇ ਉਥੋਂ ਧਨ ਦੌਲਤ ਲਿਆਂਦਾ। ਆਤਮਾ ਨੂੰ ਗੁੱਸਾ ਇਸ ਲਈ ਸੀ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਵੀ ਮੇਰੇ ਅੱਗੇ ਆ ਕੇ ਝੂਠ ਬੋਲੀ ਜਾਂਦਾ। ਦੱਸ ਸਕਦਾ ਸੀ ਮੈਨੂੰ ਕਿ ਮੈਨੂੰ ਲੋੜ ਆ ਪ੍ਰਭਦਾਸ ਜੀ, ਮੈਨੂੰ ਲੋੜ ਆ ਪਾਸਟਰ ਜੀ, ਮੈਨੂੰ ਲੋੜ ਆ ਨਵੀ ਜੀ, ਕਿ ਮੈਨੂੰ ਧਨ ਦੀ ਲੋੜ ਆ, ਮੈਨੂੰ ਦੌਲਤ ਦੀ ਲੋੜ ਆ, ਮੇਰੇ ਬੱਚੇ ਆ, ਮੇਰੇ ਬੀਏ ਵੀ ਆ, ਮੈਨੂੰ ਉਹਨਾਂ ਦੇ ਵੀ ਸ਼ੌਂਕ ਪੂਰੇ ਕਰਨੇ ਆ, ਮੈਨੂੰ ਧਨ ਦੀ ਲੋੜ ਆ, ਮੈਂ ਥੋੜਾ ਜਿਹਾ ਲੈ ਕੇ ਘਰੇ ਰੱਖਿਆ ਆ। ਉਹਨੇ ਉਹ ਚੀਜ਼ਾਂ ਨਹੀਂ ਦੱਸੀਆਂ, ਕਹਿੰਦਾ ਨਹੀਂ ਜੀ ਮੈਂ ਘੁੰਮ ਫਿਰ ਕੇ ਉਦਾਂ ਹੀ ਆਇਆ, ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ। ਜਦੋਂ ਤੁਸੀਂ ਆਉਂਦੇ ਆ ਨਾ, ਪਾਸਟਰ ਕੋਲ ਆਉਂਦੇ ਆ, ਉਦੋਂ ਤੁਸੀਂ ਇਹ ਸੋਚ ਕੇ ਆਇਆ ਕਰੋ ਅਸੀਂ ਹੁਣ ਪਵਿੱਤਰ ਆਤਮਾ ਦੇ ਸਾਹਮਣੇ ਚੱਲੇ ਆ। ਉਸ ਪਵਿੱਤਰ ਆਤਮਾ ਦੇ ਸਾਹਮਣੇ ਜਿਹਦੀ ਪ੍ਰਾਰਥਨਾ ਦੇ ਦੁਆਰਾ ਸਾਡੇ ਜੀਵਨ ਦੇ ਵਿੱਚ ਕੰਮ ਹੋ ਰਿਹਾ।
ਉਸੇ ਪਾਕ ਰੂਹ ਦੇ ਅੱਗੇ ਤੁਸੀਂ ਝੂਠ ਬੋਲੀ ਜਾਂਦੇ ਆ, ਉਸੇ ਪਾਕ ਰੂਹ ਤੋਂ ਤੁਸੀਂ ਮੰਗ ਕਰਦੇ ਆ ਕਿ ਸਾਨੂੰ ਸਾਡੀ ਆਹ ਇੱਛਾ ਪੂਰੀ ਹੋ ਜਾਏ, ਸਾਡਾ ਆਹ ਕੰਮ ਪੂਰਾ ਹੋ ਜਾਏ। ਝੂਠ ਵੀ ਉਹਦੇ ਨਾਲ ਬੋਲੀ ਜਾਂਦੇ ਆ ਤੇ ਮੇਰੀ ਪ੍ਰਾਰਥਨਾ ਵੀ ਉਹਦੇ ਤੋਂ ਕਰਾਈ ਜਾਂਦੇ ਆ। ਤੇ ਫਿਰ ਠੱਠੀਆਂ ਛਡਾਉਣ ਵਾਲੀ ਗੱਲ ਨਹੀਂ ਤਾਂ ਹੋਰ ਕੀ ਆ, ਪਵਿੱਤਰ ਆਤਮਾ ਨਾਲ ਮਜ਼ਾਕਾਂ ਕਰਨ ਵਾਲੀ ਗੱਲ ਨਹੀਂ ਤਾਂ ਹੋਰ ਕੀ ਆ। ਹਾਲੇਲੂਇਆ। ਕਹਿੰਦਾ ਜੋ ਕੁਝ ਮਨੁੱਖ ਜੋ ਕੁਝ ਬੀਜਦਾ ਆ ਉਹਨੂੰ ਉਹ ਵੱਢਣਾ ਪੈਣਾ ਹੈ, ਉਹਨੂੰ ਉਹ ਵੱਢਣਾ ਹੀ ਪੈਣਾ ਆ। ਕੀ ਬੀਜਦੇ ਆ ਅਸੀਂ? ਜਿਹੜਾ ਲੋਕ ਝੂਠ ਬੋਲ ਕੇ ਥੋੜੀ ਜਿਹੀ ਖੁਸ਼ੀ ਹਾਸਲ ਕਰ ਲੈਂਦੇ ਆ, ਥੋੜਾ ਜਿਹਾ ਲਾਭ ਹਾਸਲ ਕਰ ਲੈਂਦੇ ਆ, ਮੇਰੇ ਤੋਂ ਬਾਈਬਲ ਦੇ ਵਿੱਚ ਉਹਨਾਂ ਦੇ ਲਿਖਾ ਸਾਫ਼ ਲਿਖ ਦਿੱਤਾ ਗਿਆ ਆ। ਹੋਸ਼ਿਆ ਦੀ ਕਿਤਾਬ ਦੇ ਵਿੱਚ ਸੰਤ ਹੋਸ਼ਿਆ ਨੇ ਹੋਸ਼ਿਆ ਦੀ ਕਿਤਾਬ 8 ਅਧਿਆਇ ਉਹਦੀ 7 ਆਇਤ ਦੇ ਵਿੱਚ ਮਨੁੱਖ ਜੋ ਕੁਝ ਬੀਜਦਾ ਆ ਸੋ ਹੀ ਵੱਢੇਗਾ। ਹੋਸ਼ਿਆ ਦੀ ਕਿਤਾਬ 8 ਅਧਿਆਇ ਉਹਦੀ 7 ਆਇਤ ਵਿੱਚ ਲਿਖਿਆ ਗਿਆ। ਉਹਨੇ ਕਿਹਾ ਕੀ ਬੀਜਦੇ ਲੋਕ ਜਿਹੜਾ ਝੂਠ ਬੋਲਦੇ ਨੇ? ਹਾਂਜੀ, ਉਹ ਹਵਾ ਬੀਜਦੇ ਹਨ। ਉਹ ਹਵਾ ਬੀਜਦੇ ਆ। ਝੂਠ ਹਵਾ ਹੀ ਆ। ਕਈ ਵਾਰ ਅਸੀਂ ਕੋਈ ਝੂਠਾ ਜਵਾਬ ਦੇ ਦਿੰਨੇ ਆ, ਦੂਜੇ ਦਿਨ ਇਹੀ ਸਾਨੂੰ ਫਿਰ ਜਵਾਬ ਦੇਣਾ ਪੈ ਜਾਏ, ਸਾਨੂੰ ਭੁੱਲ ਗਿਆ ਹੁੰਦਾ ਆ ਯਾਰ ਜੋ ਮੈਂ ਕੱਲ ਜਵਾਬ ਦਿੱਤਾ ਤਾਂ ਹਵਾ ਹੀ ਹੋ ਗਿਆ, ਪਤਾ ਨਹੀਂ ਲੱਗਾ ਕਿੱਥੇ ਗਿਆ। ਸੱਚੀ ਗੱਲ ਹਮੇਸ਼ਾ ਬੰਦੇ ਨੂੰ ਯਾਦ ਰਹਿੰਦੀ ਆ, ਸੱਚਾ ਉੱਤਰ ਹਮੇਸ਼ਾ ਬੰਦੇ ਨੂੰ ਯਾਦ ਰਹਿੰਦਾ ਆ, ਤੇ ਝੂਠਾ ਉੱਤਰ ਬੰਦਾ ਭੁੱਲ ਜਾਂਦਾ ਆ, ਉਹਨੂੰ ਲਿਖਣਾ ਪੈਂਦਾ। ਝੂਠ ਹਵਾ ਦੇ ਵਰਗਾ ਆ ਜਿਹੜਾ ਕਦੀ ਵੀ ਸਥਿਰ ਨਹੀਂ ਰਹਿ ਸਕਦਾ, ਜਿਹਨੂੰ ਕਦੀ ਵੀ ਬਨ ਕੇ ਨਹੀਂ ਰੱਖਿਆ ਜਾ ਸਕਦਾ। ਧਿਆਨ ਦਿਓ, ਜੇ ਤੁਸੀਂ ਝੂਠ ਬੋਲਦੇ ਕਿਸੇ ਨਾਲ ਤੇ ਕੱਲ ਨੂੰ ਕੋਈ ਤੁਹਾਡੇ ਨਾਲ ਝੂਠ ਬੋਲੇ, ਕੀ ਤੁਸੀਂ ਇਹ ਮੇਰੇ ਜੋ ਚੰਗਾ ਮਹਿਸੂਸ ਕਰੋਗੇ? ਜੇ ਤੁਹਾਡੇ ਨਾਲ ਕੋਈ ਝੂਠ ਬੋਲੇ, ਜੇ ਤੁਹਾਨੂੰ ਕੋਈ ਝੂਠੀਆਂ ਗਵਾਹੀਆਂ ਦੇਈ ਜਾਵੇ, ਜੇ ਤੁਹਾਨੂੰ ਕੋਈ ਝੂਠੀਆਂ ਤਸੱਲੀਆਂ ਦੇਈ ਜਾਵੇ, ਕੀ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ? ਜੇ ਕੋਈ ਬੰਦਾ ਤੁਹਾਡੇ ਨਾਲ ਝੂਠ ਬੋਲੇ, ਕੀ ਤੁਹਾਨੂੰ ਚੰਗਾ ਲੱਗੇਗਾ? ਨਹੀਂ। ਤੇ ਜੇ ਇੱਕ ਬੰਦੇ ਨੂੰ ਬੰਦੇ ਦਾ ਝੂਠ ਪਸੰਦ ਨਹੀਂ ਆ, ਤਾਂ ਇੱਕ ਕ੍ਰਿਸਚਨ, ਇੱਕ ਮਸੀਹੀ, ਇੱਕ ਵਿਸ਼ਵਾਸੀ ਦਾ ਝੂਠ ਖੁਦਾ ਨੂੰ ਪਸੰਦ ਆਵੇਗਾ? ਕਦੀ ਵੀ ਨਹੀਂ। ਜਦੋਂ ਅਸੀਂ ਪਰਮੇਸ਼ਵਰ ਨਾਲ ਝੂਠ ਬੋਲਦੇ ਆ, ਪਵਿੱਤਰ ਆਤਮਾ ਨਾਲ ਝੂਠ ਬੋਲਦੇ ਆ, ਤੇ ਸਾਡੀ ਛਵੀ ਟੋਟਲ ਸਦਾ ਲਈ ਪਰਮੇਸ਼ਵਰ ਦੇ ਅੱਗਿਓਂ ਖਤਮ ਹੋ ਜਾਂਦੀ ਆ। ਹਾਲੇਲੂਇਆ। ਸਾਡੀ ਛਵੀ ਪਰਮੇਸ਼ਵਰ ਦੇ ਅੱਗਿਓਂ ਸਦਾ ਲਈ ਖਤਮ ਹੋ ਜਾਂਦੀ ਆ। ਝੂਠ ਬੋਲਣ ਵਾਲੇ ਪਰਮੇਸ਼ਵਰ ਨੂੰ ਬਿਲਕੁਲ ਪਸੰਦ ਨਹੀਂ ਆ। ਲਿਖਿਆ ਜੇ ਕੋਈ ਪਰਮੇਸ਼ਵਰ ਦੇ ਅੱਗੇ ਕੁਫਰ ਬੋਲੇ ਉਹਨੂੰ ਮਾਫੀ ਮਿਲ ਜਾਂਦੀ ਆ। ਜੇ ਕੋਈ ਪੁੱਤਰ ਦੇ ਅੱਗੇ ਕੁਫਰ ਬੋਲੇ ਉਹਨੂੰ ਕੀ ਆ? ਮਾਫੀ ਮਿਲ ਜਾਂਦੀ ਆ। ਜਿਹੜਾ ਪਵਿੱਤਰ ਆਤਮਾ ਦੇ ਅੱਗੇ ਕੁਫਰ ਬੋਲੇ, ਲਿਖਿਆ ਗਿਆ ਨਾ ਇਸ ਯੁੱਗ ਵਿੱਚ ਨਾ ਅਗਲੇ ਯੁੱਗ ਚ ਉਹਨੂੰ ਮਾਫੀ ਮਿਲਦੀ। ਹਾਲੇਲੂਇਆ। ਝੂਠ ਬੋਲਣ ਵਾਲੇ ਨੂੰ ਨਾ ਇਸ ਜਹਾਨ ਵਿੱਚ ਨਾ ਅਗਲੇ ਜਹਾਨ ਦੇ ਵਿੱਚ ਮਾਫੀ ਮਿਲੇਗੀ। ਜਿਹਨੂੰ ਇੱਥੇ ਹੀ ਮਾਫੀ ਨਹੀਂ, ਅੱਗੇ ਜਹਾਨ ਚ ਤਾਂ ਜਾ ਹੀ ਨਹੀਂ ਸਕਦਾ, ਉਹ ਅੱਗੇ ਤਾਂ ਜਾ ਹੀ ਨਹੀਂ ਸਕਦਾ। ਹਾਲੇਲੂਇਆ। ਕਿੰਨੇ ਲੋਕ ਸਮਝ ਰਹੇ ਆ? ਝੂਠ ਮੌਤ ਨੂੰ ਪੈਦਾ ਕਰਦਾ। ਝੂਠ ਕਿਹਨੂੰ ਪੈਦਾ ਕਰਦਾ? ਜ਼ੋਰ ਨਾਲ ਬੋਲਣਾ। ਝੂਠ ਕਿਹਨੂੰ ਪੈਦਾ ਕਰਦਾ? ਇੱਥੇ ਵੀ ਉੱਚੀ ਬੋਲਣਾ, ਹੁਣ ਭੈਣਾਂ ਕੱਲੀਆਂ ਬੋਲਣਾ। ਝੂਠ ਮੌਤ ਨੂੰ ਪੈਦਾ ਕਰਦਾ। ਮੇਰੇ ਪਿੱਛੇ ਬੋਲ। ਝੂਠ ਉੱਚੀ ਬੋਲੋ ਹਾਂ, ਜਿੱਦਾਂ ਆਪਣੇ ਬੂਹੇ 'ਚ ਖੜੀਆਂ ਹੋ ਕੇ ਤੂੰ ਗੁਆਂਢਣ ਨੂੰ ਬੋਲਦੀਆਂ ਹੁੰਦੀਆਂ। ਝੂਠ ਨਹੀਂ, ਆਵਾਜ਼ ਨਹੀਂ ਆਈ ਇਸ ਤੱਕ। ਸਾਡੇ ਪਿੰਡ ਦੀ ਇੱਕ ਬੀਬੀ ਗੇਟ 'ਚ ਖੜੀ ਹੋ ਕੇ ਪੂਰੇ ਪਿੰਡ ਨੂੰ ਗਾਲਾਂ ਕੱਢ ਦਿੰਦੀ, ਸੁਣਾ ਦਿੰਦੀ ਆ, ਤੇ ਤੁਸੀਂ ਇੰਨੀਆਂ ਸੈਂਕੜੇ ਹੋ ਕੇ ਤੁਸੀਂ ਇੱਥੇ ਤੱਕ ਨਹੀਂ ਆਵਾਜ਼ ਪਹੁੰਚਾ ਸਕਦੀਆਂ। ਝੂਠ। ਅੱਛਾ, ਤੁਸੀਂ ਦੱਸ ਰਹੀਆਂ ਆ ਕਿ ਅਸੀਂ ਲੜਨ ਵਾਲੀਆਂ ਨਹੀਂ ਆ, ਕਿ ਅਸੀਂ ਹੌਲੀ ਬੋਲਣ ਵਾਲੀਆਂ ਆ, ਹਨਾ? ਇਹੀ ਦੱਸ ਰਹੀਆਂ। ਹਾਲੇਲੂਇਆ। ਝੂਠ ਮੌਤ ਨੂੰ ਪੈਦਾ ਕਰਦਾ ਤੇ ਸੱਚ ਜੀਵਨ ਨੂੰ ਪੈਦਾ ਕਰਦਾ, ਕਿਉਂਕਿ ਸੱਚ ਯਿਸੂ ਮਸੀਹ ਆ। ਸੱਚ ਆਜ਼ਾਦੀ ਨੂੰ ਪੈਦਾ ਕਰਦਾ, ਕਿਉਂਕਿ ਸੱਚ ਯਿਸੂ ਮਸੀਹ ਆ। ਲਿਖਿਆ ਗਿਆ ਬਾਈਬਲ 'ਚ ਜਿਹੜੇ ਝੂਠ ਬੋਲਦੇ ਆ ਉਹ ਕੀ ਬੀਜਦੇ ਨੇ? ਲਿਖਿਆ ਧੋਖਾ ਨਾ ਖਾਓ।
ਅੱਜ ਜੇ ਤੁਸੀਂ ਦੁਖੀ ਆ ਤਾਂ ਤੁਹਾਡੇ ਝੂਠ ਕਰਕੇ ਤੁਸੀਂ ਆਪ ਹੀ ਧੋਖਾ ਖਾ ਲਿਆ ਆ। ਤੁਹਾਡੀ ਜੀਵ ਨੇ ਝੂਠ ਬੋਲਿਆ ਤਾਂ ਤੁਹਾਨੂੰ ਹੀ ਧੋਖਾ ਦੇ ਦਿੱਤਾ। ਆਪਣੀ ਜੀਵ ਨੂੰ ਵਸ ਕਰਨਾ ਸਿੱਖੋ। ਪ੍ਰਭੂ ਦਾ ਦਾਸ ਦਾਊਦ ਕੀ ਕਹਿੰਦਾ ਹੈ? ਕਹਿੰਦਾ ਹੇ ਪ੍ਰਭੂ ਮੇਰੇ ਬੁੱਲਾਂ ਦੇ ਉੱਤੇ ਕੀ ਬਿਠਾ? ਪਹਿਰਾ ਬਿਠਾ, ਤਾਂ ਕਿ ਮੈਂ ਇਹਨਾਂ ਬੁੱਲਾਂ ਤੋਂ ਕਦੀ ਪਾਪ ਨਾ ਕਰਾਂ, ਤੇਰਾ ਪਾਪ ਨਾ ਕਰਾਂ। ਹਾਲੇਲੂਇਆ। ਤੇ ਅੱਜ ਬੋਲ ਝੂਠ ਤੋਂ ਬਗੈਰ ਹੋਰ ਕੁਝ ਪਸੰਦ ਕਰਦੇ ਹੀ ਨਹੀਂ ਆ। ਹੋਰ ਕੁਝ ਪਸੰਦ ਕਰਦੇ ਹੀ ਨਹੀਂ ਆ। ਜੇ ਦਾਊਦ ਨੇ ਇਹ ਫਰਿਆਦ, ਇਹ ਪ੍ਰਾਰਥਨਾ ਪ੍ਰਭੂ ਦੇ ਅੱਗੇ ਕੀਤੀ ਆ ਕਿ ਪਰਮੇਸ਼ਰ ਮੇਰੇ ਬੁੱਲਾਂ ਤੇ ਪੈਰਾ ਬਿਠਾ ਤਾਂ ਕਿ ਮੈਂ ਤੇਰਾ ਪਾਪ ਨਾ ਕਰਾਂ, ਤੇ ਸਾਨੂੰ ਵੀ ਜ਼ਰੂਰਤ ਆ। ਅਸੀਂ ਵੀ ਚਾਹੁੰਦੇ ਕਿ ਦਾਊਦ ਵਰਗੇ ਬਣੀਏ। ਅਸੀਂ ਵੀ ਚਾਹੁੰਦੇ ਕਿ ਖੁਦਾ ਦਾ ਸੰਦੂਕ, ਖੁਦਾ ਦਾ ਰੂਹ ਸਾਡੇ ਨਾਲ ਰਵੇ। ਅਸੀਂ ਵੀ ਚਾਹੁੰਦੇ ਹਾਂ ਕਿ ਪਰਮੇਸ਼ਰ ਗਰੀਬੀ ਤੋਂ ਅਮੀਰੀ 'ਚ ਛੇਤੀ ਲੈ ਜਾਏ। ਤੇ ਮੇਰੇ ਇਜ਼ੋ ਫਿਰ ਜੇ ਜਾਣਾ ਚਾਹੁੰਦੇ ਆ ਚੰਗੀ ਪੋਜੀਸ਼ਨ ਵਿੱਚ, ਤੇ ਸਭ ਤੋਂ ਪਹਿਲਾਂ ਇੱਕ ਜੀਵਨ ਨੂੰ ਪ੍ਰਾਪਤ ਕਰੋ ਜਿਹੜਾ ਜੀਵਨ ਸੱਚਾਈ ਨਾਲ ਮਿਲਦਾ ਆ, ਝੂਠ ਨਾਲ ਨਹੀਂ। ਝੂਠ ਤੋਂ ਖਾਇਆ, ਝੂਠ ਉਜਾੜਨ ਵਾਲਾ ਆ। ਇਸੇ ਲਈ ਲਿਖਿਆ ਗਿਆ ਧੋਖਾ ਨਾ ਖਾਓ, ਪਰਮੇਸ਼ਰ ਨੂੰ ਠੱਠਿਆਂ 'ਚ ਨਾ ਡਾਓ, ਨਾ ਝੂਠ ਬੋਲ ਕੇ ਮਜ਼ਾਕ ਨਾ ਕਰੋ। ਇਹ ਤੁਹਾਡੇ ਲਈ ਮਜ਼ਾਕ ਹੋ ਸਕਦਾ ਝੂਠ ਬੋਲਣਾ, ਲੇਕਿਨ ਖੁਦਾ ਮਜ਼ਾਕ ਦਾ ਜਵਾਬ ਬੜਾ ਬੁਰਾ ਦੇ ਦਿੰਦਾ। ਲਿਖਿਆ ਮਨੁੱਖ ਜੋ ਕੁਝ ਬੀਜਦਾ ਆ ਸੋ ਵੱਢੇਗਾ। ਤੇ ਹੋਸ਼ਿਆ ਨੇ ਕੀ ਕਿਹਾ? ਕਹਿੰਦਾ ਇਹ ਹਵਾ ਬੀਜਦੇ ਆ। ਜਿਹੜਾ ਝੂਠ ਬੋਲਦੇ ਹਵਾ ਹੀ ਬੀਜਦੇ ਆ। ਹਾਲੇਲੂਇਆ। ਤੇ ਜੇ ਹਵਾ ਤੇਜ਼ ਹੋ ਜਾਏ ਉਹਨੂੰ ਕੀ ਕਹਿੰਦੇ ਆ? ਉਹਨੂੰ ਕੀ ਕਹਿੰਦੇ ਆ? ਜੇ ਹਵਾ ਤੇਜ਼ ਹੋ ਜਾਏ ਫਿਰ ਉਹਨੂੰ ਹਨੇਰੀ ਕਹਿੰਦੇ ਆ। ਹਾਲੇਲੂਇਆ। ਫਿਰ ਉਹਨੂੰ ਕੀ ਕਹਿੰਦੇ ਆ? ਹਨੇਰੀ ਕਹਿੰਦੇ ਜੇ ਹਵਾ ਤੇਜ਼ ਹੋ ਜਾਏ। ਤੇ ਜਦੋਂ ਜ਼ਿਆਦਾ ਤੇਜ਼ ਹੋ ਜਾਏ, ਚਾਰੋਂ ਦਿਸ਼ਾਵਾਂ ਚੋਂ ਹਨੇਰੀਆਂ ਆਉਣੀਆਂ ਸ਼ੁਰੂ ਹੋ ਜਾਣ, ਭਾਵ ਪਤੀ ਵੀ ਝੂਠ ਬੋਲੀ ਜਾਂਦਾ, ਪਤਨੀ ਵੀ ਝੂਠ ਬੋਲੀ ਜਾਂਦੀ ਆ, ਬੱਚੇ ਕਹਿੰਦੇ ਬੁੜਾ ਬੁੜੀ ਦਾ ਹਟਦੇ ਨਹੀਂ ਝੂਠ ਬੋਲਣਾ, ਚਲੋ ਅਸੀਂ ਵੀ ਝੂਠ ਬੋਲੀ ਜਾਂਦੇ ਆ ਨਾਲ, ਬੱਚੇ ਵੀ ਦੋਨੇ ਹੀ, ਕੁੜੀ ਵੀ ਬੋਲੀ ਜਾਂਦੀ ਹੈ ਤੇ ਮੁੰਡਾ ਵੀ। ਫਿਰ ਚਾਰੋਂ ਦਿਸ਼ਾਵਾਂ ਜਦੋਂ ਝੂਠ ਬੋਲਦੀਆਂ ਆ ਤਾਂ ਮੇਰੇ ਜਦੋਂ ਝੂਠ ਬੀਜੀ ਜਾਂਦੇ ਆ, ਫਿਰ ਕੀ ਹੁੰਦਾ ਆ? ਵਾਂਬਰੋਲੇ ਵੱਢਦੇ ਹਨ। ਫਿਰ ਉਹ ਬਾਂਬਰੋਲੇ ਵੱਢਦੇ ਆ। ਹਨੇਰੀਆਂ ਨਾਲ ਤਾਂ ਬਹੁਤ ਕੁਝ ਬਚ ਜਾਂਦਾ ਆ, ਬਾਂਬਰੋਲੇ ਜੜੋਂ ਹੀ ਉਖਾੜ ਕੇ ਲੈ ਜਾਂਦੇ ਆ। ਧਿਆਨ ਦੇਣਾ, ਝੂਠ ਦਾ ਐਡਾ ਅਸਰ ਹੁੰਦਾ ਇਨਸਾਨ ਦੇ ਜੀਵਨ 'ਚ ਕਿ ਜਦੋਂ ਪਤੀ ਪਤਨੀ ਝੂਠ ਬੋਲਦੇਗਾ, ਬੱਚੇ ਵੀ ਝੂਠ ਬੋਲਦੇ ਆ। ਹਨਾਨੀਆਂ ਤੇ ਸ਼ਬੀਰਾਂ ਦੇ ਖਤਮ ਕਰਨ ਦਾ ਕਾਰਨ ਕੀ ਸੀ? ਨਵੇਂ ਨੇਮ ਦੇ ਵਿੱਚ ਆ ਕੇ ਕਿਉਂ ਉਹਨਾਂ ਨੂੰ ਖਤਮ ਕੀਤਾ ਗਿਆ ਆ? ਧਿਆਨ ਦੇਣਾ, ਗਿਹਾਜੀ ਨੇ ਪੁਰਾਣੇ ਨੇਮ 'ਚ ਝੂਠ ਬੋਲਿਆ ਤੇ ਪ੍ਰਭੂ ਨੇ ਇਹ ਕਿਹਾ ਆਤਮਾ ਦੇ ਦੁਆਰਾ ਅਲੀਸ਼ਾ ਵਿੱਚ ਦੀ ਹੋ ਕੇ, ਤੇਰੇ ਤੇ ਤੇਰੇ ਬੱਚਿਆਂ ਦੇ ਵਿੱਚ, ਤੇਰੀਆਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਵਿੱਚ ਨਮਾਨ ਦਾ ਕੋਡ, ਉਹਦਾ ਦੁੱਖ ਸਦਾ ਹੀ ਬਣਿਆ ਰਹੇਗਾ। ਕਿਸੇ ਵੀ ਬਲੀ ਦੇ ਦੁਆਰਾ ਉਹ ਖਤਮ ਨਹੀਂ ਹੋਵੇਗਾ, ਤਾਂ ਕਿ ਪੁਰਾਣੇ ਨੇਮ ਦੇ ਲੋਕ ਜਾਣ ਲੈਣ। ਤੇ ਨਵੇਂ ਨੇਮ ਦੇ ਵਿੱਚ ਯਿਸੂ ਮਸੀਹ ਦੇ ਬਾਅਦ ਪਵਿੱਤਰ ਆਤਮਾ ਜਦੋਂ ਆਇਆ, ਤੇ ਹੁਣ ਪ੍ਰਭੂ ਨੇ ਹਨਾਨੀਆਂ ਤੇ ਸ਼ਫੀਰਾਂ ਨੂੰ ਕਿਉਂ ਖਤਮ ਕਰ ਦਿੱਤਾ? ਕਿਉਂਕਿ ਪਰਮੇਸ਼ਰ ਚਾਹੁੰਦਾ ਸੀ ਕਿ ਲੋਕਾਂ ਨੂੰ ਦੱਸ ਦਈਏ ਕਿ ਕਿਤੇ ਇਹਨਾਂ ਦਾ ਝੂਠ ਇਹਨਾਂ ਦੇ ਬੱਚਿਆਂ 'ਚ ਨਾ ਆ ਜਾਵੇ। ਬੱਚਿਆਂ ਨੂੰ ਬਚਾਏ ਰੱਖਣ ਦੇ ਲਈ ਉਹ ਝੂਠੇ ਖਤਮ ਕਰ ਦਿੱਤੇ ਗਏ। ਹਾਲੇਲੂਇਆ। ਸੀਰੀਅਸ ਲਓ ਵਚਨ, ਬਾਈਬਲ 'ਚ ਲਿਖੀ ਹੋਈ ਹਰੇਕ ਗੱਲ ਪੂਰੀ ਹੋਣੀ ਆ। ਕਹਿੰਦਾ ਇੱਕ ਬਿੰਦੀ ਵੀ ਘਟਾਈ ਤੇ ਵਧਾਈ ਨਹੀਂ ਜਾਵੇਗੀ। ਇੱਕ ਵੀ ਅੱਖਰ ਤੁਹਾਡੀ ਦਲੀਲ ਨਾਲ ਨਾ ਘਟਣਾ ਤੇ ਤੁਹਾਡੀ ਪ੍ਰੇਜ਼ੋਕ ਦਲੀਲ ਦੇ ਨਾਲ ਨਾ ਵਧਣਾ। ਹਰੇਕ ਕੋਈ ਸ਼ਬਦ ਜੋ ਬਾਈਬਲ 'ਚ ਲਿਖਿਆ ਪੂਰਾ ਹੋਣਾ ਆ। ਮਜ਼ਾਕ ਨਾ ਕਰੋ ਪਰਮੇਸ਼ਰ ਨਾਲ। ਲਿਖਿਆ ਗਿਆ ਬਾਈਬਲ 'ਚ, ਜੋ ਮਨੁੱਖ ਜੋ ਬੀਜਦਾ ਆ ਸੋ ਵੱਢੇਗਾ। ਤੇ ਜੋ ਹੋਸ਼ਿਆ ਨੇ ਕੀ ਕਿਹਾ ਆ? ਕਹਿੰਦਾ ਇਹ ਹਵਾ ਬੀਜਦੇ ਆ ਤੇ ਬਾਂਬਰੋਲੇ ਵੱਢਣੇ ਆ, ਹਨੇਰੀਆਂ ਨਹੀਂ। ਹਨੇਰੀਆਂ ਤੋਂ ਤਾਂ ਬਚ ਜਾਂਦੇ ਆ। ਤੇ ਬੜੇ ਬੜੇ ਮੇਰੇ ਜੋ ਬਾਂਬਰੋਲੇ, ਜਦੋਂ ਅਸੀਂ ਬਹੁਤ ਸਾਰੀਆਂ ਇਦਾਂ ਦੀਆਂ ਕੰਟਰੀਆਂ ਆ ਜਿਨ੍ਹਾਂ ਦੇ ਵਿੱਚ ਚਾਰੋਂ ਸਫੇਰਿਓਂ ਹਵਾ ਆਉਂਦੀ ਆ ਤੇ ਉਹ ਹਵਾ ਘੁੰਮਣ ਲੱਗ ਪੈਂਦੀ ਆ, ਇੱਥੋਂ ਤੱਕ ਕਿ ਮਕਾਨ ਤੇ ਮਕਾਨਾਂ ਦੀਆਂ ਛੱਤਾਂ ਵੀ ਢੇੜ ਕੇ ਨਾਲ ਹੀ ਲੈ ਜਾਂਦੀ ਆ। ਇਦਾਂ ਦੇ ਬਾਂਬਰੋਲੇ ਆ। ਤਾਂ ਝੂਠ ਬੋਲ ਕੇ ਤੁਸੀਂ ਧਨ ਨਹੀਂ ਇਕੱਠਾ ਕਰ ਰਹੇ ਆਲੇ ਦੁਆਲੇ, ਤੁਸੀਂ ਗੁਆਂਢੀ ਨੂੰ ਨਹੀਂ ਠੱਗ ਰਹੇ, ਤੁਸੀਂ ਦੁਨੀਆ ਨੂੰ ਨਹੀਂ ਠੱਗ ਰਹੇ। ਤੇ ਇੱਥੇ ਆ ਕੇ ਪ੍ਰਭੂ ਨਾਲ ਝੂਠ ਬੋਲ ਕੇ ਤੁਸੀਂ ਮੇਰੇ ਜੋ ਪ੍ਰਭੂ ਨੂੰ ਨਹੀਂ ਠੱਗ ਸਕਦੇ। ਤੁਸੀਂ ਜੋ ਬੀਜ ਦਿੱਤਾ ਹੈ ਤੁਹਾਨੂੰ ਹੁਣ ਵੱਢਣਾ ਪੈਣਾ ਆ। ਤੇ ਧਿਆਨ ਦੇਣਾ, ਬਾਈਬਲ 'ਚ ਸੰਤ ਸੁਲੇਮਾਨ ਦੀ ਗੱਲ ਵੱਲ ਧਿਆਨ ਦਿਓ, ਜੋ ਬੁੱਧ ਦਾ ਮਾਲਕ ਸੀ, ਜਿਹਨੂੰ ਬੁੱਧਵਾਨ ਬਣਾਇਆ, ਇੱਕ ਐਸਾ ਨਬੀ ਜਿਹਨੂੰ ਸਭ ਤੋਂ ਜ਼ਿਆਦਾ ਬੁੱਧ ਦਿੱਤੀ ਆ। ਉਹਨੇ ਆਪਣੀ ਬੁੱਧ ਤੋਂ ਇਹ ਗੱਲ ਸਾਡੇ ਲਈ ਪਰ ਭੇਜੀ ਆ ਲਿਖਤੀ ਰੂਪ ਦੇ ਵਿੱਚ ਕਿ ਜੀਵਨ ਤੇ ਮੌਤ ਜੀਵ ਦੇ ਵਸ ਵਿੱਚ। ਆਪਣੀ ਜੀਵ ਤੇ ਕੰਟਰੋਲ ਕਰੋ, ਆਪਣੀ ਜੀਵ ਤੋਂ ਵਾਕਿਫ ਹੋਵੋ, ਕਿਉਂਕਿ ਤੁਹਾਡੀ ਜੀਵ ਇੱਕ ਐਸਾ ਹਥਿਆਰ ਆ, ਜੇ ਸ਼ੈਤਾਨ ਨੇ ਇਸਤੇਮਾਲ ਕੀਤਾ ਤਾਂ ਤੁਹਾਡਾ ਹੀ ਨੁਕਸਾਨ ਆ, ਜੇ ਰੱਬ ਨੇ ਇਸਤੇਮਾਲ ਕੀਤਾ ਤਾਂ ਤੁਹਾਡਾ ਹੀ ਲਾਭ ਆ। ਹਾਲੇਲੂਇਆ।
ਕਈ ਵਾਰੀ ਕਹਿੰਦੇ ਨਾ ਪਾਸਟਰ ਜੀ ਉਹਨਾਂ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ। ਹੋ ਫਿਰ ਕੱਢ ਲੈਂਦੇ ਹੋ। ਉਹਦੀ ਜੀਭ ਬੋਲਦੀ ਆ, ਉਹਦੀ ਜੀਭ ਦਾ ਅਸਰ, ਉਹਦੀ ਜੀਭ ਦਾ ਰਿਜ਼ਲਟ ਉਹਨੂੰ ਮਿਲਣਾ ਆ, ਤੁਹਾਨੂੰ ਨਹੀਂ ਮਿਲਣਾ। ਕਿਸੇ ਦੇ ਕਹਿਣ ਨਾਲ ਫਟ ਨਹੀਂ ਪੈ ਜਾਣਾ। ਜੇ ਕੋਈ ਗਲਤ ਬੋਲਦਾ ਆ, ਉਹ ਆਪਣੀ ਜੀਭ ਨਾਲ ਬੋਲਦਾ ਆ, ਤੇ ਜੀਵਨ ਮੌਤ ਉਹਦੀ ਜੀਭ ਦੇ ਵਸ ਵਿੱਚ ਆ। ਜੋ ਗਲਤ ਬੋਲਦਾ ਉਹਨੇ ਗਲਤ ਪਾ ਲੈਣਾ। ਅਸੀਂ ਜੋ ਕੰਨਾਂ ਰਾਹੀਂ ਸੁਣ ਰਹੇ ਹਾਂ ਉਹਦਾ ਰਿਜ਼ਲਟ ਨਹੀਂ ਨਿਕਲਣਾ ਕਿ ਸਾਨੂੰ ਬਹੁਤੀਆਂ ਗਾਲਾਂ ਕਿਸੇ ਨੇ ਕੱਢੀਆਂ, ਕਿਸੇ ਨੇ ਸਾਨੂੰ ਬਹੁਤ ਮਾੜਾ ਕਿਹਾ, ਸਾਨੂੰ ਨੀਚ ਆਖਿਆ। ਹਾਉ ਫਿਰ ਕਹਿਤਾ ਠੀਕ ਹੈ, ਕੋਈ ਗੱਲ ਨਹੀਂ। ਰਿਜ਼ਲਟ ਤੁਹਾਡਾ ਮਾੜਾ ਨਹੀਂ ਹੋਣਾਗਾ, ਸੁਣਨ ਵਾਲੇ ਦਾ ਮਾੜਾ ਨਹੀਂ ਹੋਣਾਗਾ। ਜਿਹਨੇ ਆਪਣੀ ਜੀਭ ਨੂੰ ਇਸਤੇਮਾਲ ਕੀਤਾ ਗਲਤ ਸ਼ਬਦਾਂ ਦੇ, ਗਲਤ ਲਫ਼ਜ਼ਾਂ ਦੇ ਲਈ, ਰਿਜ਼ਲਟ ਉਹਦੇ ਲਈ ਮਾੜਾ ਹੋਣਾ ਆ, ਸਾਡੇ ਲਈ ਨਹੀਂ। ਇਸੇ ਤਰ੍ਹਾਂ ਜੇ ਤੁਸੀਂ ਆਪਣੀ ਜੀਭ ਨੂੰ ਕਿਸੇ ਗਲਤ ਕੰਮਾਂ ਦੇ ਲਈ, ਗਲਤ ਲਫ਼ਜ਼ਾਂ ਦੇ ਲਈ ਇਸਤੇਮਾਲ ਕਰੋਗੇ, ਝੂਠ ਲਈ ਇਸਤੇਮਾਲ ਕਰੋਗੇ, ਝੂਠ ਨੂੰ ਦੇ ਦਿਓਗੇ ਆਪਣੀ ਜੀਭ, ਤੇ ਫਿਰ ਰਿਜ਼ਲਟ ਤੁਹਾਡੇ ਮਾੜੇ ਆਉਣੇ ਆ, ਮੇਰੇ ਤੋਂ ਕਿਸੇ ਹੋਰ ਦੇ ਨਹੀਂ। ਹਾਲੇਲੂਇਆ, ਕਿਸੇ ਹੋਰ ਦੇ ਨਹੀਂ। ਭਾਵ ਜੋ ਪੇਪਰ 'ਚ ਤੁਸੀਂ ਲਿਖਿਆ ਆ, ਰਿਜ਼ਲਟ ਤੁਹਾਨੂੰ ਉਹਦਾ ਹੀ ਭੋਗਣਾ ਪੈਣਾ ਆ। ਤੇ ਸਾਡੀ ਦੌੜ ਹੁੰਦੀ ਆ ਕਿ ਚੰਗਾ ਹੀ ਲਿਖੀਏ, ਚੰਗਾ ਹੀ ਲਿਖੀਏ, ਤਾਂ ਕਿ ਰਿਜ਼ਲਟ ਵਧੀਆ ਤੋਂ ਵਧੀਆ ਆਵੇ, ਫਸਟ ਡਿਵੀਜ਼ਨ ਆਵੇ। ਤੇ ਫਿਰ ਮੇਰੇ ਜੋ ਐਦਾਂ ਹੀ ਆਤਮਿਕ ਜ਼ਿੰਦਗੀ ਆ, ਵਧੀਆ ਹੀ ਬੋਲੋ ਤਾਂ ਕਿ ਵਧੀਆ ਹੀ ਰਿਜ਼ਲਟ ਆਵੇ। ਝੂਠ ਹੈ ਕਿਹਦੇ ਵੱਲੋਂ? ਯਹੋਨਾ ਦੀ ਅੰਜੀਲ, ਮੈਂ ਹਿੰਦੀ 'ਚ ਨਾ ਬਾਈਬਲ 'ਚ, ਹਿੰਦੀ ਦੀ ਬਾਈਬਲ 'ਚ ਇੱਕ ਆਇਤ ਪੜ੍ਹੀ ਜਾਵੇ। ਯਹੋਨਾ ਦੀ ਅੰਜੀਲ 8 ਅਧਿਆਇ ਉਹਦੀ 44 ਆਇਤ। ਝੂਠ ਹੈ ਕਿਹਦੇ ਵੱਲੋਂ? ਯਹੋਨਾ 8 ਉਹਦੀ 44 ਆਇਤ, ਹਿੰਦੀ ਦੀ ਬਾਈਬਲ 'ਚ ਜਲਦੀ ਦੇ ਨਾਲ। तुम इन बातों पर कान दो, क्योंकि मनुष्य का पुत्र मनुष्यों के हाथ में पकड़वाया जाने को है। ਯਹੋਨਾ ਦੀ ਅੰਜੀਲ 8 ਉਹਦੀ 44 ਆਇਤ, ਜਲਦੀ ਦੇ ਨਾਲ। तुम अपने अपने पिता शैतान से हो। ਬਸ ਇਹ ਇੱਕ ਵਿਅਕਤੀ ਦੇ ਲਈ ਕਿਹਾ ਗਿਆ ਜਿਹੜਾ ਝੂਠ ਬੋਲਦਾ, ਜਿਹੜਾ ਝੂਠ ਬੋਲਦਾ। ਕਿਹਦੇ ਆ ਅਸੀਂ? ਜੇ ਅਸੀਂ ਪ੍ਰਭੂ ਦੇ ਆ, ਕਿਹਨੂੰ ਮੰਨਦੇ ਆ? ਜੇ ਅਸੀਂ ਪ੍ਰਭੂ ਨੂੰ ਮੰਨਦੇ ਆ, ਕਿਹਦੀ ਮੰਨਦੇ ਆ? ਹੁਣ ਇਹ ਤੁਸੀਂ ਦੇਖਣਾ ਆ। ਸੱਚ ਬੋਲਦੇ ਆ, ਸੱਚ ਤੇ ਖੜੇ ਰਹਿੰਦੇ ਆ, ਸੱਚ ਲਈ ਘਾਟੇ ਵੀ ਸਹਿ ਲੈਂਦੇ ਆ, ਸੱਚ ਲਈ ਬਲੀਦਾਨ ਹੋਣ ਲਈ ਵੀ ਤਿਆਰ ਆ, ਤੇ ਤੁਸੀਂ ਪਰਮੇਸ਼ਵਰ ਦੇ ਆ। ਜੇ ਤੁਸੀਂ ਘਾਟੇ ਤੋਂ ਬਚਣ ਦੇ ਲਈ ਝੂਠ ਬੋਲੋ, ਆਪਣੇ ਲਾਭ ਲਈ ਝੂਠ ਬੋਲੋ, ਠੱਗਣ ਲਈ ਝੂਠ ਬੋਲੋ, ਮੋਹ ਲਈ ਝੂਠ ਬੋਲੋ, ਫਿਰ ਕਿਹਦੇ ਆ? ਫਿਰ ਪ੍ਰਭੂ ਦੇ ਨਹੀਂ ਆ। ਕਿਹਦੇ ਆ? ਲਿਖਿਆ ਪਹਿਲੀ ਲਾਈਨ, तुम अपने पिता शैतान से हो। तुम अपने पिता शैतान से हो। जिस इंसान दी जीव ते झूठ आ, ਉਹਦਾ ਪਿਤਾ ਕੌਣ ਆ? ਬਾਈਬਲ 'ਚ ਲਿਖਿਆ, ਲਿਖਤਾ तुम अपने पिता शैतान से हो। हे पिता प्रभु यीशु किरपा कर, जीव ते झूठ है तो पिता ਉਹਨੂੰ ਕਹੀ ਜਾਂਦੇ ਆ। ਕਿਰਪਾ ਕਰੇਗਾ, ਕਦੀ ਹੋ ਨਹੀਂ ਸਕਦਾ। ਬਾਪ ਹੀ ਬੇਟੇ ਉੱਤੇ ਕਿਰਪਾ ਕਰਦਾ ਆ। ਹੁਣ ਸੱਚਾਈ ਤੇ ਪਲਣ ਵਾਲਾ, ਚੱਲਣ ਵਾਲਾ ਤਾਂ ਪਰਮੇਸ਼ਵਰ ਦਾ ਹੈਗਾ, ਤੇ ਝੂਠ ਬੋਲਣ ਵਾਲਾ, ਝੂਠ ਤੇ ਚੱਲਣ ਵਾਲਾ, ਝੂਠ ਤੇ ਪਲਣ ਵਾਲਾ ਕਦੀ ਵੀ ਪਰਮੇਸ਼ਵਰ ਦਾ ਨਹੀਂ ਹੋ ਸਕਦਾ। ਤੇ ਇੱਥੇ ਕਲੀਅਰ ਕੀਤਾ ਪ੍ਰਭੂ ਯਿਸੂ ਮਸੀਹ ਨੇ, ਯਹੋਨਾ ਦੀ ਕਿਤਾਬ ਦੇ ਵਿੱਚ 8 ਅਧਿਆਇ ਉਹਦੇ 44 ਚ ਲਿਖਿਆ, तुम अपने पिता शैतान से हो और अपने पिता की लालसाओं को पूरा करना चाहते हो। अपने पिता की लालसाओं को पूरा करना चाहते हो। जिवें पिता दा सुभाਅ आ, शैतान दा सुभाਅ आ ਝੂਠ ਬੋਲਣਾ, ਇਵੇਂ ਹੀ ਤੁਸੀਂ ਵੀ ਝੂਠ ਬੋਲੀ ਜਾਂਦੇ, ਝੂਠ ਤੇ ਝੂਠ ਬੋਲੀ ਜਾਂਦੇ ਆ, ਕਿਉਂਕਿ ਝੂਠ ਮੌਤ ਨੂੰ ਪੈਦਾ ਕਰਦਾ ਆ। ਝੂਠ ਕਿਹਨੂੰ ਪੈਦਾ ਕਰਦਾ? ਮੌਤ ਨੂੰ। तुम अपने पिता की लालसाओं को पूरा करते हो। वह तो आरंभ से हत्यारा है। वह तो आरंभ से ही हत्यारा है। आदम ते हवा दी जिंदगी नूं खोण वाला, झूठ बोलण वाला शैतान। प्रभु ने आदम ते हवा नूं कहा, इस रुख तो कदी ना तोड़ना ना खाना, क्योंकि जदों खाएगा मर जाएगा। ਤੇ ਸ਼ੈਤਾਨ ਨੂੰ ਇਹ ਅੱਗ ਲੱਗੀ ਹੋਈ ਸੀ ਕਿ ਮੈਂ ਤਾਂ ਅੱਗ 'ਚ ਸੜਨਾ ਹੀ ਸੜਨਾ ਆ। ਆਦਮ ਤੇ ਹਵਾ ਕਿਉਂ ਅਮਰ ਹੋ ਜਾਣ? ਕਿਉਂ ਨਾ ਮੈਂ ਇਹਨਾਂ ਨੂੰ ਭਰਮਾਵਾਂ?
ਨਾ ਆਦਮ ਨੇ ਝੂਠ ਬੋਲਿਆ, ਨਾ ਹਵਾ ਨੇ ਝੂਠ ਬੋਲਿਆ। ਧਰਤੀ ਦੇ ਉੱਤੇ ਜਦੋਂ ਮੇਰੇ ਜੋ ਆਦਮ ਤੇ ਹਵਾ ਦੇ ਨਾਲ ਸ਼ੈਤਾਨ ਦੀ ਮੁਲਾਕਾਤ ਹੋਈ ਤੇ ਸ਼ੈਤਾਨ ਨੇ ਪਹਿਲਾਂ ਹੀ ਕਿਹਾ ਕਿ ਇਸ ਰੁੱਖ ਤੋਂ ਜਦੋਂ ਤੁਸੀਂ ਖਾਓਗੇ ਪ੍ਰਭੂ ਵਰਗੇ ਬਣ ਜਾਓਗੇ। ਪਹਿਲਾ ਝੂਠ ਕਹਿੰਦਾ ਮੁੱਢ ਸੇ ਹੀ, स्टार्टिंग से ही शैतान हथियारा है, हथियारा हत्या करने वाला है। ते अज भी वो तुहाडे मन और तुहाडी जवान नूं झूठ बुला के तुहाडी हत्या करना चाहुंदा है। धोखा ना खा लाओ कि इन्ना झूठ बोल के मैनूं लाभ हो जाना है। ध्यान दिओ, ओही झूठ तुहाडे विरोध विच शैतान दा वड्डा हथियार है। जिहड़ा इंसान झूठ बोलदा है ਉਹਦੀ ਜ਼ੁਬਾਨ ਤੇ, ਉਸੇ ਬੰਦੇ ਦੇ ਜ਼ੁਬਾਨ ਤੇ ਬੰਦੇ ਦੇ ਮਨ ਦੀ ਝੂਠੀ ਗੱਲ ਬੰਦੇ ਦੇ ਲਈ ਹੀ ਹਥਿਆਰ ਆ। ਇਹ ਹਥਿਆਰ ਸ਼ੈਤਾਨ ਵੱਲੋਂ ਆ। ਕਹਿੰਦਾ ਉਹ ਸਟਾਰਟਿੰਗ ਸੇ ਹੀ ਹਥਿਆਰਾ ਆ, ਉਹ ਜੀਵਨ ਦੇਣ ਵਾਲਾ ਨਹੀਂ ਆ, ਉਹ ਰੱਖਿਆ ਕਰਨ ਵਾਲਾ ਨਹੀਂ ਆ। ਉਹ ਹਥਿਆਰਾ ਆ, ਉਹਦਾ ਸੁਭਾਅ ਹੱਤਿਆ ਕਰਨਾ ਆ, ਉਹਦਾ ਹੱਤਿਆ ਬਰੇਜ਼ੋ, ਉਹਦਾ ਸੁਭਾਅ ਮਾਰਨਾ ਆ ਤੇ ਉਹਦੇ ਕੋਲ ਮੌਤ ਆ। ਤੇ ਅੱਜ ਜੀਵ ਦੇ ਉੱਤੇ ਝੂਠ ਰੱਖ ਕੇ ਅਸੀਂ ਬਹੁਤ ਵੱਡੀ ਜੰਗ ਨਹੀਂ ਜਿੱਤ ਲਈ, ਸਗੋਂ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਹਾਂ। ਹੋ ਸਕਦਾ ਤੁਸੀਂ ਕਿਸੇ ਤੋਂ ਕੁਝ ਜਿੱਤ ਲਿਆ ਹੋਵੇ ਝੂਠ ਬੋਲ ਕੇ, ਹੋ ਸਕਦਾ ਤੁਹਾਨੂੰ ਕੋਈ ਲਾਭ ਹੋ ਗਿਆ ਹੋਵੇ ਝੂਠ ਬੋਲ ਕੇ, ਪਰ ਧਿਆਨ ਦਿਓ ਉਹ ਥੋੜਾ ਜਿਹਾ ਲਾਭ ਤੁਹਾਡੀ ਜ਼ਿੰਦਗੀ 'ਚ ਆ ਤਾਂ ਗਿਆ ਆ, ਪਰ ਤੁਸੀਂ ਆਪਣੀ ਅਸਲ ਜ਼ਿੰਦਗੀ ਦੀ ਸਫਲਤਾ ਹਾਰ ਚੁੱਕੇ ਆ। ਬੋਲਣ ਤੋਂ ਪਹਿਲਾਂ ਹਮੇਸ਼ਾ ਸੋਚੋ। ਕਈ ਥਾਈਂ ਬੋਰਡ ਲੱਗੇ ਹੁੰਦੇ, ਸਕੂਲਾਂ 'ਚ ਲੱਗੇ ਹੁੰਦੇ ਆ, ਪਹਿਲਾਂ ਤੋਲੋ ਫਿਰ, ਇੱਥੇ ਤੋਲਦਾ ਤਾਂ ਕੋਈ ਵੀ ਨਹੀਂ, ਬੋਲਦਾ ਹੀ ਆ। ਇੱਥੇ ਬੋਲਦਾ ਹੀ ਆ, ਤੋਲਦਾ ਤਾਂ ਕੋਈ ਵੀ ਨਹੀਂ, ਜਾਂਚਦਾ ਤਾਂ ਕੋਈ ਵੀ ਨਹੀਂ ਆਪਣੇ ਆਪ ਨੂੰ ਕਿ ਮੈਂ ਕਿਸ ਜਗ੍ਹਾ ਤੇ ਆ, ਕਿਹਦੇ ਨਾਲ ਮੈਂ ਗੱਲ ਕਰ ਰਿਹਾ ਆ, ਕਿਹੜੀ ਗੱਲ ਕਰ ਰਿਹਾ ਆ, ਇਹਦਾ ਮੈਨੂੰ ਕੀ ਗੁੱਡ ਇਫੈਕਟ ਹੈ ਮੇਰੇ ਲਈ, ਕੀ ਬੈਡ ਇਫੈਕਟ ਹੈ ਇਹਦੇ। ਕੋਈ ਤੋਲਦਾ ਹੀ ਨਹੀਂ ਇਸ ਗੱਲ ਨੂੰ। ਬਸ ਇਹੀ ਇੱਕ ਧੁਨ ਸੀ, ਦੌੜੇ ਭੱਜੇ ਫਿਰਦੇ ਆ, ਬਸ ਬੋਲੀ ਜਾਓ, ਕੋਈ ਗੱਲ ਨਹੀਂ, ਝੂਠ ਬੋਲੀ ਜਾਓ। ਬਸ ਆਪਣੇ ਆਪ ਨੂੰ ਵਧੀਆ ਬਣਾ ਕੇ ਰੱਖਣਾ, ਭਾਵੇਂ ਝੂਠ ਬੋਲ ਕੇ ਵਧੀਆ ਬਣਾ ਲਈਏ, ਆਪਣੇ ਆਪ ਨੂੰ ਚੰਗਾ ਬਣਾ ਕੇ ਰੱਖਣਾ, ਚਾਹੇ ਝੂਠ ਬੋਲ ਕੇ ਚੰਗਾ ਬਣਾ ਲਈਏ, ਆਪਣੇ ਆਪ ਨੂੰ ਸਭ ਤੋਂ ਸਰਵਸ਼੍ਰੇਸ਼ਟ ਬਣਾ ਕੇ ਰੱਖਣਾ, ਚਾਹੇ ਝੂਠ ਬੋਲ ਕੇ ਸਰਵਸ਼੍ਰੇਸ਼ਟ ਬਣਾ ਲਈਏ। ਮੇਰੇ ਜੋ ਦੁਨੀਆ ਦੀ ਨਜ਼ਰ 'ਚ ਤੁਸੀਂ ਝੂਠ ਬੋਲ ਕੇ ਸਰਵਸ਼੍ਰੇਸ਼ਟ ਹੋ ਸਕਦੇ ਆ, ਲੇਕਿਨ ਖੁਦਾ ਦੇ ਅੱਗੇ ਜ਼ੀਰੋ ਹੋ ਜਾਣਗੇ। ਹਾਲੇਲੂਇਆ। ਪਰਮੇਸ਼ਵਰ ਦੇ ਅੱਗੇ ਜ਼ੀਰੋ ਹੋ ਜਾਣਗੇ। ਇਸੇ ਲਈ ਪ੍ਰਭੂ ਦਾ ਦਾਸ ਸੁਲੇਮਾਨ ਕਹਿੰਦਾ ਕਿ ਆਪਣੇ ਜੀਵ ਨੂੰ ਸੰਭਾਲ ਕੇ ਰੱਖੋ। ਯਾਕੂਬ ਨੇ ਕਿਹਾ ਕਿ ਇਹਨੂੰ ਵਸ ਚ ਕਰੋ। ਇਹ ਵਸ ਕਰਨੀ ਔਖੀ ਆ। ਸੰਸਾਰਿਕ ਬੰਦਾ ਕਦੇ ਵੀ ਆਪਣੇ ਜੀਵਨ ਨੂੰ ਵਸ ਚ ਨਹੀਂ ਰੱਖ ਸਕਦਾ, ਲੇਕਿਨ ਜਿਹੜਾ ਵਚਨ ਨੂੰ ਪੜ੍ਹਨ ਵਾਲਾ, ਵਚਨ ਨੂੰ ਸੁਣਨ ਵਾਲਾ ਆਪਣੇ ਜੀਵ ਤੇ ਵਸ ਕਰ ਸਕਦਾ ਆ। ਹਾਲੇਲੂਇਆ। ਸਾਨੂੰ ਇਹ ਪਤਾ ਅੱਜ ਲੱਗ ਗਿਆ ਕਿ ਮੇਰਾ ਇੱਕ ਝੂਠ, ਮੇਰੀ ਜ਼ੁਬਾਨ ਦਾ ਇੱਕ ਝੂਠ ਮੈਨੂੰ ਤੇ ਮੇਰੀ ਫੈਮਿਲੀ ਨੂੰ ਖਤਮ ਕਰ ਸਕਦਾ ਆ, ਘਾਟੇ 'ਚ ਲੈ ਕੇ ਜਾ ਸਕਦਾ, ਸਾਰੀ ਉਮਰ ਦਾ ਰੋਣਾ ਦੇ ਸਕਦਾ ਆ। ਇਸ ਲਈ ਮੈਂ ਅੱਜ ਤੋਂ ਆਪਣੀ ਜੀਵ ਦੇ ਉੱਤੇ ਝੂਠ ਨਹੀਂ ਆਉਣ ਦੇਣਾ। वो शुरू से ही हत्यारा है और सत्य पर स्थिर ना रहा, वो सत्य पर आप कायम ना रहा, क्योंकि सत्य उसमें है ही नहीं। क्योंकि सत्य उसमें है ही नहीं। यीशु मसीह ਉਹਦੇ ਵਿੱਚ ਨਹੀਂ ਆ ਜਿਹੜਾ ਝੂਠ ਬੋਲਦਾ। ਹਾਂਜੀ, जब वह झूठ बोलता तो अपने स्वभाव ही से बोलता है। जब वह झूठ बोलता है तो अपने स्वभाव से झूठ बोलता है। ਉਹਦਾ ਸੁਭਾਅ ਝੂਠ ਬੋਲਣ ਵਾਲਾ ਆ। ਸ਼ੈਤਾਨ ਦਾ ਸੁਭਾਅ ਝੂਠ ਬੋਲਣਾ ਆ। ਜਿਹਨਾਂ ਨੂੰ ਲੱਗਦਾ ਕਿ ਅਸੀਂ ਝੂਠ ਬੋਲ ਲਿਆ, ਬਹੁਤ ਕਲੀਅਰਲੀ ਝੂਠ ਬੋਲਿਆ, ਕਿਸੇ ਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਸੀ ਕਿ ਅਸੀਂ ਏਡਾ ਝੂਠ ਬੋਲਿਆ, ਉਹ ਕੋਈ ਵੱਡੀ ਗੱਲ ਨਹੀਂ ਆ। ਕਈ ਵਾਰ ਕਈ ਝੂਠ ਬੋਲਣ ਲੱਗੇ ਥਥਲਾਉਂਦੇ ਵੀ ਆ। ਕਈ ਵਾਰ ਕੋਈ ਬੰਦਾ ਝੂਠ ਬੋਲੇ ਨਾ, ਉਹਦੀ ਜੀਭ ਥਥਲਾਉਂਦੀ ਆ, ਤੇ ਕਈ ਇੰਨੇ ਮਾਹਰ ਹੁੰਦੇ ਝੂਠ ਬੋਲਣ ਚ, ਉਹਨਾਂ ਦੀ ਜੀਭ ਨਹੀਂ ਥਥਲਾਉਂਦੀ। ਉਹਨਾਂ ਨੂੰ ਇਹ ਮਹਿਸੂਸ ਹੁੰਦਾ ਆ ਕਿ ਮੈਂ ਬਹੁਤ ਸੋਹਣਾ ਝੂਠ ਬੋਲ ਗਿਆ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਮੇਰੇ ਹਾਵ ਭਾਵ, ਮੇਰੀਆਂ ਅੱਖਾਂ ਚੋਂ ਪਾਣੀ, ਅੱਖਾਂ ਮੇਰੀਆਂ ਨਮ ਹੋ ਗਈਆਂ, ਮੈਂ ਝੂਠ ਬੋਲਿਆ, ਕਿਸੇ ਨੂੰ ਮਹਿਸੂਸ ਨਹੀਂ ਹੋਇਆ। ਪਰ ਲਿਖਿਆ ਗਿਆ ਉਹਦਾ ਸ਼ੁਰੂ ਤੋਂ ਸੁਭਾਅ ਸ਼ੈਤਾਨੀ ਆ, ਇਸ ਲਈ ਸ਼ੈਤਾਨ ਬਹੁਤ ਕਲੀਅਰ ਕੰਮ ਕਰ ਜਾਂਦਾ। ਹਾਂਜੀ, क्योंकि वह झूठा है वरन झूठ का पिता है। वह झूठ का पिता है। छेड़ा झूठ बोलदा है, ਉਹ ਸ਼ੈਤਾਨ ਦਾ ਪਤੰਦਰ ਆ। ਪੰਜਾਬੀ ਚ ਪਤੰਦਰ ਲਿਖਿਆ ਨਾ,
ਹਾਲੇਲੂਇਆ। ਜਿਹੜਾ ਝੂਠ ਬੋਲ ਜਾਂਦਾ ਬੜਾ ਸਰਲ, ਉਹ ਪੂਰਾ ਸ਼ੈਤਾਨੀ ਆ। ਔਰ ਸ਼ੈਤਾਨ ਸਹਿਜ ਦੇ ਨਾਲ ਹੀ ਮੇਰੇ ਜੋ ਹਵਾਵਾਂ ਦੇ ਬਾਂਬ ਰੋਲਿਆਂ 'ਚ ਬੰਦੇ ਨੂੰ ਭੇਜ ਦਿੰਦਾ, ਮੌਤ ਦੇ ਘੇਰੇ ਵਿੱਚ ਭੇਜ ਦਿੰਦਾ, ਦੁੱਖ ਦੇ ਘੇਰੇ ਵਿੱਚ ਭੇਜ ਦਿੰਦਾ। ਇਸੇ ਲਈ ਪ੍ਰਭੂ ਦਾ ਦਾਸ ਇਸ ਗੱਲ ਨੂੰ ਬਿਆਨ ਕਰਦਾ ਹੈ ਜਦੋਂ ਅਸੀਂ ਯੋਹੰਨਾ 8:32 ਨੂੰ ਪੜ੍ਹਦੇ ਹਾਂ। ਯੋਹੰਨਾ ਦੀ ਅੰਜੀਲ 8 ਉਹਦੀ 32 ਆਇਤ। ਅਰ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਹੁਣ ਦੂਜੀ ਗੱਲ ਤੇ ਆਉਂਦੇ ਆ, ਝੂਠ ਦੇ ਹਾਲਾਤ ਕੀ ਆ, ਝੂਠ ਕੀ ਹਾਲਾਤ ਪੈਦਾ ਕਰ ਦਿੰਦਾ, ਝੂਠ ਕੀ ਲੈ ਆਉਂਦਾ। ਤੇ ਹੁਣ ਇੱਥੇ ਹੀ ਇਸੇ ਅਧਿਆਇ 'ਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਤਾਂ ਸੱਚਾਈ ਨੂੰ ਜਾਣੋ ਤਾਂ ਸੱਚਾਈ ਆਜ਼ਾਦ ਕਰੇਗੀ। ਝੂਠ ਗੁਲਾਮ ਕਰ ਦਿੰਦਾ, ਝੂਠ ਮੌਤ ਨੂੰ ਪੈਦਾ ਕਰਦਾ, ਝੂਠ ਦੁੱਖ ਦੇ ਬਾਂਬ ਰੋਲਿਆਂ ਨੂੰ ਲੈ ਕੇ ਆਉਂਦਾ। ਹਵਾ ਤੇ ਹਨੇਰੀ ਦੀ ਇੱਕ ਦਿਸ਼ਾ ਹੁੰਦੀ ਆ, ਜੇ ਪੂਰਬ ਵੱਲ ਨੂੰ ਚੱਲਦੀ ਤੇ ਸਾਰੀ ਹਵਾ ਪੂਰਬ ਵੱਲ ਨੂੰ ਜਾਂਦੀ ਆ, ਜੇ ਪੱਛਮ ਨੂੰ ਜਾਂਦੀ ਤੇ ਸਾਰੀ ਪੱਛਮ ਨੂੰ ਜਾਂਦੀ ਆ। ਪਰ ਬਾਂਬ ਰੋਲਾ ਪੂਰਬ ਚੋਂ ਵੀ, ਪੱਛਮ ਚੋਂ ਵੀ, ਉੱਤਰ ਚੋਂ ਵੀ, ਦੱਖਣ ਚੋਂ, ਚਾਰੋਂ ਪਾਸਿਓਂ ਆਉਂਦਾ ਤਾਂ ਘੁੰਮਣ ਲੱਗ ਪੈਂਦਾ ਆ। ਤੁਸੀਂ ਸਿੱਧੇ ਦੌੜੇ ਰਹੋਗੇ ਤੁਹਾਨੂੰ ਚੱਕਰ ਨਹੀਂ ਆਉਣਗੇ। ਤੁਸੀਂ ਇੱਕ ਥਾਂ ਖੜੇ ਹੋ ਕੇ ਚਾਰੋਂ ਪਾਸੇ ਨੂੰ ਘੁੰਮਣ ਲੱਗ ਪਓਗੇ, ਤੁਸੀਂ ਡਿੱਗ ਪਾਓਗੇ। ਤੁਸੀਂ ਕੀ ਕਰੋਗੇ? ਡਿੱਗ ਪਾਓਗੇ। ਇੱਕ ਪਾਸੇ ਨੂੰ ਦੌੜੋਗੇ ਤਾਂ ਮੰਜ਼ਿਲ ਤੇ ਪਹੁੰਚ ਜਾਓਗੇ, ਤੇ ਇੱਕ ਥਾਂ ਖੜੇ ਹੋ ਕੇ ਚਾਰੋਂ ਦਿਸ਼ਾਵਾਂ ਨੂੰ ਘੁੰਮਣ ਲੱਗ ਪਓਗੇ ਤਾਂ ਤੁਸੀਂ ਥੱਲੇ ਜ਼ਮੀਨ 'ਚ ਮਿੱਟੀ 'ਚ ਰਹਿ ਪਾਓਗੇ, ਖਤਮ ਹੋ ਜਾਓਗੇ। ਪਰ ਯਿਸੂ ਮਸੀਹ ਨੇ ਕੀ ਕਿਹਾ? ਕਹਿੰਦਾ ਸੱਚਾਈ ਨੂੰ ਜਾਣੋ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਜੇ ਤੁਹਾਡੀ ਜੀਵ ਦੇ ਉੱਤੇ ਸੱਚਾਈ ਰਹੇਗੀ, ਤੁਹਾਡੇ ਮਨ 'ਚ ਸੱਚਾਈ ਰਹੇਗੀ, ਜੀਵ ਤੋਂ ਤਦੇ ਸੱਚ ਬੋਲੇਗੀ ਜੇ ਸਾਡੇ ਅੰਦਰ ਸੱਚ ਹੋਵੇਗਾ। ਤੇ ਸੱਚ ਦਾ ਮਾਲਕ ਕੌਣ ਆ? ਯਿਸੂ ਨੇ ਕਿਹਾ ਰਾਹ, ਸੱਚਾਈ ਤੇ ਜਿਉਣ ਮੈਂ। ਕਿੰਨਾ ਵੀ ਘਾਟਾ ਕਿਉਂ ਨਾ ਪੈਣਾ ਸ਼ੁਰੂ ਹੋ ਜਾਵੇ, ਪਰ ਸੱਚ ਤੇ ਖੜੇ ਰਹੋ। ਇੱਕ ਬੰਦੇ ਨੂੰ ਜਿਤਾਉਣ ਲਈ ਸੈਂਕੜੇ ਝੂਠ ਬੋਲਣੇ ਪੈ ਜਾਂਦੇ, ਬੰਦਾ ਫੇਰ ਹਾਰ ਜਾਂਦਾ। ਤੇ ਜੇ ਤੁਸੀਂ ਸੱਚ ਤੇ ਖੜੇ ਆ ਨਾ, ਇੱਕ ਸੱਚ ਨੂੰ ਫੜੀ ਰੱਖੋ। ਤੁਹਾਡੇ ਵਿਰੋਧ ਹਜ਼ਾਰਾਂ ਹੀ ਕਿਉਂ ਨਾ ਖੜੇ ਹੋ ਜਾਣ ਝੂਠੇ, ਪਰ ਸੱਚ ਆਖਰ ਜਿੱਤ ਜਾਂਦਾ ਆ। ਜੇ ਤੁਸੀਂ ਯਿਸੂ ਮਸੀਹ ਨੂੰ ਫੜੀ ਰੱਖੋਗੇ, ਸੱਚ ਨੂੰ ਫੜੀ ਰੱਖੋਗੇ, ਤੇ ਵੱਡੀ ਸਫਲਤਾ ਤੁਹਾਡੀ ਹੋਵੇਗੀ, ਜਿੱਤ ਤੁਹਾਡੀ ਹੋਵੇਗੀ। ਕਹਿੰਦੇ ਜੇ ਤੁਹਾਡੀ ਜੀਵ ਤੇ ਸੱਚ ਹੋਵੇਗਾ, ਜੇ ਸੱਚਾਈ ਵਿੱਚ ਪਲਦੇ ਹੋਵੋਗੇ, ਸੱਚਾਈ 'ਚ ਅੜੇ ਰਹੋਗੇ, ਸੱਚਾਈ 'ਚ ਖੜੇ ਰਹੋਗੇ, ਸੱਚਾਈ 'ਚ ਚੱਲਦੇ ਜਾਵੋਗੇ, ਤੇ ਤੁਹਾਡਾ ਆਪਣਾ ਜੀਵਨ ਆਜ਼ਾਦ ਹੁੰਦਾ ਜਾਏਗਾ। ਹੁਣ ਗੁਲਾਮੀ ਤੇ ਆਜ਼ਾਦੀ ਲਈ ਤੁਸੀਂ ਡਿਸੀਜਨ ਲੈਣਾ ਆ। ਤੁਸੀਂ ਡਿਸੀਜਨ ਲੈਣਾ ਹੈ ਕਿ ਅਸੀਂ ਆਜ਼ਾਦ ਹੋਣਾ ਜਾਂ ਗੁਲਾਮ ਹੀ ਰਹਿਣਾ ਆ। ਹੋ ਸਕਦਾ ਅੱਜ ਤੁਸੀਂ ਥੋੜੇ ਜਿਹੇ ਮੇਰੇ ਜੋ ਸ਼ੈਤਾਨ ਦੇ ਪਿੱਛੇ ਚੱਲ ਕੇ ਜਾਂ ਝੂਠ ਬੋਲ ਕੇ ਆਪਣੀ ਜੀਵ ਤੋਂ ਝੂਠ ਬੁਲਾ ਕੇ ਤੁਸੀਂ ਥੋੜੇ ਜਿਹੇ ਲਾਭ ਵਿੱਚ, ਲੇਕਿਨ ਵੱਡੀ ਗੁਲਾਮੀ ਤੁਹਾਨੂੰ ਉਡੀਕ ਰਹੀ ਆ। ਤੇ ਜੇ ਅੱਜ ਅਸੀਂ ਇਹ ਫੈਸਲਾ ਲੈ ਲਈਏ ਕਿ ਨਹੀਂ, ਅੱਜ ਤੋਂ ਆਪਣੀ ਜੀਵ ਤੋਂ ਵੀ ਸੱਚ, ਆਪਣੇ ਮਨ ਤੋਂ ਵੀ ਸੱਚ, ਆਪਣੀਆਂ ਸੋਚਾਂ ਤੋਂ ਵੀ ਸੱਚ, ਆਪਣੇ ਖਿਆਲਾਂ ਤੋਂ ਵੀ ਸੱਚ, ਆਪਣੇ ਬੋਲਣੇ ਤੋਂ ਸੱਚ, ਦੇਖਣੇ ਤੋਂ ਸੱਚ, ਸੁਣਨੇ ਤੋਂ ਸੱਚ ਰੱਖਣਾ ਆ, ਤਾਂ ਮੇਰੇ ਜੋ ਧਰਤੀ ਦੀ ਕੋਈ ਸ਼ਕਤੀ 'ਚ ਜ਼ਰੂਰਤ ਨਹੀਂ ਹੈ ਕਿ ਤੁਹਾਨੂੰ ਕੋਈ ਗੁਲਾਮ ਕਰ ਲਵੇ। ਹਾਲੇਲੂਇਆ। ਤੁਹਾਨੂੰ ਕੋਈ ਗੁਲਾਮ ਕਰ ਨਹੀਂ ਸਕਦਾ, ਕਿਉਂਕਿ ਸੱਚਾਈ ਆਜ਼ਾਦ ਕਰਦੀ ਆ। ਸੱਚਾਈ ਬਰਕਤ ਨੂੰ ਲੈ ਕੇ ਆਉਂਦੀ ਆ, ਸੱਚਾਈ ਆਸ਼ੀਸ਼ ਨੂੰ ਲੈ ਕੇ ਆਉਂਦੀ ਆ, ਸੱਚਾਈ ਜੀਵਨ ਨੂੰ ਪੈਦਾ ਕਰਦੀ ਆ, ਤੇ ਝੂਠ ਮੌਤ ਨੂੰ ਲੈ ਕੇ ਆਉਂਦਾ ਆ। ਝੂਠ ਗੁਲਾਮੀ ਦੇ ਵਿੱਚ ਲੈ ਕੇ ਜਾਂਦਾ ਆ, ਤੇ ਝੂਠ ਮੇਰੇ ਜੋ ਹਮੇਸ਼ਾ ਬੰਦੇ ਨੂੰ ਬਿਮਾਰ ਰੱਖਦਾ ਆ। ਜਾਣੋ ਆਪਣੀ ਜੀਵ ਨੂੰ। ਗੁਆਂਢੀ ਤੋਂ ਤੁਸੀਂ ਪੈਰਾਂ ਤੋਂ ਲੈ ਕੇ ਸਿਰ ਤੱਕ ਜਾਣਦੇ ਆ, ਜਾਣਦਾ ਤੈਨੂੰ ਵੱਡੇ ਨੂੰ ਮੈਂ, ਪੈਰਾਂ ਤੋਂ ਲੈ ਕੇ ਸਿਰ ਤੱਕ ਤੂੰ ਕਿੰਨੇ ਪਾਣੀ 'ਚ। ਆਪਣੀ ਜੀਵ ਨੂੰ ਨਹੀਂ ਜਾਣਦੇ ਅਸੀਂ। ਗੁਆਂਢੀ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਕੱਪੜਿਆਂ ਸਣੇ ਜਾਣ ਲੈਨੇ ਆ, ਤੂੰ ਕਿੰਨੇ ਕੁ ਪਾਣੀ 'ਚ ਆ। ਗੁਆਂਢਣ ਨੂੰ ਵੀ ਜਾਣਦੇ ਆ ਕਿੰਨੀ ਕਾ, ਟੱਬਰ ਨੂੰ ਵੀ ਜਾਣਦੇ ਆ, ਜਿਹੜਾ ਕਿ ਬਾਹਰ ਗਿਆ ਸੀ ਉਹਨੂੰ ਵੀ ਜਾਣਦੇ ਕਹਿ ਦਿੰਨੇ ਆ। ਆਪਣੀਆਂ ਜਿਹੜੀ 2 ਇੰਚ ਦੀ ਜੀਭ, ਇਹਦਾ ਹੀ ਨਹੀਂ ਸਾਨੂੰ ਅਜੇ ਪਤਾ ਲੱਗਦਾ ਪਿਆ ਕੀ ਆ ਇਹ, ਇਹਦਾ ਹੀ ਨਹੀਂ ਪਤਾ। ਹਾਲੇਲੂਇਆ। ਕਿੰਨੇ ਆਪਣੀ ਜੀਭ ਤੋਂ ਵਾਕਫ ਕਿੰਨੇ ਆਪਣੀ ਜੀਭ ਤੋਂ ਵਾਕਫ? ਤਾਂ ਸਾਰਾ ਹੀ ਆ। ਕੀ ਬੋਲਦੇ ਅਸੀਂ? ਮੈਂ ਨਹੀਂ ਪੁੱਛਦਾ ਕਿ ਤੁਸੀਂ ਝੂਠ ਬੋਲਦੇ ਕਿ ਸੱਚ ਬੋਲਦੇ ਆ। ਵਾਕਫ ਤਾਂ ਹੈਗਾ ਹੀ ਆ, ਅਸੀਂ ਵਾਕਫ ਤਾਂ ਹੈਗਾ ਹੀ ਆ ਆਪਣੀ ਜੀਭ ਤੋਂ। ਰੋਟੀ ਕਿੰਨੇ ਖਾ ਕੇ ਆਏ? ਅੱਜ ਖਾਣਾ ਤਿਆਰ ਹੁੰਦਾ ਪਿਆ। ਕਿੰਨੇ ਲੋਕ ਰੋਟੀ ਖਾ ਕੇ ਆਏ ਆ? ਹੱਥ ਪੂਰਾ ਖੜਾ ਕਰੋ। ਹਾਂ, ਪੂਰਾ ਖੜਾ ਕਰੋ ਹੱਥ। ਰੋਟੀ ਜਿੰਨੇ ਖਾ, ਤੁਸੀਂ ਨਹੀਂ ਖਾ ਕੇ ਆਏ ਲੱਗਦਾ ਅੱਜ। ਵੈਰੀ ਗੁੱਡ। ਹੱਥ ਪੂਰਾ ਖੜਾ ਕਰੋ। ਜੀਵ ਨਾਲ ਹੀ ਖਾਧੀ ਆ।
ਜੀਵ ਨਾਲ ਹੀ ਖਾਧੀ ਆ ਤੇ ਇਸ ਜੀਵ ਤੋਂ ਵਾਕਿਫ ਨਹੀਂ ਆ। ਜਿਸ ਜੀਵ ਨਾਲ ਰੋਟੀ ਖਾਧੀ ਆ, ਜੀਵ ਤੋਂ ਵਾਕਿਫ ਤਾਂ ਹੈਗੇ ਹੀ ਆ ਅਸੀਂ। ਸਾਨੂੰ ਪਤਾ ਹੁੰਦਾ ਆ ਕਿ ਮਿਰਚ ਕਿੰਨੀ ਆ, ਨਮਕ ਕਿੰਨਾ ਆ, ਸਾਨੂੰ ਪਤਾ ਆ ਕਿ ਖੀਰ ਮਿੱਠੀ ਆ, ਕੜਾਕ ਫਿੱਕਾ ਆ, ਸਾਨੂੰ ਪਤਾ ਸਾਡੀ ਜੀਭ ਦੱਸਦੀ ਆ। ਤੇ ਸਾਨੂੰ ਇਹ ਨਹੀਂ ਪਤਾ ਕਿ ਜੀਭ ਸਾਡੀ ਬੋਲਦੀ ਕੀ ਆ, ਮਿੱਠਾ ਬੋਲਦੀ ਕਿ ਕੌੜਾ ਬੋਲਦੀ, ਸੱਚ ਬੋਲਦੀ ਕਿ ਝੂਠ ਬੋਲਦੀ, ਇਹ ਨਹੀਂ ਪਤਾ ਲੱਗਦਾ ਸਾਨੂੰ। ਰੋਟੀ ਦਾ ਮੇਰੇ ਜੋ ਸਵਾਦ ਜਿਹੜਾ ਆ, ਖੀਰ ਦਾ ਸਵਾਦ ਜਿਹੜਾ ਆ, ਸ਼ਹਿਦ ਦਾ ਸਵਾਦ ਜਿਹੜਾ ਸ਼ੈਤਾਨ ਵੱਲੋਂ ਨਹੀਂ ਆ, ਇਹ ਸਾਨੂੰ ਪਤਾ ਹੋ ਲੱਗ ਜਾਂਦਾ ਆ। ਪਰ ਝੂਠ ਦਾ ਸਵਾਦ ਜਿਹੜਾ ਸ਼ੈਤਾਨ ਦੇ ਵੱਲੋਂ, ਉਹ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ। ਕਹਿੰਦੇ ਨੇ ਲੈ ਜੀ ਜੇ ਹੁਣ ਭੁੱਖਾ ਬੰਦਾ ਆ ਰੋਟੀ ਖਾਣ ਵਾਸਤੇ, ਤਾਂ ਹੁਣ ਜੇ ਥੋੜੇ ਜਿਹੇ ਦੋ ਸ਼ਬਦ ਚੋਰੀ ਝੂਠ ਬੋਲ ਹੀ ਲਏ ਆ, 10 ਰੁਪਏ ਉਹ ਤੋਂ ਝੂਠ ਬੋਲ ਕੇ ਲੈ ਹੀ ਲਏ ਆ, ਉਹਦੇ ਵਿੱਚ ਕੀ ਹਰਜ ਆ? ਮੈਂ ਕਿਹੜਾ ਕੁਝ ਕਮਾ ਲਿਆ, ਮੈਂ ਕਿਹੜਾ ਕੋਈ ਠੱਗੀ ਕਰ ਲਈ, ਮੈਂ ਤਾਂ ਇੱਕ ਰੋਟੀ ਖਾਣ ਲਈ ਝੂਠ ਬੋਲਿਆ ਸੀ। ਇੱਕ ਗੀਤ ਆ ਨਾ, ਚੋਰੀ ਦੀ ਰੋਟੀ ਕੀ ਆ? ਬਸ ਚੋਰੀ ਦੀ ਰੋਟੀ ਮੂੰਹ ਦੇ ਅੰਦਰ ਕੰਕਰ ਬਣ ਜਾਵੇ। ਮੂੰਹ ਤਾਂ ਐਡਾ ਕੀ ਆ ਤੇ ਇਹਦੇ ਵਿੱਚ ਕੰਕਰ ਹੀ ਜਾਣੇ ਆ, ਤੇ ਜੀਵਨ ਬਹੁਤ ਵੱਡਾ ਆ, ਉਹਦੇ ਚ ਠੋਕਰਾਂ ਹੋਣੀਆਂ, ਉਹ ਚ ਬੱਟੇ ਹੋਣੇ ਆ, ਰੋੜੇ ਹੋਣੇ ਆ, ਜਿਹਨੂੰ ਕਹਿੰਦੇ ਰੁਕਾਵਟਾਂ। ਜੇ ਖਾਣ ਲਈ ਥੋੜੀ ਜਿਹੀ ਚੋਰੀ ਕਰ ਲਈ, ਖਾਣ ਲਈ ਥੋੜਾ ਝੂਠ ਬੋਲ ਲਿਆ, ਮੇਰੇ ਦੋਸਤ ਖੁਦਾ ਦੇ ਵੱਲ ਧਿਆਨ ਦਿਓ। ਜਿਹਨੇ ਕਿਹਾ ਆਕਾਸ਼ ਵਿੱਚ ਉੜਦੇ ਹੋਏ ਪਰਿੰਦਿਆਂ ਵੱਲ ਵੇਖੋ, ਨਾ ਬੀਜਦੇ ਨਾ ਵੱਢਦੇ ਨਾ ਭੜੋਲੇ ਇਕੱਠਾ ਕਰਦੇ, ਪਰ ਤੁਹਾਡਾ ਸੁਰਗੀ ਪਿਤਾ ਉਹਨਾਂ ਦੀ ਪ੍ਰਤਿਪਾਲ ਕਰਦਾ ਆ, ਤੁਹਾਨੂੰ ਉਹਨਾਂ ਤੋਂ ਵੱਧ ਕੇ ਕਿਉਂ ਨਾ ਦੇਵੇਗਾ। ਪਰ ਜੀਵ ਦੇ ਵੱਲ ਧਿਆਨ ਦਿਓ, ਤੁਹਾਡੀ ਜੀਵ ਬੋਲਦੀ ਕੀ ਆ, ਉਚਾਰਨ ਕੀ ਕਰਦੀ ਆ। ਤੁਹਾਡੀ ਜੀਵ ਦੇ ਉੱਤੇ ਤੁਹਾਡੇ ਜੀਵਨ ਦੇ ਫੈਸਲੇ ਹੋਣੇ ਆ। ਤੁਹਾਡੇ ਸ਼ਬਦ ਉਚਾਰਨ ਦੇ ਉੱਤੇ ਹੀ ਤੁਹਾਡੇ ਬੱਚਿਆਂ ਦਾ ਫਿਊਚਰ ਖੜਾ ਆ। ਸੱਚ ਤੇ ਖੜੇ ਰਹੋ, ਤੁਹਾਨੂੰ ਕੋਈ ਗੁਲਾਮ ਨਹੀਂ ਕਰ ਸਕਦਾ, ਨਾ ਹਾਲਾਤ ਤੇ ਨਾ ਸ਼ੈਤਾਨ ਗੁਲਾਮ ਕਰ ਸਕਦਾ। ਸ਼ੈਤਾਨ ਦੀ ਯੋਜਨਾ ਹਮੇਸ਼ਾ ਹੁੰਦੀ ਹੈ ਕਿ ਸੱਚ ਨੂੰ ਖਤਮ ਕੀਤਾ ਜਾਵੇ। ਸੱਚੇ ਬੰਦੇ ਨਾਲ ਇੱਕ ਬੰਦਾ ਖੜਾ ਹੋਊਗਾ ਮਦਦ ਕਰਨ ਲਈ, ਪੂਰੇ ਪਿੰਡ ਚ ਝੂਠੇ ਨਾਲ ਪੂਰਾ ਪਿੰਡ ਹੀ ਖੜਾ ਹੋ ਜਾਂਦਾ। ਝੂਠੇ ਨਾਲ ਪੂਰਾ ਪਿੰਡ ਖੜਾ ਹੋ ਜਾਂਦਾ। ਤੇ ਜਿਹੜਾ ਸੱਚਾ ਹੁੰਦਾ ਕਹਿੰਦਾ ਮੈਂ ਵੀ ਇਹਨਾਂ 'ਚ ਰਲ ਜਾਂਦਾ, ਹੁਣ ਕੀ ਕਰਨਾ ਉਹਨਾਂ 'ਚ ਖੜੇ, ਸੱਚੇ ਸੱਚ ਤੇ ਖੜਾ ਹੋ ਕੇ। ਸੱਚਾ ਬੰਦਾ ਵੀ ਡਰ ਕੇ ਫਿਰ ਵੱਡੇ ਝੂਠ ਦੇ ਇਕੱਠ ਨੂੰ ਦੇਖ ਕੇ ਸੱਚਾ ਬੰਦਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ, ਕਹਿੰਦਾ ਚਲੋ ਝੂਠ 'ਚ ਹੀ ਮਿਲ ਜਾਂਦੇ ਆ, ਕਾਹਨੂੰ ਸੱਚਾਈ 'ਚ ਖੜੇ ਹੋਣਾ, ਮੇਰੇ ਨਾਲ ਬੰਦਾ ਹੀ ਕੋਈ ਨਹੀਂ ਖੜਾ। ਪਰ ਧਿਆਨ ਦਿਓ, ਹੋ ਸਕਦਾ ਝੂਠੇ ਨਾਲ ਪੂਰਾ ਪਿੰਡ ਖੜਾ ਹੋ ਜਾਏ, ਸੱਚੇ ਨਾਲ ਕੋਈ ਵੀ ਨਹੀਂ। ਤੇ ਜੇ ਤੁਸੀਂ ਸੱਚੇ ਹੋ ਤਾਂ ਫਿਰ ਪੂਰੀ ਦੁਨੀਆ ਝੂਠ ਨਾਲ ਖੜੀ ਹੋ ਜਾਏ। ਸੱਚੇ ਬੰਦੇ ਨਾਲ ਯਿਸੂ ਮਸੀਹ ਖੜਾ ਹੋ ਜਾਂਦਾ ਆ। ਹਾਲੇਲੂਇਆ। ਤੇ ਜਿਹਦੇ ਨਾਲ ਯਿਸੂ ਮਸੀਹ ਖੜਾ ਹੋ ਜਾਂਦਾ ਆ, ਮੌਤ ਵੀ ਉਹਦੇ ਨੇੜੇ ਨਹੀਂ ਹੁੰਦੀ, ਫਿਰ ਮੌਤ ਵੀ ਨੇੜੇ ਨਹੀਂ ਟੁੱਕਦੀ। ਕਿਉਂਕਿ ਲਿਖਿਆ ਗਿਆ ਬਾਈਬਲ ਦੇ ਵਿੱਚ, ਲਿਖਿਆ ਗਿਆ ਹਨੇਰੇ ਨੇ ਚਾਨਣ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਝੂਠ ਨੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਸੱਚ ਮਰਿਆ, ਤੀਸਰੇ ਦਿਨ ਮੁਰਦੇ ਚੋਂ ਜੀ ਉੱਠਿਆ, ਤੇ ਝੂਠ ਦੀ ਸਿਰੀ ਤੇ ਪੈਰ ਰੱਖ ਕੇ ਸੱਚ ਨੇ ਕਿਹਾ, ਐ ਝੂਠ, ਤੇਰੇ ਹਥਿਆਰ ਕਿੱਥੇ ਆ, ਤੇਰੀਆਂ ਦਲੀਲਾਂ ਕਿੱਥੇ ਆ, ਤੇਰੀ ਸ਼ਕਤੀ ਕਿੱਥੇ ਆ, ਤੂੰ ਮੈਨੂੰ ਆਪਣੇ ਵੱਸ 'ਚ ਨਹੀਂ ਕਰ ਸਕਦੀ। ਇਹ ਆ ਸੱਚ, ਪ੍ਰਭੂ ਯਿਸੂ ਮਸੀਹ। ਤੇ ਜੇ ਯਿਸੂ ਮਸੀਹ ਸਾਡੇ ਨਾਲ ਆ ਤਾਂ ਪੂਰਾ ਸੰਸਾਰ ਇੱਕ ਪਾਸੇ ਹੋ ਜਾਵੇ। ਯਿਸੂ ਮਸੀਹ ਇਕੱਲਾ ਹੀ ਤੁਹਾਡੇ ਲਈ ਬਹੁਤ ਆ, ਸੱਚ ਇਕੱਲਾ ਹੀ ਤੁਹਾਡੇ ਲਈ ਬਹੁਤ ਆ, ਜੇ ਤੁਸੀਂ ਸੱਚ ਤੇ ਖੜੇ ਆ। ਇਸੇ ਲਈ ਕਿਹਾ ਬਾਈਬਲ ਦੇ ਵਿੱਚ, ਸੱਚਾਈ ਨੂੰ ਜਾਣੋ ਤਾਂ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ, ਹਰ ਮੁਸ਼ਕਿਲ ਹਰ ਪ੍ਰੋਬਲਮ ਤੋਂ ਛੁਟਕਾਰਾ ਦੇਵੇਗੀ। ਪਰ ਰਵੋ ਸੱਚਾਈ ਤੇ, ਸੱਚਾਈ ਤੇ ਖੜੇ ਰਹਿਣ ਤੇ ਸੱਚਾਈ ਦੇ ਚੱਲਣ 'ਚ ਜੇ ਘਾਟੇ ਪੈਂਦੇ ਆ ਤਾਂ ਕੋਈ ਪ੍ਰੋਬਲਮ ਨਹੀਂ, ਉਹ ਘਾਟਾ ਵੀ ਤੁਹਾਡੇ ਵਾਧੇ 'ਚ ਬਦਲ ਜਾਏਗਾ। ਲਿਖਿਆ ਗਿਆ 3 ਦਿਨ ਤੋਂ ਕੁਝ ਬਹੁਤ ਸਾਰੇ ਲੋਕ, ਵੱਡੀ ਭੀੜ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਸੁਣ ਰਹੀ ਆ। ਚੇਲਿਆਂ ਨੇ ਆ ਕੇ ਕਿਹਾ, ਕਹਿੰਦਾ ਹੈ ਪ੍ਰਭੂ ਇਹਨਾਂ ਨੂੰ ਇੱਥੋਂ ਵਿਦਿਆ ਕਰ, ਕਿਉਂਕਿ 3 ਦਿਨ ਤੋਂ ਲਗਾਤਾਰ ਇਹ ਤੇਰੇ ਕੋਲ ਆ। ਇਹ ਆਪਣੇ ਨਗਰਾਂ ਨੂੰ ਜਾਣ, ਕੁਝ ਖਰੀਦ ਕੇ ਖਾ ਲੈਣ, ਕਿਤੇ ਇੱਥੇ ਹੁੱਸ ਨਾ ਜਾਣ। ਯਿਸੂ ਮਸੀਹ ਨੇ ਕਿਹਾ ਇਹਨਾਂ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆ, ਜੇ ਇੱਥੇ ਤੁਹਾਡੇ ਕੋਲ ਕੁਝ ਹੈ ਤਾਂ ਇਹਨਾਂ ਨੂੰ ਖਾਣ ਨੂੰ ਦਿਓ। ਚੇਲੇ ਕਹਿੰਦਾ 100 ਰੁਪਏ ਦੀਆਂ ਰੋਟੀਆਂ ਵੀ ਲਿਆਵਾਂਗੇ ਤਦ ਵੀ ਪੂਰੀਆਂ ਨਹੀਂ ਪੈਣੀਆਂ। ਯਿਸੂ ਮਸੀਹ ਨੇ ਕਿਹਾ ਇੱਥੇ ਤੁਹਾਡੇ ਕੋਲ ਕੀ ਆ? ਚੇਲੇ ਨੇ ਕਿਹਾ ਇੱਕ ਬਾਲਕੇ ਕੋਲ 7 ਰੋਟੀਆਂ ਤੇ ਕੁਝ ਛੋਟੀਆਂ ਮੱਛੀਆਂ। ਆ ਕਿੱਟ ਫੜਾਇਓ, ਕਿੱਟ ਜਿੱਪ ਬੰਦ ਕਰੋ ਜੀ। ਜੇ ਪੈਂ ਖੋਲੀ ਹੈ ਜਿੱਦਾਂ ਦਾਨ ਇੱਚ ਹੀ ਪਾਉਣਾ ਹੁੰਦਾ, ਅੱਜ ਉਵੇਂ ਪੇਟੀਆਂ ਰੱਖੀਆਂ ਆ। ਇੱਕ ਬਾਲਕੇ ਤੋਂ 5-7 ਰੋਟੀਆਂ, ਕੁਝ ਮੱਛੀਆਂ ਝੋਲੇ 'ਚ।
ਐਡੀ ਭੀੜ 'ਚ ਕਿਸੇ ਨੂੰ ਪਤਾ ਕਿ 7 ਰੋਟੀਆਂ 2 ਮੱਛੀਆਂ ਆ? ਤੇ ਬਾਲਕੇ ਨੇ ਕੀ ਕਿਹਾ ਹੋਊਗਾ ਚੇਲਿਆਂ ਨੂੰ? ਕਹਿੰਦਾ ਮੇਰੇ ਕੋਲ ਆ 7 ਰੋਟੀਆਂ 2 ਮੱਛੀਆਂ। ਤੇ ਬਾਲਕੇ ਨੂੰ ਵੀ ਪਤਾ ਸੀ ਕਿ ਭੀੜ ਬਹੁਤ ਵੱਡੀ ਆ, ਇਹ ਰੋਟੀਆਂ ਹੋਈਆਂ ਨਾ ਚਲ ਜਾਣੀਆਂ ਤੇ ਮੈਂ ਫੇਰ ਭੁੱਖੇ ਦਾ ਭੁੱਖਾ ਰਹਿ ਜਾਣਾ। ਉਹਨੇ ਝੂਠ ਨਹੀਂ ਬੋਲਿਆ, ਕਹਿੰਦਾ ਇੱਥੇ ਤੁਹਾਡੇ ਕੋਲ ਕੀ ਆ? ਕਹਿੰਦਾ ਇੱਥੇ 7 ਰੋਟੀਆਂ ਤੇ ਕੁਝ ਛੋਟੀਆਂ ਮੱਛੀਆਂ ਹੈਗੀਆਂ। ਚੇਲਿਆਂ ਨੂੰ ਕਿੱਦਾਂ ਪਤਾ ਲੱਗਾ ਕਿ ਇਹਦੇ ਵਿੱਚ ਮੱਛੀਆਂ ਤੇ ਰੋਟੀਆਂ ਆ? ਕਿੱਦਾਂ ਪਤਾ ਲੱਗਾ? ਕਿਸੇ ਦੇ ਥੈਲੇ ਨੂੰ ਕਿੱਦਾਂ ਫੋਲਿਆ ਹੋਊਗਾ ਉਹਨਾਂ ਨੇ? ਬੋਲੋ, ਚੇਲਿਆਂ ਨੂੰ ਕਿੱਦਾਂ ਪਤਾ ਲੱਗਾ ਹੋਊਗਾ? ਬਾਲਕੇ ਨੇ ਦੱਸਿਆ ਜਾ ਕੇ, ਕਹਿੰਦਾ ਮੇਰੇ ਕੋਲ ਰੋਟੀਆਂ ਹੈਗੀਆਂ, ਇਹ ਆ ਸੱਚ। ਤੇ ਇੱਥੇ ਇਦਾਂ ਦੇ ਆ ਕੁਆਂਟਲ ਰੋਟੀਆਂ ਰੱਖ ਕੇ ਕਹਿੰਦੇ ਸਾਡੇ ਤਾਂ ਹੈ ਹੀ ਕੁਛ ਨਹੀਂ। ਦਾਸ ਜੀ ਮਿਹਨਤ ਆ ਢੱਡੀ ਦਿਓ ਸਾਨੂੰ, ਦਾਸ ਜੀ ਪ੍ਰਾਰਥਨਾ ਕਰੋ ਆ ਜਾਏ। ਕੁਆਂਟਲ ਪਿੱਠ ਪਿੱਛੇ ਟੰਗੀ ਹੁੰਦੀ ਆ, ਫਿਰ ਵੀ ਕਹਿੰਦੇ ਆ ਜੇਬਾਂ ਭਰੀਆਂ ਹੁੰਦੀਆਂ ਆ, ਦਾਸ ਜੀ ਪ੍ਰਾਰਥਨਾ ਕਰੋ ਬੜੇ ਮਾੜੇ ਹਾਲ ਆ। ਇਹ ਕੀ ਕਹਿੰਦਾ ਮੇਰੇ ਕੋਲ ਹੈਗੀਆਂ 7 ਰੋਟੀਆਂ ਥੋੜੀਆਂ ਮੱਛੀਆਂ ਲਓ। ਬਾਈਬਲ 'ਚ ਲਿਖਿਆ ਪੂਰੀ ਭੀੜ ਰੱਜ ਕੇ ਉੱਠੀ ਹੈ ਤਾਂ 7 ਟੋਕਰੇ ਬਚ ਗਏ ਇਸ ਬੰਦੇ ਦੇ ਲਈ ਜਿਹਨੇ ਸੱਚ ਬੋਲਿਆ ਸੀ, ਜਿਹਨੇ ਆਪਣੀ ਰੋਟੀ ਲੁਕੋਈ ਨਹੀਂ, ਜਿਹਨੇ ਘਾਟਾ ਸਹਿ ਲਿਆ ਪਰ ਵਾਧਾ ਵੀ ਉਸੇ ਬੰਦੇ ਦਾ ਹੋ ਗਿਆ। ਹਾਲੇਲੂਇਆ। ਸਾਨੂੰ ਘਾਟੇ ਕਿਉਂ ਪੈਂਦੇ? ਸਾਡੇ ਕੋਲ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਲੁਕੋ ਲੈਨੇ ਆ, ਝੂਠ ਬੋਲ ਜਾਂਦੇ ਆ। ਹਾਂਜੀ ਕੀ ਹਾਲ ਆ? ਪੁੱਛੋ ਨਾ, ਬੜਾ ਬੁਰਾ ਹਾਲ ਆ। ਤਾਂ ਪਿੰਡ ਦੀਆਂ ਸਾਰੀਆਂ ਜਨਾਨੀਆਂ ਨਾਲ ਵੱਡੀ ਪੰਡ ਸਿਰ ਤੇ ਤੁਰੀ ਹੁੰਦੀ ਲੈ ਕੇ, ਤੇ ਜਦੋਂ ਪਾਸਟਰ ਬਹੁਤ ਬੁਰਾ ਹਾਲ ਆ, ਪੁੱਛੋ ਨਾ, ਦਾਜੀ ਮਸਾਂ ਹੀ ਤੁਰਦੀਆਂ, ਦਵਾਈਆਂ ਖਾਂਦੀਆਂ, ਆ ਹਾਲ ਆ। ਕਿਉਂ ਠੱਠਿਆਂ ਚੜਾਉਂਦੇ ਆ ਲੋਕ ਪਰਮੇਸ਼ਵਰ ਨੂੰ? ਜੇ ਇਸ ਬੰਦੇ ਨੇ ਬੋਲਿਆ ਕਿ ਹਾਂ 7 ਰੋਟੀਆਂ ਕੁਝ ਮੱਛੀਆਂ ਮੇਰੇ ਕੋਲ ਹੈਗੀਆਂ ਆ, ਇਹਨੇ ਸੱਚ ਬੋਲਿਆ ਤੇ ਇਹਦੇ ਸੱਚ ਦੇ ਕਰਕੇ 7 ਟੋਕਰੇ ਇਹਦੇ ਲਈ ਬਚ ਗਏ। ਤੇ ਇਹ ਵੀ ਲੁਕੋ ਰਹਿੰਦਾ, ਸੜ ਜਾਣੀਆਂ ਸੀ। ਬਾਈਬਲ 'ਚ ਲਿਖਿਆ ਗਿਆ ਆ ਜਦੋਂ ਇੱਕ ਇਫਾ ਮੰਨੇ ਦਾ ਲੋਕ ਰੱਖਦੇ ਸੀ ਆਪਣੇ ਘਰਾਂ ਦੇ ਵਿੱਚ, ਜਿਹੜੇ ਵਾਧੂ ਛਪਾ ਕੇ ਰੱਖ ਲੈਂਦੇ ਸੀ। ਪੜ੍ਹ ਕੇ ਦੇਖਿਓ ਕੂਚ ਦੀ ਕਿਤਾਬ 'ਚ, ਜਦੋਂ ਪਰਮੇਸ਼ਰ ਆਕਾਸ਼ੋਂ ਮੰਨਾ ਉਤਾਰਦਾ ਸੀ, ਜਿਹੜਾ ਇਨਸਾਨ ਲਿਖਿਆ ਗਿਆ ਆ ਕਿ ਜਿਹੜੇ ਇੱਕ ਇਫਾ ਭਰਨ ਦਾ ਹੁਕਮ ਸੀ ਇੱਕ ਬੰਦੇ ਦੇ ਜੋਗਾ। ਜਿਹਦਾ ਘੱਟ ਹੁੰਦਾ ਸੀ, ਪੌਣਾ ਕੁ ਭਰਿਆ, ਅੱਧਾ ਕੁ ਭਰਿਆ, ਲਿਖਿਆ ਗਿਆ ਹੈ ਉਹ ਆਪਣੇ ਘਰ ਰੱਖਦਾ ਸੀ, ਉਹਦਾ ਪੂਰਾ ਹੋ ਜਾਂਦਾ ਸੀ। ਪੂਰਾ ਕਿਉਂ ਹੁੰਦਾ ਸੀ? ਕਿਉਂਕਿ ਉਸ ਬੰਦੇ ਦੇ ਅੰਦਰ ਰੱਬ ਨੂੰ ਲਾਲਚ ਨਹੀਂ ਦਿਸਦਾ ਸੀ। ਉਹ ਬੰਦਾ ਪ੍ਰਭੂ ਨੂੰ ਇਮਾਨਦਾਰ ਲੱਗਦਾ ਹੁੰਦਾ ਸੀ ਕਿ ਇਹਨੇ ਲਾਲਚ ਨਹੀਂ ਕੀਤਾਗਾ ਮੰਨੇ ਦਾ, ਇਹਨੇ ਲਾਲਚ ਨਹੀਂ ਕੀਤਾਗਾ ਸ਼ਾਮ ਦਾ, ਇਹਨੇ ਲਾਲਚ ਨਹੀਂ ਕੀਤਾ ਕੱਲ ਦਾ, ਇਹਨੇ ਜਿੰਨਾ ਕਿਤੇ ਹੱਥ ਚ ਆਇਆ ਉਹਨਾਂ ਪਾ ਕੇ ਅੰਦਰ ਰੱਖ ਲਿਆ। ਇਹਦੇ ਕੋਈ ਸਬਰ ਆ, ਸਬਰ ਦੀ ਭਗਤੀ ਵੱਡੀ ਖੱਟੀ ਆ। ਤੇ ਉਹਦਾ ਪੂਰਾ ਇਫਾ ਡੱਬਾ ਭਰ ਜਾਂਦਾ ਸੀ, ਬਰਤਨ ਭਰ ਜਾਂਦਾ ਸੀ ਅੰਦਰੋਂ ਪਿਆ ਪਿਆਈ। ਪਰ ਲਿਖਿਆ ਗਿਆ ਜਿਹੜੇ ਵਾਧੂ ਚੁਰਾ ਕੇ ਰੱਖ ਲੈਂਦੇ ਸੀ, ਲਿਖਿਆ ਜਾਂਦਾ ਸੀ ਉਹਦੇ ਵਿੱਚ ਲਿਖਿਆ ਕੀੜੇ ਪੈ ਜਾਂਦੇ ਸੀ, ਸੜਿਆਉਣ ਆਉਣ ਲੱਗ ਪੈਂਦੀ ਹੁੰਦੀ ਸੀ। ਉਹ ਬੇਈਮਾਨ ਹੁੰਦੇ ਆ। ਤੇ ਇਹ ਜਿਹੜੇ 7 ਰੋਟੀਆਂ ਕੁਝ ਮੱਛੀਆਂ ਜਿਹੜੇ ਬੈਗ ਸੀ, ਉਹਨੂੰ ਇਹ ਨਹੀਂ ਪਤਾ ਸੀ ਕਿ ਖਰਾਬ ਹੋ ਸਕਦੀਆਂ। ਉਹਨੂੰ ਇਹ ਪਤਾ ਸੀ ਕਿ ਪ੍ਰਭੂ ਯਿਸੂ ਮਸੀਹ ਸੱਚ ਆ ਤੇ ਮੈਂ ਸੱਚ ਬੋਲਣਾ ਆ। ਤੇ ਅੱਜ ਕੱਲ ਦੇ ਤਾਂ ਬਹੁਤ ਸਿਆਣੇ ਸੱਚੇ ਬੰਦੇ ਆ, ਅੱਜ ਕੱਲ ਤਾਂ ਜ਼ਿਆਦਾ ਸੱਚੇ ਬੰਦੇ ਆ। ਸਭ ਕੁਝ ਹੋਣ ਦੇ ਬਾਵਜੂਦ ਨਹੀਂ ਜੀ ਦਾਸ ਜੀ ਹੁਣ ਤੁਸੀਂ ਕੁਝ ਕਰੋ। ਦਾਸ ਨੇ ਨਹੀਂ ਕੁਝ ਕਰਨਾ, ਖੁਦਾ ਨੇ ਕਰਨਾ ਆ। ਤੁਹਾਡੀ ਸੋਚ ਦੇ ਮੁਤਾਬਕ ਝੂਠ ਬੋਲ ਜਾਂਦੇ ਆ, ਬੇਈਮਾਨੀ ਕਰ ਜਾਂਦੇ ਆ, ਮੁੜ ਕੇ ਘਾਟੇ ਸਹਿਣੇ ਪੈਂਦੇ ਆ। ਹਾਲੇਲੂਇਆ। ਮੁੜ ਕੇ ਘਾਟੇ ਸਹਿਣੇ ਪੈ ਜਾਂਦੇ ਆ। ਏਲੀਆ ਨੂੰ ਪ੍ਰਭੂ ਨੇ ਹੁਣ ਉਹਨੂੰ ਕਿਹਾ ਨਾਲੇ ਚੋਂ, ਕਰੀਦ ਦੇ ਨਾਲੇ ਚੋਂ, ਕਹਿੰਦਾ ਉੱਠ ਤੇ ਹੁਣ ਸਾਰਫਤ ਸ਼ਹਿਰ ਦੇ ਵਿੱਚ ਚਲਾ ਜਾ, ਉੱਥੇ ਮੈਂ ਤੇਰੇ ਲਈ ਇੱਕ ਵਿਧਵਾ ਠਹਿਰਾਈ ਆ, ਕਾਲ ਦੇ ਦਿਨਾਂ ਵਿੱਚ ਉਹ ਤੇਰੀ ਸਹਾਇਤਾ ਕਰੇਗੀ, ਉਹ ਤੇਰੀ ਮਦਦ ਕਰੇਗੀ। ਹਾਲੇਲੂਇਆ। ਜਦੋਂ ਉਹ ਸਾਰਫਤ ਸ਼ਹਿਰ ਦੇ ਗੇਟ ਦੇ ਵਿੱਚ ਗਿਆ, ਬਾਈਬਲ 'ਚ ਲਿਖਿਆ ਕਿ ਇੱਕ ਔਰਤ, ਵਿਧਵਾ ਔਰਤ ਲੱਕੜੀਆਂ ਚੁਗ ਰਹੀ ਸੀ। ਉਹਨੂੰ ਕਿਹਾ ਕਿ ਥੋੜਾ ਜਿਹਾ ਮੈਨੂੰ ਪਾਣੀ ਪਿਲਾ। ਉਹ ਔਰਤ ਪਾਣੀ ਲੈਣ ਲਈ ਚੱਲੀ ਤਾਂ ਉਹਨੂੰ ਜਾਂਦੀ ਹੋਈ ਕਹਿੰਦਾ ਆਉਂਦੀ ਹੋਈ ਇੱਕ ਚੱਪਾ ਰੋਟੀ ਲੈਂਦੀ ਆਈ। ਹਾਲੇਲੂਇਆ। ਕੀ ਲੈਂਦੀ ਆਈ? ਇੱਕ ਚੱਪਾ ਰੋਟੀ ਲੈਂਦੀ ਆਈ। ਪੜਾਂਗੇ ਅਸੀਂ ਪਹਿਲਾ ਰਾਜਾ 17 ਅਧਿਆਇ ਉਹਦੀ 10 ਆਇਤ। ਸੋ ਉਹ ਉੱਠਿਆ ਤੇ ਸਾਰਫਤ ਨੂੰ ਚਲਿਆ ਗਿਆ ਅਤੇ ਜਦ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ ਤਾਂ ਵੇਖੋ ਇੱਕ ਵਿਧਵਾ ਲੱਕੜੀਆਂ ਚੁਗਦੀ ਸੀ। ਤਾਂ ਉਹਨੂੰ ਉੱਚੀ ਦਿੱਤੀ ਆਖਿਆ, ਜਰਾ ਮੈਨੂੰ ਆਪਣੇ ਭਾਂਡੇ ਵਿੱਚੋਂ ਥੋੜਾ ਜਿਹਾ ਪਾਣੀ ਲਿਆ ਦੇ ਕਿ ਮੈਂ ਪੀ ਲਵਾਂ। ਜਦ ਉਹ ਲਿਆਉਣ ਲਈ ਚੱਲੀ ਤਾਂ ਉਸਨੇ ਉਹਨੂੰ ਉੱਚੀ ਦਿੱਤੀ ਆਖਿਆ, ਜਰਾ ਕਿ ਇੱਕ ਚੱਪਾ ਟੁਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆਵੀਂ। ਅੱਗੋਂ ਉਸ ਆਖਿਆ, ਜਿਉਂਦੇ ਯਹੋਵਾ ਤੇਰੇ ਪਰਮੇਸ਼ਵਰ ਦੀ ਸਹੁੰ, ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ। ਜਿਉਂਦੇ ਯਹੋਵਾ ਤੇਰੇ ਪਰਮੇਸ਼ਵਰ ਦੀ ਸਹੁੰ, ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ।
ਸਮੇਂ ਕੀ ਚੱਲ ਰਹੇ ਆ? ਕਾਲ ਦੇ। ਜਿਨ੍ਹਾਂ ਦੇ ਹਸਬੰਡ ਹੈਗੇ ਉਹਨਾਂ ਦੇ ਘਰੋਂ ਵੀ ਮੁੱਕ ਗਿਆ ਅੰਨ, ਅਨਾਜ, ਪਾਣੀ। ਇਹ ਆ ਵਿਧਵਾ ਤੇ ਇੱਕ ਆ ਇਹਦਾ ਨੌਜਵਾਨ ਬੇਟਾ। ਹਾਂਜੀ, ਪਰ ਇੱਕ ਤੋਲੇ ਵਿੱਚ ਇੱਕ ਮੁੱਠ ਆਟੇ ਤੇ ਦੀ ਨਾਲ ਹੀ ਸੱਚ ਦੱਸ ਦਿੱਤਾ। ਕਹਿੰਦੀ ਪੱਕਿਆ ਕੁਛ ਨਹੀਂ ਹੈਗਾ, ਪਰ ਤੋਲੇ ਵਿੱਚ ਇੱਕ ਮੁੱਠ ਆਟੇ ਦੀ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਜੀ ਅਤੇ ਇੱਕ ਵਿੱਚ। ਕੁੱਜੀ ਵਿੱਚ ਥੋੜਾ ਜਿਹਾ ਤੇਲ ਆ। ਹਾਂਜੀ, ਵੇਖ ਮੈਂ ਇਹ 2 ਕੁ ਲੱਕੜੀਆਂ ਚੁਗ ਰਹੀ ਹਾਂ ਮੈਂ ਥੋੜਾ ਜਿਹਾ ਬਾਲਣ ਇਕੱਠਾ ਕਰ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ, ਮੈਂ ਘਰ ਜਾ ਕੇ ਆਪਣੇ ਲਈ ਤੇ ਆਪਣੇ ਪੁੱਤਰ ਲਈ ਪਕਾਵਾਂ, ਤਾਂ ਜੋ ਅਸੀਂ ਉਹਨੂੰ ਖਾਈਏ ਤੇ ਮਰੀਏ। ਤਾਂ ਜੋ ਅਸੀਂ ਖਾਈਏ ਤੇ ਮਰੀਏ। ਕਿੰਨਾ ਆਟਾ ਦੱਸਿਆ ਸੀ? ਇੱਕ ਮੁੱਠੀ। ਬੀਬੀਆਂ ਦੱਸਣ ਇੱਕ ਮੁੱਠੀ ਆਟੇ ਤੋਂ ਕਿੰਨਾ ਪੇੜਾ ਬਣ ਜਾਊਗਾ? ਕਿੰਨੇ ਪੇੜੇ ਬਣ ਜਾਣਗੇ? ਇੱਕ ਮੁੱਠੀ ਆਟੇ ਤੋਂ ਰੋਟੀਆਂ ਦੇ ਕਿੰਨੇ ਪੇੜੇ ਬਣ ਜਾਣਗੇ? ਹੁਣ ਇਹ ਉਹ ਸਮੇਂ ਆ, ਸ਼ਾਇਦ ਚਕਲੇ ਬੇਲਣੇ ਨਹੀਂ ਸੀ ਉਦੋਂ ਸਮਿਆਂ ਦੇ ਵਿੱਚ, ਹੱਥਾਂ ਨਾਲ ਹੀ ਪੱਕਦੀਆਂ ਹੁੰਦੀਆਂ ਸੀ। ਬੰਜਾਰਾ ਫੈਮਿਲੀ ਨੂੰ ਪਤਾ ਹੋਣਾ ਇਹ ਚਕਲਾ ਬੇਲਣਾ ਘੱਟ ਇਸਤੇਮਾਲ ਕਰਦੇ ਆ। ਇੱਕ ਮੁੱਠੀ ਆਟੇ ਨਾਲ ਇੱਕ ਰੋਟੀ ਜੋ ਕਈ ਆਟਾ ਗੁੰਨਣਾ ਸੀ। ਪਲੇਥਣ ਵੀ ਚਾਹੀਦਾ ਹੋਣਾ, ਫੇਰ ਪਲੇਥਣ ਹੀ ਕਹਿੰਦੇ ਆ ਨਾ, ਉਹ ਵੀ ਚਾਹੀਦਾ, ਧੂੜਾ ਵੀ ਚਾਹੀਦਾ ਹੋਣਾ। ਹੁਣ ਖਿੱਚ ਧੂ ਕੇ ਇੱਕ ਰੋਟੀ ਜੋਗਾ ਆਟਾ। ਸਿਰੋਂ ਇਹ ਵਿਧਵਾ ਆ ਤੇ ਘਰ ਮੇਰੇ ਤੋਂ ਘਰ ਆਇਆ ਇੱਕ ਨੌਜਵਾਨ ਬੱਚਾ ਵੀ ਆ। ਉਹਨੂੰ ਕਹਿੰਦੀ ਰੀਤਾ ਪੱਕਾ ਕੁਛ ਨਹੀਂ ਆ, ਹਾਂ ਤੌਲੇ ਇੱਕ ਮੁੱਠੀ ਆਟਾ ਹੈਗਾ, ਥੋੜਾ ਜਿਹਾ ਕੁਝ ਤੇਲ ਹੈਗਾ ਆ। ਹੁਣ ਮੈਂ ਇਹ ਲੱਕੜੀਆਂ ਚੁੱਕਦੀ ਆ, ਘਰ ਜਾ ਕੇ ਮੈਂ ਰੋਟੀ ਪਕਾਉਣੀ ਆ, ਮੈਂ ਔਰ ਮੇਰੇ ਪੁੱਤਰ ਨੇ ਖਾਣੀ ਆ ਤੇ ਕੱਲ ਮਰ ਜਾਣਾ ਆ। ਮਤਲਬ ਅੱਗੇ ਹੈ ਨਹੀਂ ਖਾਣ ਨੂੰ ਕੁਝ ਵੀ, ਕਾਲ ਦਾ ਸਮਾਂ ਚੱਲਦਾ ਆ, ਹੁਣ ਮਰਨਾ ਹੀ ਆ। ਏਲੀਆ ਨੇ ਕੀ ਕਿਹਾ? ਕਹਿੰਦਾ ਪਹਿਲਾਂ ਮੇਰੇ ਕਹੇ ਅਨੁਸਾਰ ਕਰ। ਜੇ ਆਪਣੇ ਤੇ ਆਪਣੇ ਪੁੱਤਰ ਦੇ ਲਈ ਕੇਵਲ ਇੱਕ ਰੋਟੀ ਜੋਗਾ ਆਟਾ ਸੀ ਤੇ ਉਹ ਵੀ ਦੱਸ ਦਿੱਤਾ, ਝੂਠ ਨਹੀਂ ਬੋਲੀ। ਉਹ ਕਿਹੜਾ ਅੰਦਰ ਆ ਗਿਆ ਸੀ? ਉਹਨੇ ਕਿਹੜਾ ਚੌਂਕੇ ਜਾ ਕੇ ਦੇਖ ਲਿਆ ਸੀ ਆਟਾ ਹੈਗਾ ਕਿ ਨਹੀਂ ਹੈਗਾ? ਉਹਨੂੰ ਬਾਰੋ ਬਾਰ ਭੇਜ ਸਕਦੀ, ਭਾਈ ਗਾਂ ਚੱਲ ਗਾਂ, ਇੱਥੇ ਅੱਗੇ ਕਾਲ ਦੇ ਦਿਨ ਚੱਲਦੇ ਪਏ ਆ, ਮੁਸ਼ਕਲਾਂ ਹੋਈਆਂ ਪਈਆਂ, ਤੂੰ ਤੁਰਿਆ ਫਿਰਦਾ ਰੋਟੀ ਮੰਗਣ, ਇੱਥੇ ਆਪਣੇ ਖਾਣ ਤੇ ਲਾਲੇ ਪਏ ਆ ਤੇ ਤੈਨੂੰ ਰੋਟੀ ਪਕਾ ਕੇ ਮੈਂ ਖਲਾਉਂਦੀ ਫਿਰਾਂ। ਹੁੰਦਾ ਕਿ ਨਹੀਂ ਹੁੰਦਾ? ਬੋਲੋ। ਗੱਲਾਂ ਬਹੁਤ ਆ, ਲੇਕਿਨ ਸੁਣਨ ਵਾਲਿਆਂ ਕੋਲ ਜਰ ਨਹੀਂ ਹੁੰਦੀਆਂ। ਬਹੁਤਿਆਂ ਤੋਂ ਬਾਫਰ ਰੋਟੀ ਹੈਗੀ ਆ, ਉਹ ਗਰੀਬ ਨੂੰ ਦੇਖ ਕੇ, ਭੁੱਖੇ ਨੂੰ ਦੇਖ ਕੇ ਦਰਵਾਜ਼ਾ ਬੰਦ ਕਰ ਲੈਂਦੇ ਆ। ਇਦਾਂ ਹੀ ਆ। ਘੜੇ ਭੜੋਲੇ ਦੇ ਵਿੱਚ ਸੁਸਰੀ ਲੱਗੀ ਆ, ਪਰ ਫੇਰ ਵੀ ਡਿੱਗਦੇ ਰਹਿੰਦੇ, ਸਰਪੰਚ ਸਾਹਿਬ ਆਟਾ ਕਣਕ ਨਹੀਂ ਆਈ 2 ਰੁਪਏ ਵਾਲੀ। 2 ਰੁਪਏ ਵਾਲੀ ਕਣਕ ਤਾਂ ਗਰੀਬਾਂ ਦੀ ਆ, ਜਿਨ੍ਹਾਂ ਦੇ ਭੜੋਲੇ ਭਰੇ ਉਹਨਾਂ ਵਾਸਤੇ ਥੋੜੋ ਆ। ਬੋਰੀਆਂ ਲੱਦੀਆਂ ਪਈਆਂ, ਸੁਸਰੀ ਨਾਲ ਭਰੀਆਂ ਪਈਆਂ, ਕਣਕ ਘਰੇ ਘਰੇ ਹੁਸਰੀ ਫਿਰਦੀ ਆ। ਉਹ ਫ੍ਰੀ ਵਾਲੀ ਕਣਕ ਨਹੀਂ ਇਸ ਵਾਰ ਆਈ। ਏਦਾਂ ਹੀ ਹੁੰਦੀ ਆ। ਮੈਂ ਵੀ ਖੜਾ ਰਹਿਣਾ ਗੇਟ ਵਿੱਚ ਗੱਡੀ ਦੇਖਣ ਵੀ ਆਈ ਕਿ ਨਹੀਂ ਆਈ। ਕਿੰਨਾ ਇਸ ਬੰਦੇ ਨੂੰ, ਪ੍ਰਭੂ ਦੇ ਦਾਸ ਨੂੰ, ਇਸ ਨਬੀ ਨੂੰ ਮੇਰੇ ਹਿਸੋ ਨੇ ਕੀ ਕਿਹਾ ਆ? ਕਹਿੰਦੀ ਕਿ ਮੇਰੇ ਘਰ ਦੇ ਵਿੱਚ ਰਿੱਧਾ ਪੱਕਾ ਕੁਛ ਨਹੀਂ, ਪਰ ਇੱਕ ਮੁੱਠੀ ਆਟਾ ਤੇ ਤੌਲੇ ਕੁਝ ਥੋੜਾ ਜਿਹਾ ਤੇਲ ਹੈਗਾ ਆ। ਇੱਕ ਰੋਟੀ ਬਣਨੀ, ਅੱਧੀ ਮੈਂ ਖਾਣੀ, ਅੱਧੀ ਮੇਰੇ ਪੁੱਤ ਨੇ ਖਾਣੀ ਹੈ, ਫੇਰ ਮਰ ਜਾਣਾ। ਉਹਨੇ ਸੱਚ ਬੋਲਿਆ ਤੇ ਹੁਣ ਸੱਚ ਤੇ ਖੜੀ ਹੋਣ ਲੱਗੀ ਆ। ਸੱਚ ਬੋਲਣਾ ਤੇ ਸੱਚ ਤੇ ਖੜੇ ਰਹਿਣਾ। ਕਹਿੰਦਾ ਪਹਿਲਾਂ ਮੇਰੇ ਕਹੇ ਦੇ ਅਨੁਸਾਰ ਕਰ, ਪਹਿਲਾਂ ਮੇਰੇ ਲਈ ਪਕਾ, ਉਸ ਤੋਂ ਬਾਅਦ ਆਪਣੇ ਪੁੱਤ ਲਈ ਤਾਂ ਆਪਣੇ ਲਈ ਪਕਾਈ। ਉਹ ਹੁਣ ਸੱਚ ਤਾਂ ਬੋਲੀ, ਹੁਣ ਸੱਚ ਤੇ ਚੱਲਣ ਵੀ ਲੱਗ ਪਈ, ਸੱਚ ਤੇ ਚੱਲਣ ਵੀ ਲੱਗ ਪਈ। ਹਾਂਜੀ, ਕਿਉਂ ਜੋ ਯਹੋਵਾ ਇਸਰਾਇਲ ਦਾ ਪਰਮੇਸ਼ਵਰ ਇਉਂ ਆਖਦਾ ਹੈ, ਕਿਉਂ ਜੋ ਪਰਮੇਸ਼ਵਰ ਇਉਂ ਆਖਦਾ ਆ ਕਿ ਨਾ ਤੋਲੇ ਦਾ ਆਟਾ ਮੁੱਕੇਗਾ, ਨਾ ਤੇਰੇ ਤੌਲੇ ਦਾ ਆਟਾ ਮੁੱਕੇਗਾ, ਨਾ ਕੁੱਜੀ ਦਾ ਤੇਲ ਘਟੇਗਾ, ਨਾ ਤੇਰੀ ਕੁੱਜੀ ਦਾ ਤੇਲ ਘਟੇਗਾ, ਜਿੰਨਾ ਚਿਰ ਯਹੋਵਾ ਜ਼ਮੀਨ ਉੱਤੇ ਮੀਂਹ ਨਾ ਜਿੰਨਾ ਪਾਵੇ। ਚਿਰ ਆਕਾਸ਼ੋਂ ਪਰਮੇਸ਼ਵਰ ਮੀਂਹ ਨਹੀਂ ਪਾ ਦਿੰਦਾ, ਨਵੀਆਂ ਫਸਲਾਂ ਨਹੀਂ ਹੋ ਜਾਂਦੀਆਂ, ਨਵਾਂ ਅਨਾਜ ਤੇਰੇ ਘਰ ਨਹੀਂ ਆ ਜਾਂਦਾ, ਤਦ ਤੱਕ ਤੇਰੇ ਤੌਲੇ ਵਿੱਚੋਂ ਆਟਾ, ਤੇਰੀ ਕੁੱਜੀ ਵਿੱਚੋਂ ਤੇਲ ਨਹੀਂ ਮੁੱਕੇਗਾ, ਕਿਉਂਕਿ ਤੂੰ ਸੱਚ ਬੋਲੀ ਆ।
ਜੇ ਉਸ ਔਰਤ ਤੋਂ ਇੱਕ ਰੋਟੀ ਜੋਗਾ ਆਟਾ ਸੀ ਤੇ ਉਸ ਇੱਕ ਰੋਟੀ ਜੋਗਾ ਆਟਾ ਲੈ ਕੇ ਗੁੰਨ ਕੇ ਇੱਕੋ ਹੀ ਰੋਟੀ ਪਕਾ ਕੇ ਉਹਨੇ ਦੇ ਦਿੱਤੀ, ਕਹਿੰਦੀ ਸੱਚ ਬੋਲੀ ਹੈ ਤਾਂ ਸੱਚ ਤੇ ਖੜੀ ਆ। ਪਹਿਲੀ ਤਾਂ ਗੱਲ ਸੱਚ ਬੋਲਦਾ ਹੀ ਕੋਈ ਨਹੀਂ ਆ, ਜੇ ਬੋਲ ਲੈਣ ਤਾਂ ਸੱਚ ਤੇ ਤੁਰਦਾ ਹੀ ਕੋਈ ਨਹੀਂ ਆ। ਜੇ ਔਰਤ ਸੱਚ ਬੋਲੀ ਆ ਤੇ ਕਿੱਡੀ ਆਸ਼ੀਸ਼ ਆਈ ਆ। ਤੇ ਇੱਕ ਉਹ ਔਰਤ ਆ ਜਿਹੜੀ ਆਪਣੇ ਪਤੀ ਦੇ ਪਿੱਛੇ ਝੂਠ ਲਾ ਕੇ ਬੋਲ ਪਈ ਆ, ਆਪਣੇ ਪਤੀ ਦੀ ਜਾਨ ਤਾਂ ਗਵਾਈ ਗਈ, ਆਪਣੀ ਵੀ ਗਵਾ ਕੇ ਬਹਿ ਗਈ ਆ। ਇੱਧਰ ਇਹ ਔਰਤ ਨੇ ਆਪਣੇ ਪੁੱਤਰ ਦੀ ਜਾਨ ਨਹੀਂ ਦੇਖੀ, ਇਹਨੇ ਸੱਚ ਦੇਖਿਆ, ਆਪਣੀ ਜਾਨ ਤਾਂ ਬਚਾਈ ਕਾਲ ਦੇ ਦਿਨਾਂ ਦੇ ਵਿੱਚ, ਆਪਣੇ ਪੁੱਤਰ ਦੀ ਵੀ ਜਾਨ ਬਚਾ ਲਈ ਇਹਨੇ। ਹਾਲੇਲੂਇਆ। ਝੂਠ ਮੇਰੇ ਜੋ ਜ਼ਿੰਦਗੀਆਂ ਨੂੰ ਖਤਮ ਕਰਕੇ ਰੱਖ ਦਿੰਦਾ ਆ, ਲੇਕਿਨ ਸੱਚ ਜ਼ਿੰਦਗੀਆਂ ਨੂੰ ਮੇਰੇ ਜੋ ਜਿੰਦਾ ਕਰ ਦਿੰਦਾ ਆ। ਹਾਲੇਲੂਇਆ। ਅੱਜ ਧਿਆਨ ਦਿਓ, ਆਪਣੀ ਜ਼ਿੰਦਗੀ 'ਚ ਕਦੇ ਝੂਠ ਨਾ ਆਉਣ ਦਿਓ, ਆਪਣੀ ਜ਼ੁਬਾਨ ਤੇ ਝੂਠ ਨਾ ਆਉਣ ਦਿਓ। ਝੂਠ ਕਦੋਂ ਹੁੰਦਾ? ਜਦੋਂ ਤੁਹਾਡੇ ਅੰਦਰ ਲਾਲਚ ਪੈਦਾ ਹੁੰਦਾ ਆ। ਝੂਠ ਕਦੋਂ ਬੋਲਦੇ ਆ? ਜਦੋਂ ਸਾਡੇ ਅੰਦਰ ਮੇਰੇ ਤੋਂ ਦੂਜੇ ਵੱਲ ਦੇਖ ਕੇ ਲਾਲਚ ਆਉਂਦਾ ਆ, ਦੂਜੇ ਦੀ ਧਨ ਦੌਲਤ ਉੱਤੇ ਸਾਡਾ ਧਿਆਨ ਆਉਂਦਾ ਆ, ਦੂਜੇ ਦੀ ਪੋਜੀਸ਼ਨ ਤੇ ਸਾਡਾ ਧਿਆਨ ਆਉਂਦਾ ਆ, ਦੂਜੇ ਦੀ ਜ਼ਿੰਦਗੀ ਤੇ ਸਾਡਾ ਧਿਆਨ ਆਉਂਦਾ ਆ, ਦੂਜੇ ਦੀ ਜ਼ਿੰਦਗੀ ਦੀ ਖੁਸ਼ੀ ਵਿੱਚ ਸਾਡਾ ਧਿਆਨ ਜਾਂਦਾ ਆ। ਉਦੋਂ ਸਾਡੇ ਅੰਦਰ ਝੂਠ ਹੁੰਦਾ ਕਿ ਅਸੀਂ ਵੀ ਝੂਠ ਮਾਰ ਕੇ ਆ ਵੀ ਲੈ ਲਈਏ, ਉਹ ਵੀ ਲੈ ਲਈਏ। ਹੋ ਸਕਦਾ ਕੋਈ ਪ੍ਰੇਮੀ ਇੱਥੇ ਐਦਾਂ ਦਾ ਹੋਵੇ ਜਿਹੜਾ ਕਹਿੰਦਾ ਹੋਵੇ ਕਿ ਮੈਂ ਤਾਂ ਸਦਾ ਸੱਚ ਬੋਲਿਆ ਆ, ਸੱਚ ਤੇ ਰਿਹਾ ਆ, ਸੱਚ ਤੇ ਰਹੀ ਆ, ਇਹਨੂੰ ਮੈਂ ਜਾਣਦਾ ਆ, ਝੂਠਾ ਹੀ ਆ, ਝੂਠੀ ਜ਼ਿੰਦਗੀ ਇਹਦੀ, ਪਰ ਇਹਦੀ ਜ਼ਿੰਦਗੀ ਕੰਮ ਬੜੀ ਛੇਤੀ ਹੋ ਗਿਆ, ਇਹਨੂੰ ਬਰਕਤ ਮਿਲ ਗਈ ਪਰ ਮੈਨੂੰ ਸੱਚ ਦੇ ਉੱਤੇ ਰਹਿੰਦੇ ਬਰਕਤ ਨਹੀਂ ਮਿਲੀ। ਧਿਆਨ ਦਿਓ, ਜਿਹੜਾ ਤੈਨੂੰ ਪਤਾ ਕਿ ਜਿਹੜਾ ਝੂਠ ਬੋਲ ਕੇ ਬਰਕਤ ਲੈ ਰਿਹਾ, ਉਹ ਇੱਕ ਦਿਨ ਆਪਣੀ ਹੀ ਬਰਕਤ 'ਚ ਫਸ ਕੇ ਖਤਮ ਹੋ ਜਾਏਗਾ। ਹਾਲੇਲੂਇਆ। ਗਿਹਾਜੀ ਨੇ ਝੂਠ ਬੋਲ ਕੇ ਬਰਕਤ ਲਈ ਸੀ, ਲੇਕਿਨ ਮੇਰੇ ਆਪਣੇ ਤੇ ਆਪਣੇ ਪਰਿਵਾਰ ਦੇ ਲਈ ਫਾਹਾ ਲੈ ਲਿਆ, ਆਪਣੇ ਤੇ ਆਪਣੇ ਲਈ ਸ਼ਰਾਪ ਲੈ ਲਿਆ। ਹਨਾਨੀਆਂ ਤੇ ਸ਼ਬੀਰਾਂ ਨੇ ਝੂਠ ਬੋਲ ਕੇ ਆਪਣੀ ਬਰਕਤ ਬਚਾਉਣ ਦੀ ਕੋਸ਼ਿਸ਼ ਕੀਤੀ, ਲਾਭ ਲੈਣ ਦੀ ਕੋਸ਼ਿਸ਼ ਕੀਤੀ, ਧਨ ਜ਼ਰੂਰ ਘਰ ਵਿੱਚ ਸੀ, ਲੇਕਿਨ ਧਨ ਨੂੰ ਇੰਜੋਏ ਕਰਨ ਵਾਲੇ ਸਾਰੇ ਖਤਮ ਹੋ ਗਏ। ਪਰ ਇਹ ਔਰਤ ਨੇ ਸੱਚ ਬੋਲਿਆ, ਉਹ 5-7 ਰੋਟੀਆਂ ਥੋੜੀ ਜਿਹੀਆਂ ਮੱਛੀਆਂ ਵਾਲੇ ਨੇ ਸੱਚ ਬੋਲਿਆ, ਤੇ ਨਾ ਉਹਨੂੰ ਘਾਟ ਰਹਿਣ ਦਿੱਤੀ ਤੇ ਨਾ ਇਸ ਵਿਧਵਾ ਨੂੰ ਘਾਟ ਰਹਿਣ ਦਿੱਤੀ, ਨਾ ਉਹਦੇ ਪੁੱਤਰ ਨੂੰ ਘਾਟ ਰਹਿਣ ਦਿੱਤੀ, ਕਿਉਂਕਿ ਸੱਚ ਆਜ਼ਾਦ ਕਰਦਾ ਆ। ਕਹਿੰਦਾ ਜਦ ਤੱਕ ਪਰਮੇਸ਼ਵਰ ਬਰਖਾ ਨਾ ਪਾਵੇ ਤਦ ਤੱਕ ਤੇਰੇ ਤੌਲੇ ਚੋਂ ਆਟਾ ਨਹੀਂ ਮੁੱਕੇਗਾ। ਪਰ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਆ, ਬਰਖਾ ਤੋਂ ਬਾਅਦ ਅਨਾਜ ਦੀ ਪੈਦਾਵਾਰ ਹੋਣੀ ਆ, ਫਿਰ ਕਟਾਈ ਹੋਣੀ ਆ, ਫਿਰ ਘਰ ਵਿੱਚ ਅਨਾਜ ਆਉਣਾ ਆ। ਜਦ ਤੱਕ ਨਵਾਂ ਅਨਾਜ ਆ ਨਹੀਂ ਜਾਂਦਾ ਤਦ ਤੱਕ ਇਹ ਪੁਰਾਣਾ ਤੇਰੇ ਘਰੋਂ ਖਤਮ ਹੋਵੇਗਾ ਨਹੀਂ। ਹਾਲੇਲੂਇਆ। ਕਹਿੰਦਾ ਇੰਨੀਆਂ ਬਰਕਤਾਂ ਦਵਾਂਗਾ, ਨਵੀਆਂ ਦੇ ਕਾਰਨ ਪੁਰਾਣੀਆਂ ਤੁਸੀਂ ਦੂਜਿਆਂ ਨੂੰ ਵੰਡਦੇ ਫਿਰੋਗੇ। ਨਵੀਆਂ ਦੇਣ ਤੱਕ ਪਰਮੇਸ਼ਰ ਪੁਰਾਣੀਆਂ ਨੂੰ ਵੀ ਸੰਭਾਲ ਕੇ ਰੱਖੇਗਾ ਜੇ ਸੱਚ ਤੇ ਰਵਾਂਗੇ। ਤੇ ਜੇ ਪਲ ਪਲ ਪੈਰ ਪੈਰ ਤੇ ਝੂਠ ਬੋਲਦੇ ਰਵਾਂਗੇ ਤਾਂ ਮੇਰੇ ਜੋ ਤੁਹਾਡਾ ਝੂਠ ਦਾ ਬੋਲਿਆ ਤੁਸੀਂ ਖੱਟਣਾ ਹੈ, ਕਿਸੇ ਹੋਰ ਨੇ ਖੱਟਣਾ ਨਹੀਂ ਆ। ਪ੍ਰੇਅਰ ਰਿਕਵੈਸਟ ਤੋਂ ਪਹਿਲਾਂ, ਪ੍ਰੇਅਰ ਤੇ ਬੈਠਣ ਤੋਂ ਪਹਿਲਾਂ, ਫਾਸਟਿੰਗ ਕਰਨ ਤੋਂ ਪਹਿਲਾਂ ਹਮੇਸ਼ਾ ਇਹ ਸੋਚੋ ਕਿ ਮੈਂ ਕੀ ਬੀਜਿਆ, ਕੀ ਵੱਢਿਆ ਤੇ ਕੀ ਖੱਟਿਆ, ਕਿ ਮੈਂ ਝੂਠ ਤਾਂ ਨਹੀਂ ਬੋਲਿਆ। ਖਾਸ ਕਰਕੇ ਆਤਮਿਕ ਲੋਕਾਂ ਦੇ ਨਾਲ, ਸੰਸਾਰਿਕ ਲੋਕਾਂ ਦੇ ਨਾਲ, ਕਿਸੇ ਵੀ ਤਰ੍ਹਾਂ ਦੇ ਲੋਕਾਂ ਨਾਲ ਤੁਸੀਂ ਮਿਲਦੇ ਵਰਤਦੇ ਆ, ਆਉਂਦੇ ਜਾਂਦੇ ਆ, ਕਦੀ ਵੀ ਝੂਠ ਨਾ ਬੋਲੋ। ਜੇ ਤੁਹਾਡੇ ਸੱਚ ਬੋਲਣ ਕਰਕੇ ਕਿਸੇ ਨਾਲ ਤੁਹਾਡਾ ਰਿਸ਼ਤਾ ਟੁੱਟਦਾ, ਟੁੱਟ ਲੈਂਦੇ ਹੋ। ਇਹ ਹੈ ਕਿ ਤੁਹਾਡਾ ਦੁਨੀਆ ਤੋਂ ਸੱਚ ਕਰਕੇ ਰਿਸ਼ਤਾ ਦੁਨੀਆ ਤੋਂ ਟੁੱਟਦਾ ਟੁੱਟ ਜਾਏ, ਪਰ ਖੁਦਾ ਨਾਲ ਤੁਹਾਡਾ ਹੋਰ ਮਜ਼ਬੂਤ ਹੋ ਜਾਂਦਾ ਆ। ਦੁਨੀਆ ਨੇ ਸਾਨੂੰ ਕੁਝ ਨਹੀਂ ਦੇਣਾ, ਖੁਦਾ ਨੇ ਸਾਨੂੰ ਜੀਵਨ ਦੇ ਦੇਣਾ। ਹਾਲੇਲੂਇਆ। ਧਿਆਨ ਦਿਓ, ਝੂਠ ਬੋਲ ਕੇ ਰਿਸ਼ਤੇ ਬਚਾਉਣ ਦੀ ਕੋਸ਼ਿਸ਼ ਨਾ ਕਰੋ, ਝੂਠ ਬੋਲ ਕੇ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਨਾ ਕਰੋ। ਜਿਹਨੇ 7 ਰੋਟੀਆਂ ਥੋੜੀਆਂ ਮੱਛੀਆਂ ਦਿੱਤੀਆਂ ਆ, ਉਹ ਝੂਠ ਬੋਲ ਸਕਦਾ ਸੀ ਮੇਰੇ ਤੋਂ ਹੈ ਨਹੀਂ ਕੁਛ ਵੀ ਜੀ, ਝੋਲੇ ਵਿੱਚ ਤਾਂ ਰੰਬਾ ਤੇ ਪੱਲੀ ਆ, ਮੈਂ ਕਿਹਾ ਜਾਂਦਾ ਹੋਇਆ ਪੱਠੇ ਖੋਦ ਕੇ ਲੈ ਜਾਊਂਗਾ, ਕਹਿ ਸਕਦਾ ਸੀ ਉਹ, ਪਰ ਉਹਨੇ ਝੂਠ ਨਹੀਂ ਬੋਲਿਆ। ਕਹਿੰਦਾ ਮੇਰੇ ਕੋਲ ਇੰਨਾ ਹੈਗਾ ਆ, ਜੇ ਤੁਹਾਡਾ ਇੰਨਾ ਸਰਦਾ ਤਾਂ ਲੈ ਲਓ। ਵਿਧਵਾ ਕਹਿੰਦੀ ਇੱਕ ਮੁੱਠੀ ਆਟਾ ਤੇ ਥੋੜਾ ਜਿਹਾ ਤੇਲ ਹੈ, ਜੇ ਤੁਹਾਡਾ ਸਰਦਾ ਤਾਂ ਤੁਸੀਂ ਲੈ ਲਓ, ਮੇਰਾ ਕੀ ਆ? ਮੈਂ ਜਿਹੜਾ ਅੱਜ ਖਾ ਕੇ ਕੱਲ ਨੂੰ ਮਰਨਾ ਆ, ਉਹ ਅੱਜ ਨਾ ਖਾਉਂਗੇ ਅੱਜ ਮਰ ਜਾਾਂਗੇ, ਪਰ ਖੁਦਾ ਨੇ ਮਰਨ ਨਹੀਂ ਦਿੱਤੇ। ਹਾਲੇਲੂਇਆ। ਤੇ ਜਿਹੜੇ ਕਹਿੰਦੇ ਸੀ ਝੂਠ ਬੋਲ ਕੇ ਅੰਦਰ ਬੰਨ ਕੇ ਰੱਖ ਲੈਣਾ ਆ ਧਨ, ਉਹ ਮਰ ਗਏ। ਜਿਨ੍ਹਾਂ ਨੇ ਆਪਣਾ ਧਨ ਸੱਚ ਦੇ ਉੱਤੇ ਲਈ ਦੇ ਦਿੱਤਾ ਆ, ਉਹ ਜਿੰਦਾ ਰਹੇ ਆ। ਕਦੀ ਝੂਠ ਨਾ ਬੋਲੋ, ਇੱਕ ਦੂਜੇ ਨਾਲ ਝੂਠ ਨਾ ਬੋਲੋ, ਖਾਸ ਕਰਕੇ ਸੇਵਕ ਨਾਲ ਕਦੀ ਝੂਠ ਨਾ ਬੋਲੋ। ਨਾ ਫੋਨ ਤੇ ਆਪਣਾ ਦੁੱਖ ਦੱਸਣਾ, ਸਿੱਧਾ ਦੱਸੋ। ਝੂਠ ਬੋਲ ਕੇ ਫਲਾਨੀ ਨੇ ਇਦਾਂ ਕੀਤੀ, ਫਲਾਨਾ ਉੱਥੇ ਚਲ ਗਿਆ, ਫਲਾਨਾ ਆ ਕਰ ਗਿਆ, ਫਲਾਨੇ ਨੇ ਐ ਕਰਤਾ। ਜਿਹਨੇ ਜੋ ਕੀਤਾ ਆ ਉਹਨੇ ਆਪਣਾ ਕੀਤਾ ਪਾ ਲੈਣਾ। ਤੁਸੀਂ ਝੂਠ ਬੋਲ ਬੋਲ ਕੇ ਕਾਹਨੂੰ ਆਪਣਾ ਆਪ ਗਵਾ ਲੈਣਾ? ਤੁਸੀਂ ਸੱਚ ਤੇ ਰਹੋ ਤੇ ਸੱਚ ਤੁਹਾਨੂੰ ਜੀਵਨ ਦੇਵੇਗਾ। ਇਸੇ ਲਈ ਯਿਸੂ ਮਸੀਹ ਨੇ ਕਿਹਾ ਆ, ਕਹਿੰਦਾ ਸੱਚਾਈ ਨੂੰ ਜਾਣੋ ਤਾਂ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਅੱਜ ਜਿਹੜਾ ਇਨਸਾਨ ਫੈਸਲਾ ਲਵੇਗਾ ਕਿ ਹਾਂ ਮੈਂ ਆਪਣੇ ਜੀਵਨ 'ਚ ਹੁਣ ਸੱਚਾਈ ਦੇ ਨੂੰ ਪਹਿਲ ਦੇਣੀ ਹੈ, ਸੱਚਾਈ ਤੇ ਖੜਨਾ ਤੇ ਸੱਚਾਈ ਤੇ ਚੱਲਣਾ ਤੇ ਸੱਚਾਈ ਤੇ ਰਹਿਣਾ ਆ, ਉਹ ਜ਼ਿੰਦਗੀ ਆਜ਼ਾਦ ਹੋ ਜਾਏਗੀ, ਅੱਜ ਹੀ ਆਜ਼ਾਦ ਹੋ ਜਾਏਗੀ। ਹਾਲੇਲੂਇਆ। ਲਾਸਟ ਇੱਕ ਆਇਤ ਪੜਾਂਗੇ, ਸਮਾਪਤ ਕਰਾਂਗੇ। ਅਫਸੀਆਂ ਦੀ ਕਿਤਾਬ 4 ਅਧਿਆਏ ਉਹਦੀ 25 ਆਇਤ।
ਔਰ ਇੱਕ ਜਣਾ ਕੱਢ ਲਵੇ ਪ੍ਰਕਾਸ਼ ਦੀ ਪੋਥੀ 21 ਅਧਿਆਇ ਉਹਦੀ 8 ਆਇਤ। ਜਲਦੀ ਨਾ ਕੱਢੀਏ, ਸਮਾਪਤ ਕਰੀਏ। ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ। ਹਰੇਕ ਆਪਣੇ ਗੁਆਂਢੀ ਨਾਲ ਜੋ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਆ, ਜਿਹਦੇ ਨਾਲ ਤੁਹਾਡਾ ਰਾਬਤਾ ਕਾਇਮ ਹੋ ਰਿਹਾ, ਜਿਹਦੇ ਨਾਲ ਤੁਸੀਂ ਮਿਲ ਰਹੇ ਆ, ਜਿਹੜਾ ਤੁਹਾਨੂੰ ਮਿਲ ਰਿਹਾ ਆ, ਕਹਿੰਦਾ ਹਰੇਕ ਬੰਦਾ ਝੂਠ ਨੂੰ ਤਿਆਗ ਕੇ ਉਹਦੇ ਨਾਲ ਸੱਚ ਬੋਲੇ। ਸੱਚ ਬੋਲੇ। ਹਾਲੇਲੂਇਆ। ਕੀ ਬੋਲੇ? ਸੱਚ। ਝੂਠ ਨੂੰ ਤਿਆਗ ਦਿਓ। ਹਾਂਜੀ, ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ। ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ। ਹਾਲੇਲੂਇਆ। ਅੰਗ ਹਾਂ ਦਾ ਮਤਲਬ ਕਿ ਸਰਦੀਆਂ ਨੂੰ ਜੇ ਅਸੀਂ ਇੱਕ ਪੈਰ 'ਚ ਬੂਟ ਪਾ ਲਈਏ, ਜਰਾਬਾਂ ਪਾ ਲਈਏ, ਇੱਕ ਨੂੰ ਨੰਗਾ ਰੱਖੀਏ ਤਾਂ ਤੁਰੀਏ ਤਾਂ ਸੱਚੀ ਲੱਤ ਨੂੰ ਕਹੀਏ ਕਿ ਨੰਗੇ ਪੈਰ ਨੂੰ ਕਹੀਏ ਕੋਈ ਨਹੀਂ ਜੀ, ਗਰਮੀ ਆਈਆਂ, ਗਰਮੀ ਆਈਆਂ, ਗਰਮੀ ਆਈਆਂ, ਸਰਦੀ ਤੋਂ ਬਚ ਜਾਓ। ਇਹ ਜੇ ਅਸੀਂ ਆਪਣੇ ਅੰਗ ਨਾਲ ਨਹੀਂ ਝੂਠ ਬੋਲਦੇ ਤਾਂ ਜਿਹਨੂੰ ਪ੍ਰਭੂ ਨੇ ਗੁਆਂਢੀ ਅੰਗ ਕਿਹਾ ਹੈ ਤਾਂ ਕੀ ਉਹ ਨਾ ਝੂਠ ਬੋਲਣਾ ਸੱਚਾਈ ਹੈਗਾ? ਹਾਲੇਲੂਇਆ। ਲੈ ਹੁਣ ਜੇ ਸੱਚ ਬੋਲਣਾ ਪਿਆ ਫਿਰ ਤਾਂ ਸਾਰੇ ਭੇਦ ਹੀ ਖੁੱਲ ਜਾਣੇ ਆ। ਸਾਡੀ ਤਾਂ ਗੁਆਂਢਣੀ ਇਦਾਂ ਦੀ ਹੈ, ਤੁਹਾਡੇ ਅੰਦਰ ਦੀਆਂ ਗੱਲਾਂ ਵੀ ਪੁੱਛ ਲੈਂਦੀ ਆ। ਅਸੀਂ ਤਾਂ 2 ਟਾਈਮ ਦੀ ਦਾਲ ਬਣਾਈ ਹੈ, ਗੁਆਂਢੀਆਂ ਨੇ ਪੁੱਛ ਲੈਣਾ ਤਾਂ ਫਿਰ ਉਹਨੂੰ ਕੀ ਕਵਾਂਗੇ? ਨਹੀਂ ਜੀ ਹੁਣ ਜੋਗਾ ਹੀ ਆ। ਫਿਰ ਪ੍ਰਭੂ ਦੇ ਵਿੱਚ ਝੂਠ ਬੋਲਣਾ ਪੈਣਾ। ਤੁਹਾਡਾ ਸੱਚ ਤੁਹਾਡੀ ਹਰ ਇੱਕ ਵਸਤੂ ਨੂੰ ਵਧਾਏਗਾ। ਤੁਹਾਡਾ ਸੱਚ ਤੁਹਾਡੀ ਹਰ ਇੱਕ ਗੱਲ ਨੂੰ ਮੇਰੇ ਜੋ ਜਿੱਤ ਦਵਾਏਗਾ। ਤੁਹਾਡਾ ਹਰੇਕ ਸੱਚ ਤੁਹਾਡੇ ਹਰ ਕਦਮ ਨੂੰ ਸਫਲ ਕਰੇਗਾ। ਤੁਹਾਡਾ ਇੱਕ ਝੂਠ ਤੁਹਾਡੇ ਕਦਮਾਂ ਨੂੰ ਵੀ ਫੇਲ ਕਰੇਗਾ, ਤੁਹਾਡੀ ਸੋਚ ਨੂੰ ਵੀ ਫੇਲ ਕਰ ਦੇਵੇਗਾ, ਤੁਹਾਡੇ ਫਿਊਚਰ ਨੂੰ ਫੇਲ ਕਰ ਦੇਵੇਗਾ, ਤੁਹਾਡੇ ਕੱਲ ਨੂੰ ਵੀ ਫੇਲ ਕਰ ਦੇਵੇਗਾ। ਬਸ ਤੁਹਾਡਾ ਸੱਚ ਤੁਹਾਡੀ ਹਰ ਇੱਕ ਸ਼ੈ ਨੂੰ ਵਧਾਉਣਾ ਸ਼ੁਰੂ ਕਰ ਦੇਵੇਗਾ। ਕਿਉਂ ਪਰਮੇਸ਼ਵਰ ਨਹੀਂ ਚਾਹੁੰਦਾ ਕਿ ਤੁਹਾਡੇ ਵਿੱਚ ਝੂਠ ਰਵੇ? ਕਿਉਂ ਚਾਹੁੰਦਾ ਹੈ ਕਿ ਤੁਸੀਂ ਖਤਮ ਕਰ ਦਿਓ ਇਸ ਝੂਠ ਨੂੰ ਤੇ ਗੁਆਂਢੀ ਨਾਲ ਸੱਚ ਬੋਲੋ? ਪ੍ਰਕਾਸ਼ ਦੀ ਪੋਥੀ 21 ਅਧਿਆਇ ਚਾਹਾਂਗੇ ਅਸੀਂ। ਪ੍ਰਕਾਸ਼ ਦੀ ਪੋਥੀ 21 ਅਧਿਆਇ ਉਹਦੀ 8 ਆਇਤ। ਪਰ ਡਰਾਕਲਾਂ, ਬੇਪਰਤੀਤੀਆਂ, ਘਿਨੌਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਤੇ ਸਾਰੀਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਕਿਉਂ ਨਹੀਂ ਪਰਮੇਸ਼ਰ ਚਾਹੁੰਦਾ? ਕਿਉਂ ਚਾਹੁੰਦਾ ਹੈ ਕਿ ਤੁਸੀਂ ਸੱਚ ਤੇ ਰਹੋ, ਝੂਠ ਤੇ ਨਾ ਹੋ, ਆਪਣੇ ਜੀਵਨ ਤੇ ਝੂਠ ਨਾ ਲਿਆਵੋ? ਕਿਉਂ ਚਾਹੁੰਦਾ ਹੈ? ਕਿਉਂ ਕਹਿੰਦਾ ਕਿ ਹਰੇਕ ਝੂਠੇ ਦਾ ਹਿੱਸਾ ਨਰਕ ਦੀ, ਗੰਧਕ ਦੀ ਅੱਗ ਵਿੱਚ ਆ। ਹਰੇਕ ਝੂਠੇ ਦਾ ਹਿੱਸਾ ਦੁੱਖ ਦੇ ਵਿੱਚ ਆ। ਹਰੇਕ ਝੂਠੇ ਦਾ ਹਿੱਸਾ ਤਕਲੀਫਾਂ 'ਚ ਆ। ਲੇਕਿਨ ਪ੍ਰਭੂ ਯਿਸੂ ਮਸੀਹ ਸਾਨੂੰ ਸੱਚਾਈ ਤੇ ਲਿਆ ਕੇ ਸਾਨੂੰ ਮੇਰੇ ਜੋ ਅਨੰਤ ਜੀਵਨ ਵਿੱਚ ਲੈ ਕੇ ਜਾਣਾ ਚਾਹੁੰਦੇ ਆ। ਜੀਵਨ ਦੀ ਹਰ ਖੁਸ਼ੀ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ। ਪਰ ਸ਼ੈਤਾਨ ਨਹੀਂ ਚਾਹੁੰਦਾ, ਕਿਉਂਕਿ ਲਿਖਿਆ ਗਿਆ ਉਹ ਸ਼ੁਰੂ ਤੋਂ ਹੀ ਘਾਤਕ ਇਨਸਾਨ ਆ। ਉਹ ਸ਼ੁਰੂ ਤੋਂ ਹੀ ਉਹਦਾ ਸੁਭਾਅ ਮਾਰਨਾ ਆ। ਤੇ ਕਈਆਂ ਦਾ ਸ਼ੁਰੂ ਤੋਂ ਹੀ ਸੁਭਾਅ ਆ ਝੂਠ। ਬਪਤਿਸਮੇ ਤੋਂ ਪਹਿਲਾਂ ਵੀ ਝੂਠਾ ਹੀ ਆ ਤੇ ਬਪਤਿਸਮਾ ਲੈਣ ਤੋਂ ਬਾਅਦ ਵੀ ਉਹਨਾਂ ਦੀ ਜੀਵ ਤੇ ਝੂਠ ਹੀ ਆ। ਉਹ ਬਦਲੇ ਨਹੀਂ ਆ। ਉਹ ਕੇਵਲ ਬਪਤਿਸਮਾ ਟੈਂਕ 'ਚ ਨਹਾਤੇ ਆ, ਜਿਵੇਂ ਸਰੋਵਰਾਂ ਦੇ ਵਿੱਚ ਆ ਜਿਹੜੇ ਕਹਿ ਲਓ ਕਿ ਸਵੀਮਿੰਗ ਪੂਲ ਦੇ ਵਿੱਚ ਨਹਾਉਂਦੇ ਆ, ਪਾਣੀ ਦੀ ਖੁਰਲੀ 'ਚ ਨਹਾਉਂਦੇ ਆ। ਉਹ ਸਿਰਫ ਉਹੀ ਨਹਾਤੇ ਆ। ਉਹਨਾਂ ਨੇ ਬਪਤਿਸਮਾ ਟੈਂਕ 'ਚ ਸਿਰਫ ਇੰਜੋਏ ਕੀਤਾ ਆ, ਜੀਵਨ ਨਹੀਂ ਬਦਲਿਆ। ਜਿਨ੍ਹਾਂ ਨੇ ਝੂਠ ਆਪਣੀ ਜ਼ਿੰਦਗੀ ਵਿੱਚ ਤਿਆਗ ਦਿੱਤਾ, ਸਮਝ ਲਓ ਕਿ ਉਹ ਬਪਤਿਸਮੇ ਦੇ ਅਸਲ ਮਕਸਦ ਵਿੱਚ ਪਹੁੰਚ ਗਏ ਆ। ਬਪਤਿਸਮੇ ਦਾ ਮਤਲਬ ਨਵੇਂ ਜਨਮ 'ਚ, ਨਵੇਂ ਜੀਵਨ 'ਚ ਪਰਮੇਸ਼ਵਰ ਨਾਲ ਮਿਲਾਪ 'ਚ ਪਹੁੰਚ ਗਏ ਆ। ਹੁਣ ਸੰਤ ਸੁਲੇਮਾਨ ਦੀ ਗੱਲ ਨੂੰ ਫਿਰ ਇੱਕ ਵਾਰ ਪੜ੍ਹਦੇ ਆ, ਰਿਪੀਟ ਕਰਦੇ ਆ, ਸਮਾਪਤ ਕਰਦੇ ਆ। ਸੰਤ ਸੁਲੇਮਾਨ ਨੇ ਗੱਲ ਆਖੀ ਆ, ਕਹਿੰਦਾ ਜੀਵਨ ਤੇ ਮੌਤ ਜੀਵ ਦੇ ਵਸ ਵਿੱਚ ਹਨ ਅਤੇ ਜਿਹੜੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ, ਜੋ ਉਸ ਨਾਲ ਪ੍ਰੇਮ ਰੱਖਦੇ ਹਨ, ਉਹ ਉਸ ਦਾ ਫਲ ਖਾਣਗੇ। ਉਹ ਉਸ ਦਾ ਫਲ ਖਾਣਗੇ। ਜਿਹੜੇ ਆਪਣੇ ਜੀਵ ਦਾ ਸਵਾਦ ਚਖਣਾ ਗਿੱਝ ਗਏ ਆ। ਵਿਧਵਾ ਨੇ ਸਵਾਦ ਚੱਖ ਲਿਆ ਤੇ ਉਹ ਗਿੱਝ ਗਈ ਆ ਕਿ ਰੱਬ ਦਾ ਹੀ ਕੰਮ ਕਰਨਾ ਹੁਣ।
7 ਰੋਟੀਆਂ ਮੱਛੀਆਂ ਦੇਣ ਵਾਲੇ ਨੂੰ ਪਤਾ ਲੱਗ ਗਿਆ, ਉਹ ਗਿੱਝ ਗਿਆ, ਕਹਿੰਦਾ ਹੁਣ ਜੋ ਰੱਬ ਕਹਿੰਦਾ ਉਹੀ ਕਰਨਾ, ਕਿਉਂਕਿ ਵਾਧਾ ਆ ਸੱਚ ਤੇ ਖੜੇ ਹੋਣ ਨਾਲ। ਤੇ ਜਿਹੜੇ ਗਿੱਝ ਗਏ ਆ ਝੂਠ ਦੇ ਖਾਣ ਵਾਲੇ, ਤੇ ਮੇਰੇ ਜੋ ਕਿ ਹਾਜੀ ਪਹਿਲਾਂ ਅਲੀਸ਼ਾ ਦੇ ਅੱਗੇ ਆਏ ਚੜਾਵੇ ਦੇ ਪਿੱਛੇ ਚੱਲ ਗਿਆ, ਤਾਂ ਦੂਜੀ ਵਾਰ ਜਦੋਂ ਉਹਨੂੰ ਕੱਢ ਦਿੱਤਾ, ਕੋੜ ਆ ਗਿਆ, ਉਹ ਇੱਕ ਰਾਜੇ ਦੇ ਜਾ ਕੇ ਚੁਗਲੀਆਂ ਕਰ ਕਰ ਖਾਣ ਲੱਗ ਪਿਆ। ਰਾਜੇ ਦੇ ਕੋਲ ਜਾ ਕੇ ਚੁਗਲੀਆਂ ਕਰ ਕਰਕੇ ਖਾਣ ਲੱਗ ਪਿਆ, ਕਿਉਂਕਿ ਉਹਦਾ ਸੁਭਾਅ ਆ। ਜਿਹੜੇ ਜਿੱਦਾਂ ਦਾ ਮੇਰੇ ਜ਼ੁਪ ਜਿੱਦਾਂ ਦਾ ਪ੍ਰੇਮ ਰੱਖਦੇ ਆ, ਉਹਦਾ ਉਦਾਂ ਦਾ ਫਲ ਖਾਣਗੇ। ਜਿਹਦੀ ਜੀਵ ਝੂਠ ਨਾਲ ਪ੍ਰੀਤ ਰੱਖਦੀ ਆ, ਉਹ ਝੂਠ ਦਾ ਫਲ ਮੌਤ ਖਾਣਗੇ। ਜਿਹਦੀ ਜੀਵ ਸੱਚ ਨਾਲ ਪ੍ਰੇਮ ਰੱਖਦੀ ਆ, ਉਹ ਸੱਚ ਦਾ ਫਲ ਖਾਣਗੇ। ਤੇ ਸੱਚ ਦਾ ਫਲ ਕਦੇ ਖਤਮ ਹੁੰਦਾ ਨਹੀਂ ਆ। ਸੱਚ ਦਾ ਫਲ ਇਨਸਾਨ ਨੂੰ ਪਰਮੇਸ਼ਰ ਨਾਲ ਮਿਲਾ ਦਿੰਦਾ ਆ। ਇਸ ਲਈ ਹਮੇਸ਼ਾ ਆਪਣੀ ਜੀਵ ਦੀ ਚੌਕਸੀ ਕਰੋ ਤੇ ਇਹਨੂੰ ਬਚਨ ਦੇ ਦੁਆਰਾ ਆਪਣੇ ਕੰਟਰੋਲ 'ਚ ਕਰੋ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੀ ਜੀਵ ਤੋਂ ਕੇਵਲ ਸੱਚ ਉਚਾਰਨਾ ਆ, ਸੱਚ ਬੋਲਣਾ ਆ। ਮਾੜਾ ਸ਼ਬਦ ਇਸ ਜੀਵ ਤੋਂ ਹੀ ਉਚਾਰਨਾ ਨਹੀਂ ਆ। ਜਦੋਂ ਸੱਚ ਨੂੰ ਤੁਸੀਂ ਮੇਰੇ ਜੋ ਆਪਣੇ ਜੀਵ ਤੇ ਲੈ ਆਓਗੇ, ਝੂਠ ਹਾਰ ਜਾਵੇਗਾ। 100 ਝੂਠ ਰਲ ਕੇ ਵੀ ਇੱਕ ਸੱਚ ਨੂੰ ਹਰਾ ਨਹੀਂ ਸਕਦੇ। ਇੱਕ ਸੱਚ ਲੱਖਾਂ ਕਰੋੜਾਂ ਤੇ ਅਰਬਾਂ ਨੂੰ ਹਰਾਉਣ ਦੀ ਸਾਮਰਥ ਰੱਖਦਾ ਆ। ਇਹਨੇ ਵਚਨਾਂ ਦੇ ਨਾਲ ਪਰਮੇਸ਼ਰ ਤੁਹਾਨੂੰ ਸਭ ਨੂੰ ਬਰਕਤ ਤੇ ਆਸ਼ੀਸ਼ ਦੇਵੇ। ਆਈਏ ਸਭ ਪ੍ਰਭੂ